All right, very good evening. So, welcome to the class. So, today I'll be talking about the British rule in India. British rule basically ਕੀ ਹੈ ਵੀ ਹੁਣ ਤੱਕ ਆਪਾਂ ਕੀ ਗੱਲ ਕੀਤੀ ਆਪਾਂ ਇੰਡੀਆ ਦੀ ਜਿਹੜੀ ਹਿਸਟਰੀ ਹੈ particularly freedom struggle ਉਹ ਡਿਸਕਸ ਕੀਤਾ ਮੀਨਸ ਮਾਡਰਨ ਇੰਡੀਆ ਦੇ ਜਿਹੜੇ ਇੰਪੋਰਟੈਂਟ ਆਸਪੈਕਟ ਸੀਗੇ ਉਹ ਡਿਸਕਸ ਕਰ ਲਏ ਆਪਾਂ ਨੇ ਉਹਨੂੰ ਥੋੜਾ ਜਿਹਾ ਰਿਵਾਈਜ਼ ਕਰੋਗੇ ਤਾਂ ਸਮਝ ਆ ਜਾਏਗਾ ਤੇ ਯਾਦ ਵੀ ਹੋਣਾ ਸਟਾਰਟ ਹੋ ਜਾਏਗਾ ਅਸੀਂ ਸਟਾਰਟ ਕਿੱਥੋਂ ਕੀਤਾ ਸੀ ਅਸੀਂ ਸਟਾਰਟ ਕੀਤਾ ਸੀ ਰਿਵੋਲਟ ਆਫ 1857 ਅਸੀਂ ਉਸ ਤੋਂ ਇਲਾਵਾ ਡਿਸਕਸ ਕੀਤਾ ਸੀ ਜਿਹੜਾ ਸੋਸ਼ੋ ਕਲਚਰਲ ਰਿਫਾਰਮ ਮੂਵਮੈਂਟਸ ਹੋਈ ਸੀ ਇੰਡੀਆ ਦੇ ਵਿੱਚ ਉਹਨਾਂ ਦੀ ਗੱਲ ਕੀਤੀ ਅਸੀਂ ਫਿਰ ਗੱਲ ਕੀਤੀ ਜਿਹੜਾ ਨੈਸ਼ਨਲਿਜ਼ਮ ਹੈ ਉਹ ਇੰਡੀਆ 'ਚ ਆਇਆ ਕਿਵੇਂ ਆਇਆ ਮੀਨਸ ਉੱਥੋਂ ਆਪਾਂ ਸਟਾਰਟ ਕੀਤਾ ਜਿਹੜਾ ਫਰੀडम ਸਟਰਗਲ ਹੈ ਪਾਰਟਿਕੂਲਰਲੀ 1885 ਤੋਂ ਲੈ ਕੇ 1947 ਦਾ ਪੀਰੀਅਡ ਜਿਹੜਾ ਅਸੀਂ ਦੋ ਤਿੰਨ ਲੈਕਚਰ 'ਚ ਆਪਾਂ ਡਿਸਕਸ ਕੀਤਾ ਹੈ ਨਾ ਹੁਣ ਇਸ ਤੋਂ ਇਲਾਵਾ ਕੁਝ ਪੈਰੀਫੇਰਲ ਏਰੀਆਜ਼ ਨੇ ਉਹ ਇੰਨੇ ਇੰਪੋਰਟੈਂਟ ਨਹੀਂ ਹੈ ਬਟ ਸਟਿਲ ਸਾਨੂੰ ਆਈਡੀਆ ਹੋਣਾ ਚਾਹੀਦਾ ਹੈ ਤੇ ਉਹ ਮੈਂ ਤੁਹਾਨੂੰ ਪੀਡੀਐਫ ਬਣਾ ਕੇ ਦੇ ਦਾਂਗਾ ਬਟ ਇਹ ਜਿਹੜਾ ਟੌਪਿਕ ਹੈ ਇਸ ਕਰਕੇ ਮੈਂ ਡਿਸਕਸ ਕਰ ਰਿਹਾ ਕਿਉਂਕਿ ਬ੍ਰਿਟਿਸ਼ਰਸ ਜੇ ਇੰਡੀਆ ਚ ਆਏ ਆ ਅਸੀਂ ਬ੍ਰਿਟਿਸ਼ਰਸ ਦੀ ਗੱਲ ਕੀਤੀ ਹੈ ਸਾਨੂੰ ਉਹਦੇ ਬਾਰੇ ਜ਼ਰੂਰ ਨੌਲੇਜ ਹੋਣੀ ਚਾਹੀਦੀ ਹੈ ਵੀ ਕਿਹੜੇ ਯੂਰੋਪੀਅਨਸ ਆਏ ਸੀ ਤੇ ਬ੍ਰਿਟਿਸ਼ਰਸ ਨੇ ਇੰਡੀਆ ਨੂੰ ਕਿਵੇਂ ਕੌਂਕਰ ਕੀਤਾ ਕਿਹੜੀ ਕਿਹੜੀ ਵਾਰਸ ਹੋਈਆਂ ਕਿਹੜੀ ਕਿਹੜੀ ਬੈਟਲਸ ਹੋਈਆਂ ਨੰਬਰ 1 ਨੰਬਰ 2 ਜਦ ਉਹਨਾਂ ਨੇ ਇੰਡੀਆ ਨੂੰ ਕੈਪਚਰ ਕਰ ਲਿਆ ਸੀ ਕੰਟਰੋਲ ਕਰ ਲਿਆ ਸੀ ਕਿਵੇਂ ਕੀਤਾ ਸੀ ਪਾਲਿਸੀਜ਼ ਕਿਹੜੀ ਸੀਗੀਆਂ ਥੋੜੀ ਜਿਹੀ ਉਹ ਗੱਲ ਕਰਾਂਗੇ ਪਲੱਸ ਇੰਡੀਆ ਨੂੰ ਕੰਟਰੋਲ ਕਰਨ ਲਈ ਕਿਹੜੀ ਪਾਲਿਸੀਜ਼ ਉਹਨਾਂ ਨੇ ਫਾਰਮੂਲੇਟ ਕੀਤੀਆਂ ਜਿਵੇਂ ਉਹਨਾਂ ਨੇ ਟੈਕਸ ਸਿਸਟਮ ਜਿਹਨੂੰ ਰੈਵਨਿਊ ਸਿਸਟਮ ਆਪਾਂ ਕਹਿੰਦੇ ਆ ਉਹ ਨਵਾਂ ਬਣਾਇਆ ਸੀ ਆਪਣਾ ਜ਼ਮੀਂਦਾਰੀ ਸਿਸਟਮ ਮਹਿਲਵਾੜੀ ਸਿਸਟਮ ਰੋਇਤਵਾੜੀ ਸਿਸਟਮ ਇਹ ਸੁਣਿਆ ਹੋਣਾ ਤੁਸੀਂ ਉਹ ਬਣਾਏ ਸੀ ਉਹਨਾਂ ਨੇ ਸਿਵਲ ਸਰਵਿਸਿਜ਼ ਉਹਨਾਂ ਨੇ ਇਹ ਬਣਾਈਆਂ ਸੀਗੀਆਂ ਉਹਨਾਂ ਨੇ ਠੀਕ ਹੈ ਤੇ ਜਿਵੇਂ ਹੋ ਗਿਆ ਆਪਣਾ ਪੁਲਿਸ ਸਿਸਟਮ ਹੈ ਜੁਡੀਸ਼ਰੀ ਹੈ ਐਜੂਕੇਸ਼ਨ ਹੈ ਉਹਨਾਂ ਨੇ ਸਭ ਕੁਝ ਚੇਂਜ ਕੀਤਾ ਸਭ ਕੁਝ ਦਿੱਤਾ ਹੈ ਉਹਨਾਂ ਨੇ ਇੰਡੀਆ 'ਚ ਹੈ ਨਾ ਆਪਾਂ ਸਿਰਫ ਗੱਲ ਕੀ ਕਰ ਰਹੇ ਹਾਂ ਆਪਾਂ ਗੱਲ ਕਰ ਰਹੇ ਹਾਂ ਇੱਥੇ ਸਿਰਫ ਬ੍ਰਿਟਿਸ਼ਰਸ ਨੂੰ ਫੋਕਸ ਕਰਾਂਗੇ ਚਲੋ ਜੀ ਦੇਖਦੇ ਹਾਂ ਹੁਣ ਬ੍ਰਿਟਿਸ਼ਰਸ ਦੀ ਜੇ ਆਪਾਂ ਗੱਲ ਕਰੀਏ ਤੇ ਕੀ ਸੀਗਾ ਬ੍ਰਿਟਿਸ਼ਰਸ ਦੇ ਲਈ ਬ੍ਰਿਟਿਸ਼ਰਸ ਦੇ ਲਈ ਆਪਾਂ ਇਹ ਗੱਲ ਕਰ ਸਕਦੇ ਹਾਂ ਇੱਥੇ ਕਿ ਯੂਰੋਪੀਅਨ ਆਏ ਸੀ ਹੈਨਾ ਸ਼ੁਰੂ ਚ ਜਿਹੜੇ ਆਏ ਆ ਬਹੁਤ ਸਾਰੇ ਆਏ ਇਸ ਕਰਕੇ ਆਪਾਂ ਯੂਰੋਪੀਅਨ ਵਰਡ ਯੂਜ਼ ਕਰਾਂਗੇ ਕਿ ਯੂਰਪਸ ਤੋਂ ਆਏ ਸੀਗੇ ਕੌਣ ਆਇਆ ਕਦੋਂ ਆਇਆ ਥੋੜਾ ਜਿਹਾ ਆਈਡੀਆ ਤੁਹਾਨੂੰ ਹੋਣਾ ਚਾਹੀਦਾ ਹੈ ਜਿਵੇਂ ਇਹ ਜੇ ਤੁਸੀਂ ਦੇਖੋ ਇੱਥੇ ਕੁਝ ਏਰੀਆਜ਼ ਦਿੱਤੇ ਹੋਏ ਨੇ ਇਹ ਇੰਡੀਆ ਦੇ ਮੈਪ ਤੇ ਦੇਖੋ ਦਿਊ ਸੂਰਤ ਦਮਨ ਬੈਸਿਨ ਬੰਬੇ ਗੋਆ ਕੈਨੌਰ ਮਾਹੇ ਕੈਲੀਕਟ ਇਹ ਬਹੁਤ ਸਾਰੀ ਸੈਟਲਮੈਂਟਸ ਨੇ ਇਹ ਕੀ ਹੈ ਇਹ ਉਹ ਏਰੀਆਜ਼ ਨੇ ਜਿਹੜੇ ਕਿ ਯੂਰੋਪੀਅਨਸ ਇੱਥੇ ਆਏ ਉਹਨਾਂ ਨੇ ਇੱਥੇ ਆਪਣੀ ਸੈਟਲਮੈਂਟਸ ਬਣਾਈਆਂ ਸੀਗੀਆਂ 1501 ਤੋਂ ਲੈ ਕੇ 1739 ਤੱਕ ਦਾ ਜਿਹੜਾ ਪੀਰੀਅਡ ਹੈ ਇਹ ਉਹ ਸੈਟਲਮੈਂਟਸ ਨੇ ਤੇ ਇਹਨਾਂ ਨੂੰ ਧਿਆਨ ਨਾਲ ਦੇਖੋ ਇਹ ਹੈ ਕਿੱਥੇ ਸਾਰੀ ਸਮੁੰਦਰ ਦੇ ਕਿਨਾਰੇ ਤੇ ਕੋਸਟਲ ਏਰੀਆਜ਼ 'ਚ ਹੈ ਇਹ ਬੰਗਾਲ ਦਾ ਏਰੀਆ ਹੋ ਗਿਆ ਬੰਗਾਲ ਬਾਂਗਲਾदेश वाला एरिया हो गया ये महाराष्ट्र ਦੇ ਏਰੀਆ ਹੋ ਗਏ ਗੋਆ ਦੇ ਹੋ ਗਏ ਇਹ ਕਰਨਾਟਕ ਤੇ ਕੇਰਲਾ ਦੇ ਏਰੀਆ ਹੋ ਗਏ ਹੈ ਨਾ ਜੀ ਇਹ ਵਾਲੇ ਕਿਹੜੇ ਹੋ ਗਏ ਉੜੀਸਾ ਆਂਧਰਾ ਤਮਿਲਨਾਡੂ ਇਹ ਸਾਰੇ ਉਹ ਏਰੀਆ ਹੋ ਗਏ ਇੱਥੇ ਕੀ ਹੈ ਜੇ ਕੁਐਸਚਨ ਕਈ ਵਾਰ ਆ ਜਾਂਦਾ ਹੈ ਇੱਥੇ ਫਲੈਗ ਨਾਲ ਦੇਖੇ ਹੋਏ ਆ ਕਿਹੜੀ ਕਿਹੜੀ ਸੈਟਲਮੈਂਟ ਕਿਹੜੀ ਕੰਟਰੀ ਦੀ ਸੀ ਪਰ ਤੂੰ ਆਈਡੀਆ ਲਾ ਲਿਓ ਵੀ ਆ ਝੰਡਾ ਬ੍ਰਿਟਿਸ਼ ਦਾ ਹੈ ਇਹ ਥੋੜਾ ਜਿਹਾ ਸਟੱਡੀ ਕਰ ਲਿਓ ਥੋੜਾ ਜਿਹਾ ਵੀ ਬ੍ਰਿਟਿਸ਼ ਦੀ ਕਿਹੜੀ ਨਾਚੋ ਦਿਖ ਰਹੀ ਹੈ ਜਿਵੇਂ ਸੂਰਤ ਬ੍ਰਿਟਿਸ਼ ਦੀ ਦਿਖ ਰਹੀ ਹੈ ਤੁਹਾਨੂੰ ਬੰਬੇ ਬ੍ਰਿਟਿਸ਼ ਦੀ ਦਿਖ ਰਹੀ ਹੈ ਇੱਥੇ ਵੀ ਕੋਈ ਦਿਖ ਰਹੀ ਹੈ ਹੁਗਲੀ ਹੈ ਨਾ ਇਹ ਬ੍ਰਿਟਿਸ਼ ਦੀ ਦਿਖ ਰਹੀ ਹੈ ਤੇ ਐਵੇਂ ਥੋੜਾ ਜਿਹਾ ਆਈਡੀਆ ਹੋਣਾ ਚਾਹੀਦਾ ਮਦਰਾਸ ਦਿਖ ਰਹੀ ਹੈ ਫਿਰ ਇਹ ਕਿਹੜੀ ਕੰਟਰੀ ਦੇ ਨਾਮ ਲਿਖੇ ਡੈਨਿਸ਼ ਲਿਖਿਆ ਡੱਚ ਲਿਖਿਆ ਫ੍ਰੈਂਚ ਲਿਖਿਆ ਬ੍ਰਿਟਿਸ਼ ਲਿਖਿਆ ਤੇ ਪੋਰਚੁਗੀਜ਼ 5 ਕੰਟਰੀਜ਼ ਤੋਂ ਇੱਥੇ ਜਿਹੜੇ ਯੂਰੋਪੀਅਨਸ ਨੇ ਉਹ ਇੰਡੀਆ 'ਚ ਆਏ ਸੀਗੇ ਇਹ ਸਾਨੂੰ ਇਹਨਾਂ ਦਾ ਆਈਡੀਆ ਹੋਣਾ ਚਾਹੀਦਾ ਹੈ ਕੋਸਟ ਤੇ ਕਿਉਂ ਰਹਿੰਦੇ ਸੀ ਕਿਉਂਕਿ ਉਹ ਟ੍ਰੇਡਰ ਸੀਗੇ ਮੇਨ ਜਿਹੜਾ ਪਰਪਸ ਸੀ ਉਹਨਾਂ ਦਾ ਇੰਡੀਆ ਆਉਣ ਦਾ ਉਹ ਸੀਗਾ ਟ੍ਰੇਡ ਉਹ ਟ੍ਰੇਡ ਕਰਨ ਆਏ ਸੀ ਕਿਸ ਚੀਜ਼ ਦਾ ਟ੍ਰੇਡ ਦੋ ਆਈਟਮ ਮੇਨ ਸੀਗੀਆਂ ਉਹਨਾਂ ਦੀ ਪਹਿਲੇ ਤਾਂ ਟੈਕਸਟਾਈਲ ਕਾਟਨ ਟੈਕਸਟਾਈਲ ਬੜੀ ਫੇਮਸ ਸੀ ਇੰਡੀਆ ਦੀ ਉਹ ਲੈ ਕੇ ਜਾਂਦੇ ਸੀ ਦੂਸਰਾ ਸੀਗਾ ਮਸਾਲੇ ਸਪਾਈਸ 'ਚ ਵੀ ਸੀਗਾ ਪਾਰਟਿਕੂਲਰਲੀ ਕਾਲੀ ਮਿਰਚ ਪੈਪਰ ਉਹਨਾਂ ਨੂੰ ਚਾਹੀਦੀ ਸੀ ਮੀਟ ਖਾਂਦੇ ਸੀ ਉਹ ਟੇਸਟ ਲਈ ਤੇ ਉਹਨੂੰ ਪ੍ਰੀਜ਼ਰਵ ਕਰਨ ਲਈ ਉਹਨਾਂ ਨੂੰ ਐਜ਼ ਅ ਪ੍ਰੀਜ਼ਰਵੇਟਿਵ ਕਾਲੀ ਮਿਰਚ ਚਾਹੀਦੀ ਹੁੰਦੀ ਸੀ ਤੇ ਉਹ ਇੰਡੀਆ ਤੋਂ ਲੈ ਕੇ ਜਾਂਦੇ ਸੀ ਆ ਮੇਨ ਦੋ ਉਹਨਾਂ ਦੇ ਮੁੱਦੇ ਸੀਗੇ ਤੇ ਟ੍ਰੇਡਰ ਦੇ ਵਾਂਗ ਆਏ ਸੀਗੇ ਆਏ ਕਿਉਂ ਸੀਗੇ ਇਹ ਆਪਾਂ ਜਦ ਸ਼ੁਰੂ 'ਚ ਗੱਲ ਕੀਤੀ ਸੀ ਇੱਕ ਵਾਰੀ ਇੱਕ ਵਰਡ ਲਿਆ ਸੀ ਆਪਾਂ ਰੇਨੇਸਾਂ ਰੀਬਰਥ ਹੋਇਆ ਸੀ ਯੂਰਪ ਦੇ ਵਿੱਚ ਉਹਨਾਂ ਦੇ ਵਿੱਚ ਟੈਕਨੋਲੋਜੀ ਉਹਨਾਂ ਦੇ ਵਿੱਚ ਆਈ ਸੀ ਨੌਲੇਜ ਆਈ ਸੀ ਟੈਕਨੋਲੋਜੀ ਆਈ ਸੀ ਹੁਣ ਉਹ ਐਕਸਪਲੋਰ ਕਰ ਰਹੇ ਸੀ ਦੁਨੀਆ ਨੂੰ ਵੀ ਦੁਨੀਆ 'ਚ ਕੀ ਹੈ ਦੇਖ ਕੇ ਆਈਏ ਨਵੇਂ ਰਸਤੇ ਲੱਭ ਰਹੇ ਸੀ ਉਹ
ਦੂਸਰਾ ਜਿਹੜਾ ਟ੍ਰੇਡ ਕਰਨ ਦਾ ਰਸਤਾ ਸੀ ਜ਼ਮੀਨ ਤੋਂ, ਉਹ ਕੌਂਕਰ ਕਰ ਲਿਆ ਗਿਆ ਸੀ, ਉਹ ਰਸਤਾ ਬੰਦ ਹੋ ਗਿਆ ਸੀ, ਟਰਕਸ ਨੇ ਕੈਪਚਰ ਕਰ ਲਿਆ ਸੀ। ਹੁਣ ਉਹਨਾਂ ਨੂੰ ਕਿੱਥੋਂ ਆਉਣਾ ਸੀ, ਸਮੁੰਦਰ ਦਾ ਰਸਤਾ ਨਵਾਂ ਲੱਭਣਾ ਸੀ, ਇਸ ਕਰਕੇ ਉਹ ਇੱਥੇ ਆਏ ਸੀਗੇ। ਇਹ ਤੁਸੀਂ ਥੋੜੀ ਥੋੜੀ ਸਟੋਰੀ ਸੁਣੀਆਂ ਹੋਣੀਆਂ। ਇੱਥੇ ਕੌਣ ਕੌਣ ਆਇਆ, ਆ ਆਰਡਰ 'ਚ ਮੈਂ ਲਿਖਿਆ। ਸਭ ਤੋਂ ਪਹਿਲਾਂ ਇੱਥੇ ਪੋਰਚੁਗੀਜ਼ ਆਏ ਸੀ, ਐਵੇਂ ਹੀ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਕਦੋਂ ਆਏ ਸੀ? ਵਾਸਕੋ ਡੀ ਗਾਮਾ ਆਏ ਸੀ 1498 ਦੇ ਵਿੱਚ। ਤੇ 1498 ਯਾਨੀ ਕਿ ਹਜੇ ਤਾਂ ਮੁਗਲ ਅੰਪਾਇਰ ਵੀ ਨਹੀਂ ਬਸੀ ਸੀਗੀ, ਦਿੱਲੀ ਸਲਤਨਤ ਦਾ ਇੱਥੇ ਰਾਜ ਹੁੰਦਾ ਸੀ, ਉਦੋਂ ਪੁਰਤਗਾਲੀ ਆ ਗਏ ਸੀ ਜੀ। ਕੋਚੀਨ ਤੇ ਗੋਆ ਇਹਨਾਂ ਦੇ ਹੈੱਡਕੁਆਟਰ ਹੈ। ਪਹਿਲਾਂ ਕੋਚੀਨ ਸੀਗੇ, ਉਸ ਤੋਂ ਬਾਅਦ ਗੋਆ ਸ਼ਿਫਟ ਹੋ ਗਏ ਸੀ 1530 ਦੇ ਵਿੱਚ, ਤੇ ਗੋਆ ਤੋਂ ਹੀ ਇਹਨਾਂ ਨੇ ਸਾਰਾ ਕੁਝ ਕੰਟਰੋਲ ਕੀਤਾ ਸੀ। ਤੇ ਅੱਜ ਵੀ ਜਿਹੜਾ ਗੋਆ ਤੁਸੀਂ ਦੇਖੋ, ਉੱਥੇ ਜਿਹੜੀ ਲੈਂਗੁਏਜ ਹੈ ਉਹ ਕਿਹੜੀ ਚੱਲਦੀ ਹੈ, ਪੋਰਚੁਗੀਜ਼ ਚੱਲਦੀ ਹੈ ਜਾਂ ਇੰਗਲਿਸ਼ ਚੱਲਦੀ ਹੈ ਉੱਥੇ। ਉਸ ਤੋਂ ਬਾਅਦ ਇੱਥੇ ਡੱਚ ਆਏ ਸੀ 1602 ਦੇ ਵਿੱਚ। ਇਹ ਉਹਨਾਂ ਦੇ ਏਰੀਆਜ਼ ਹੈ, ਪੁਲਕਿਤ ਵਾਲਾ ਹੋ ਗਿਆ, ਨਾਗਪਟਮ ਹੋ ਗਿਆ, ਹੁਗਲੀ ਹੋ ਗਿਆ, ਇਹ ਉਹਨਾਂ ਦੇ ਏਰੀਆਜ਼ ਜਿੱਥੇ ਉਹਨਾਂ ਦੀ ਫੈਕਟਰੀ ਸੀਗੀਆਂ, ਉਹਨਾਂ ਦੇ ਬੇਸ ਸੀਗੇ। ਉਸ ਤੋਂ ਬਾਅਦ ਆਏ ਇੰਗਲਿਸ਼ 1608 ਦੇ ਵਿੱਚ, ਉਹਨਾਂ ਦੀ ਉਹ ਬੰਦਾ ਆਇਆ ਸੀ, ਫਿਰ ਫੈਕਟਰੀ ਉਹਨਾਂ ਦੀ 1613 ਚ ਲੱਗੀ ਹੈ। ਤੇ ਵੈਸਟ ਕੋਸਟ ਹੋ ਗਿਆ, ਸੂਰਤ ਹੋ ਗਿਆ, ਬੰਬੇ ਹੋ ਗਿਆ, ਮਸੂਲੀਪਟਨਮ ਹੋ ਗਿਆ, ਮਦਰਾਸ ਹੋ ਗਿਆ, ਬੰਗਾਲ ਹੋ ਗਿਆ। ਤੇ ਸਾਰੇ ਇਹਨਾਂ ਨੇ ਹੈੱਡਕੁਆਟਰ ਇੱਥੇ ਅਲੱਗ-ਅਲੱਗ ਜਗ੍ਹਾ ਤੇ ਬਣਾਏ ਸੀਗੇ। ਮੇਨ ਤਾਂ 3 ਹੈੱਡਕੁਆਟਰ ਸੀਗੇ ਬਾਅਦ ਤੇ, ਮਦਰਾਸ, ਕੈਲਕਟਾ ਤੇ ਬੰਬੇ। ਉਸ ਤੋਂ ਬਾਅਦ ਡੈਨਿਸ਼ ਆਏ ਸੀਗੇ ਜੀ, ਇਹ ਡੈਨਮਾਰਕ ਦੇ ਸੀਗੇ। ਡੱਚ ਹਾਲੈਂਡ ਦੇ ਸੀਗੇ, ਧਿਆਨ ਰੱਖਿਓ 1616 ਚ ਆਏ ਸੀਗੇ, ਸਿਰਾਮਪੁਰ ਚ ਸੀਗੇ ਸਿਰਫ ਇਹ। ਤੇ ਸਭ ਤੋਂ ਲਾਸਟ ਆਏ ਸੀਗੇ ਫ੍ਰੈਂਚ 1668 ਦੇ ਵਿੱਚ। ਇਹਨਾਂ ਨੇ ਵੀ ਸੂਰਤ ਚ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ। ਦੂਸਰਾ ਪੌਂਡੀਚੇਰੀ, ਇਹਦਾ ਮਤਲਬ ਜਿਹੜੇ ਅੱਜ ਦੀ ਯੂਨੀਅਨ ਟੈਰੀਟਰੀ ਹੈ, ਇਹਨੂੰ ਆਪਾਂ ਪੁਡੂਚੇਰੀ ਕਹਿੰਦੇ ਹਾਂ। ਹੁਣ ਉੱਥੇ 1961 ਤੱਕ ਕੌਣ ਰਹੇ, ਕਿਹਦੇ ਕੰਟਰੋਲ ਚ ਰਹੀ ਹੈ ਉਹ? ਫ੍ਰੈਂਚ ਦੇ ਕੰਟਰੋਲ ਚ। ਇਹ ਸ਼ਾਇਦ ਆਪਾਂ ਕੱਲ ਡਿਸਕਸ ਕੀਤਾ ਇੰਡੀਆ ਦੀ ਇੰਡੀਪੈਂਡੈਂਸ। ਉਸ ਤੋਂ ਬਾਅਦ ਜਿਹੜਾ ਕਿ ਇੰਡੀਆ ਦੀ ਇੰਟੀਗ੍ਰੇਸ਼ਨ ਕਿਵੇਂ ਹੋਈ, ਇਹ ਉਸ ਥੋੜਾ ਜਿਹਾ ਡਿਸਕਸ ਕੀਤਾ ਸੀ, ਬਰੀਫ ਚ ਡਿਸਕਸ ਕੀਤਾ ਸੀ। ਹੁਣ ਇਹ ਆਰਡਰ ਐਵੇਂ ਯਾਦ ਰੱਖਿਓ, ਐਵੇਂ ਕੁਐਸਚਨ ਆ ਜਾਂਦਾ ਹੈ ਵੀ ਪਹਿਲਾਂ ਕੌਣ ਆਇਆ ਸੀ, ਬਾਅਦ ਚ ਕੌਣ ਆਇਆ ਸੀ। ਸਭ ਤੋਂ ਪਹਿਲਾਂ ਪੁਰਤਗਾਲੀ, ਫਿਰ ਡੱਚ, ਇੰਗਲਿਸ਼, ਫਿਰ ਡੈਨਿਸ਼ ਤੇ ਫਿਰ ਫ੍ਰੈਂਚ ਆਏ ਸੀ। ਰਾਈਟ, ਚਲੋ ਜੀ ਹੁਣ ਮੋਟਾ ਮੋਟਾ ਥੋੜਾ ਜਿਹਾ ਦੇਖ ਲਈਏ ਇਹਨਾਂ ਦੇ ਬਾਰੇ ਵੀ ਚਾਰ ਗੱਲਾਂ ਜਿਹੜੀ ਪਤਾ ਹੋਣੀ ਚਾਹੀਦੀਆਂ। ਸਾਰੀ ਤੇ ਨਹੀਂ ਗੱਲ ਆਪਾਂ ਕਰਦੇ, ਮੇਨ ਗੱਲ ਕਰਾਂਗੇ ਆਪਾਂ ਬ੍ਰਿਟਿਸ਼ਰਸ ਦੀ, ਪਰ ਪੁਰਤਗਾਲੀਆਂ ਬਾਰੇ ਜਾਂ ਬਾਕੀਆਂ ਬਾਰੇ ਥੋੜੀ ਥੋੜੀ ਜੀ ਆਪਾਂ ਗੱਲ ਕਰ ਲਈਏ। ਲਾਈਕ ਪੁਰਤਗੀਜ਼ ਦੀ ਗੱਲ ਕਰੀਏ, ਕੌਣ ਆਇਆ ਸੀ? ਵਾਸਕੋ ਡੇ ਗਾਮਾ ਆਇਆ ਸੀ। ਕਿੱਥੋਂ? ਕੇਪ ਰੂਟ ਤੋਂ। ਜਿਹੜਾ ਅਫਰੀਕਾ ਹੈ, ਜਿਵੇਂ ਆ ਅਫਰੀਕਾ ਦਾ ਨਕਸ਼ਾ ਤੁਸੀਂ ਐਵੇਂ ਦੇਖਿਆ ਹੋਣਾ, ਠੀਕ ਹੈ, ਐਵੇਂ ਅਫਰੀਕਾ ਹੈ, ਇੱਥੇ ਯੂਰਪ ਹੈ, ਐਵੇਂ ਯੂਰਪ ਹੈ, ਤੇ ਇਸ ਪਾਸੇ ਨੂੰ ਜਿਹੜਾ ਹੈਗਾ ਉਹ ਇੰਡੀਆ ਆ ਜਾਂਦਾ ਹੈ। ਐਵੇਂ ਹੈ ਜੀ ਕੁਝ ਕੁਝ। ਇੱਥੋਂ ਜਦੋਂ ਤੁਰ ਕੇ ਆਏ ਸੀਗੇ ਸਪੇਨ ਤੋਂ, ਪੁਰਤਗਾਲੀ ਆਏ ਸੀਗੇ, ਆਹ ਰਸਤਾ ਸੀ ਜਿਹੜੇ ਇਹ ਆਏ ਸੀਗੇ। ਤੇ ਆ ਜਿਹੜਾ ਰਸਤਾ ਹੈ, ਇੱਥੇ ਇੱਕ ਜਗ੍ਹਾ ਹੈ, ਉਹਨੂੰ ਕਹਿੰਦੇ ਕੇਪ ਆਫ ਗੁੱਡ ਹੋਪ, ਕੇਪ ਆਫ ਗੁੱਡ ਹੋਪ। ਤੇ ਇੱਥੋਂ ਆਏ ਸੀਗੇ, ਤੇ ਇਹ ਪਤਾ ਹੋਣਾ ਚਾਹੀਦਾ ਵੀ ਕਿਹੜਾ ਰਸਤੇ ਚੋਂ ਆਏ ਸੀ, ਕੇਪ ਆਫ ਗੁੱਡ ਹੋਪ ਦੇ ਰਸਤੇ 'ਚ। ਵੈਸੇ ਜਿਹੜੀ ਜ਼ਮੀਨ ਹੁੰਦੀ ਹੈ ਉਹ ਅੱਗੇ ਤੋਂ ਜਿਹੜੀ ਤਿੱਖੀ ਹੁੰਦੀ ਹੈ, ਨਿਕਲੀ ਨਹੀਂ ਹੁੰਦੀ ਬਾਹਰ ਓਸ਼ਨ ਨੂੰ, ਜਿਵੇਂ ਇੰਡੀਆ ਦੇ ਵਾਲਾ ਰਸਤਾ ਹੈ, ਆ ਕਾਰਨਰ ਹੈ ਨਾ ਇੰਡੀਆ, ਚੁੰਝ ਜੀ ਬਾਹਰ ਨੂੰ ਨਿਕਲੀ ਹੋਈ ਹੈ, ਇਹਨੂੰ ਕੇਪ ਕਿਹਾ ਜਾਂਦਾ ਹੈ। ਤੇ ਤੁਸੀਂ ਸੁਣਿਆ ਹੋਣਾ ਕੰਨਿਆ ਕੁਮਾਰੀ, ਉਹ ਕੇਪ ਕੋਮੋਰਿਨ ਕਹਿੰਦੇ ਉਹਨੂੰ ਇੰਗਲਿਸ਼ 'ਚ, ਕੇਪ ਕੋਮੋਰਿਨ। ਤੇ ਕੇਪ ਜੀਓਗ੍ਰਾਫੀ 'ਚ ਵੈਸੇ ਵਰਡ ਹੁੰਦਾ ਹੈ ਕੇਪ ਕੋਮੋਰਿਨ, ਜਿਹਨੂੰ ਕੰਨਿਆ ਕੁਮਾਰੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਹ ਆਇਆ ਕਿੱਥੇ ਸੀ? ਕੈਲੀਕਟ ਦੇ ਵਿੱਚ ਆਇਆ ਸੀ, 1498 ਦੇ ਵਿੱਚ ਆਇਆ ਸੀ। ਉੱਥੇ ਜਿਹੜਾ ਰੂਲਰ ਸੀਗਾ ਉਹ ਕੌਣ ਸੀਗਾ? ਜ਼ੈਮੋਰਿਨ ਸੀਗਾ। ਚਲੋ ਜੀ, ਉਹਨੂੰ ਆਇਆ, ਇੱਥੇ ਰਿਹਾ, ਤੇ ਉਹਨੇ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ। ਤੇ ਗ੍ਰੈਜੂਅਲੀ ਉਹ ਕਿੱਥੇ ਆ ਗਏ? ਗੋਆ 'ਚ ਉਹ ਸ਼ਿਫਟ ਹੋ ਗਈ ਸੀ, ਤੇ ਗੋਆ ਉਹਨਾਂ ਦੀ ਕੈਪੀਟਲ ਬਣ ਗਿਆ ਸੀ। ਤੇ ਇਸਟੈਬਲਿਸ਼ ਹੋਣ ਤੋਂ ਜਿਹੜਾ ਪੀਰੀਅਡ ਹੈ ਉਹਨਾਂ ਦਾ, ਕੌਣ ਕੌਣ ਇੰਪੋਰਟੈਂਟ ਉਹਨਾਂ ਦਾ ਗਵਰਨਰ, ਦੋ ਕੁ ਨਾਮ ਯਾਦ ਰੱਖ ਲਓ। ਤੇ ਆਪਾਂ ਦੇਖਾਂਗੇ ਫ੍ਰਾਂਸਿਸਕੋ ਡੀ ਅਲਮੀਡਾ, ਇਹ ਪਹਿਲਾ ਪੁਰਤਗਾਲੀ ਗਵਰਨਰ ਸੀਗਾ। ਤੇ ਇਹਨੇ ਕੀ ਕੀਤਾ, ਇੱਕ ਪਾਲਿਸੀ ਚਲਾਈ ਸੀ, ਪਾਲਿਸੀ ਆਫ ਬਲੂ ਵਾਟਰ, ਇਹ ਯਾਦ ਰੱਖ ਲਿਓ। ਬਲੂ ਵਾਟਰ ਦਾ ਮਤਲਬ ਕੀ ਹੈ? ਬਲੂ ਵਾਟਰ ਕਿਹੜਾ ਹੁੰਦਾ? ਜਿਹੜਾ ਸਮੁੰਦਰ ਹੈ ਉਹਨੂੰ ਬਲੂ ਵਾਟਰ ਬੇਸਿਕਲੀ ਕਹਿ ਰਹੇ ਆ। ਪਾਲਿਸੀ ਆਫ ਬਲੂ ਵਾਟਰ ਦਾ ਮਤਲਬ ਸੀਗਾ ਵੀ ਜਿਹੜਾ ਸਮੁੰਦਰ ਹੈ, ਹਿੰਦੁਸਤਾਨ ਦੇ ਜਿਹੜੇ ਆਲੇ ਦੁਆਲੇ ਸਮੁੰਦਰ ਹੈ, ਇਹ ਕਹਿੰਦੇ ਅਸੀਂ ਇਹਨੂੰ ਕੰਟਰੋਲ ਕਰਾਂਗੇ, ਤੇ ਇੱਥੇ ਜੋ ਵੀ ਸ਼ਿਪ ਜਾਏਗਾ ਉਸ ਤੋਂ ਟੈਕਸ ਲੈਂਦੇ ਸੀ, ਤੇ ਜੇ ਕੋਈ ਨਹੀਂ ਦੇਗਾ ਉਹਦਾ ਜਹਾਜ਼ ਡੁਬੋ ਦਿੰਦੇ ਸੀਗੇ। ਇਸ ਕਰਕੇ ਪੈਸੇ ਇਹਨਾਂ ਕੋਲ ਵਧੀਆ ਆ ਜਾਂਦੇ ਸੀ। ਤੇ ਮਤਲਬ ਡੋਮੀਨੇਸ਼ਨ ਰੱਖਣੀ ਹੈ ਓਸ਼ਨ ਦੇ ਵਿੱਚ, ਇਹ ਇਹਨਾਂ ਦੀ ਪਾਲਿਸੀ ਆਫ ਬਲੂ ਵਾਟਰ ਹੈ। ਤੇ ਇਹ ਸਾਡੀ ਕਮੀ ਰਹੀ ਹੈ ਵੀ ਜਿੰਨੇ ਹਿੰਦੁਸਤਾਨ ਦੇ ਰਾਜੇ ਰਹੇ ਹੈ ਉਸ ਟਾਈਮ, ਕਿਸੇ ਨੇ ਨੇਵੀ ਨਹੀਂ ਬਣਾਈ। ਤੇ ਹਿਸਟੋਰੀਅਨ ਕਹਿੰਦੇ ਵੀ ਜੇ ਇੰਡੀਆ ਦੇ ਰਾਜੇ ਆਪਣੀ ਨੇਵੀ ਬਣਾ ਲੈਂਦੇ, ਉਹਨਾਂ ਦੀ ਨੇਵੀ ਹੁੰਦੀ ਵਧੀਆ, ਤੇ ਸ਼ਾਇਦ ਅੰਗਰੇਜ਼ ਇੱਥੇ ਨਾ ਟਿਕ ਪਾਉਂਦੇ।
ਇਹਨਾਂ ਦੀ ਨੇਵੀ ਬਹੁਤ ਵਧੀਆ ਸੀ ਤੇ ਸਭ ਤੋਂ ਵਧੀਆ ਸੀਗੀ ਇੰਗਲੈਂਡ ਦੀ ਜੀ। ਦੂਸਰਾ ਗਵਰਨਰ ਸੀਗਾ ਅਲਫੋਂਸੋ ਡੀ ਅਲਬੁਕਰਕ, ਇਹ ਸੈਕੰਡ ਗਵਰਨਰ ਹੈ। ਇਹਨੇ ਪਾਲਿਸੀ ਆਫ ਇੰਪੀਰੀਅਲਿਜ਼ਮ ਚਲਾਈ। ਯਾਦ ਰੱਖਣ ਦੀ ਲੋੜ ਨਹੀਂ ਹੈ, ਇੰਪੀਰੀਅਲਿਜ਼ਮ ਦਾ ਮਤਲਬ ਹੁੰਦਾ ਹੈ ਫੈਲਾਣਾ, ਆਪਣੇ ਸਾਮਰਾਜ ਨੂੰ ਵਧਾਉਣਾ। ਇੰਪੀਰੀਅਲਿਸਟਿਕ ਪਾਲਿਸੀਜ਼ ਇਹ ਹੁੰਦੀਆਂ ਜੀ। ਇਹਨੇ ਗੋਆ ਕੈਪਚਰ ਕੀਤਾ ਸੀ, ਜਿਹੜਾ ਬੀਜਾਪੁਰ ਦਾ ਰਾਜਾ ਸੀ ਉਸ ਤੋਂ ਕੈਪਚਰ ਕੀਤਾ ਸੀ। ਮੀਨਸ 1510 ਦੇ ਵਿੱਚ ਪੁਰਤਗਾਲੀਆਂ ਕੋਲ ਗੋਆ ਆਇਆ ਸੀ, ਉਸ ਤੋਂ ਪਹਿਲਾਂ ਨਹੀਂ ਸੀਗਾ, ਤਾਂ ਹੀ ਇਹ ਬਾਅਦ ਚ ਕੈਪੀਟਲ ਉੱਥੇ ਸ਼ਿਫਟ ਕਰਕੇ ਲੈ ਗਏ ਸੀਗੇ। ਤਾਂ ਤੀਸਰਾ ਤੁਹਾਨੂੰ ਨਾਮ ਯਾਦ ਹੋਣਾ ਚਾਹੀਦਾ ਨਾਨੋ ਡਕੂਨਾ। ਇਹਨੇ ਜਿਹੜੀ ਇਹ ਕੈਪੀਟਲ ਸ਼ਿਫਟ ਕੀਤੀ ਸੀ, ਠੀਕ ਹੈ ਜੀ। ਪਹਿਲਾਂ ਕਿੱਥੇ ਸੀ, ਕੋਚੀ, ਤੇ ਕਿੱਥੇ ਲੈ ਗਿਆ ਉਹ ਗੋਆ ਲੈ ਗਿਆ ਸੀ। ਉਸ ਤੋਂ ਇਲਾਵਾ ਜਿਹੜਾ ਦਿਊ ਦਾ ਏਰੀਆ ਹੈ ਤੇ ਬੈਸਨ, ਦਿਊ ਗੁਜਰਾਤ ਦੇ ਥੱਲੇ ਨੂੰ ਇੱਕ ਛੋਟਾ ਜਿਹਾ ਟਾਪੂ ਹੈ ਨਾ, ਜੇ ਜ਼ੂਮ ਕਰਕੇ ਦੇਖੋਗੇ ਨਾ ਮੈਪ ਤੇ ਫਿਰ ਦਿਖ ਜਾਂਦਾ, ਅਦਰਵਾਈਜ਼ ਨਹੀਂ ਦਿਖਦਾ। ਤੇ ਬੈਸਨ ਬੰਬੇ ਕੋਲ ਹੈ ਜੀ। ਕਿੱਥੋਂ ਕੈਪਚਰ ਕੀਤੇ ਸੀ, ਗੁਜਰਾਤ ਦਾ ਜਿਹੜਾ ਰਾਜਾ ਸੀ ਬਹਾਦੁਰ ਸ਼ਾਹ, ਉਸ ਤੋਂ ਕੈਪਚਰ ਕੀਤੇ ਸੀ। ਤੇ ਇਸੇ ਦੇ ਸਮੇਂ ਜਿਹੜਾ ਤੁਸੀਂ ਨਾਮ ਸੁਣਿਆ ਸੈਂਟ ਜ਼ੇਵੀਅਰ ਸਕੂਲ ਵੀ ਹੈਗਾ, ਸੈਂਟ ਜ਼ੇਵੀਅਰ, ਉਹ ਜਿਹੜਾ ਸੰਤ ਸੀ ਫ੍ਰੈਂਕਿਸ ਜ਼ੇਵੀਅਰ, ਉਹ ਇੰਡੀਆ 'ਚ ਆਇਆ ਸੀ ਜੀ। ਇਹ ਕੁਐਸਚਨ ਆ ਜਾਂਦਾ ਵੀ ਸੰਤ ਜ਼ੇਵੀਅਰ ਜਾਂ ਸੇਂਟ ਜ਼ੇਵੀਅਰ ਕਦੋਂ ਆਇਆ ਸੀ, ਜਦੋਂ ਨਾਨੋ ਡਕੂਨਾ ਦਾ ਟਾਈਮ ਹੈ ਉਦੋਂ ਆਇਆ ਸੀ ਜੀ ਉਹ। ਤੇ ਬਾਅਦ 'ਚ ਜਿਹੜਾ ਸੈਲੇਸਿਟ ਦਾ ਏਰੀਆ ਤੇ ਬੈਸਨ ਦਾ ਏਰੀਆ, ਇਹ ਮਰਾਠਾ ਨੇ ਇਹਨਾਂ ਤੋਂ ਕੈਪਚਰ ਕਰ ਲਿਆ ਸੀ। ਤੇ ਲਾਸਟ ਦੇ ਵਿੱਚ ਇਹਨਾਂ ਕੋਲ ਕੀ ਰਹਿ ਗਿਆ ਸੀ, ਦੋ ਤਿੰਨ ਚੀਜ਼ਾਂ ਰਹਿ ਗਈ ਸੀ, ਗੋਆ, ਦਿਊ ਤੇ ਦਮਨ, ਜਿਹੜਾ ਕਿ 1961 ਚ ਇੰਡੀਆ ਨੇ ਉਹ ਵੀ ਲੈ ਲਈ ਨਾ ਤੋਂ, ਤੇ 1961 ਤੱਕ ਇੱਥੇ ਰਹੇ। ਤੇ ਪੋਰਚੁਗੀਜ਼ ਬਾਰੇ ਇੱਕ ਚੀਜ਼ ਕਹੀ ਜਾਂਦੀ ਹੈ ਕਿ ਜਿਹੜੇ ਪੁਰਤਗਾਲੀ ਸੀਗੇ ਸਭ ਤੋਂ ਪਹਿਲਾਂ ਆਏ ਸੀਗੇ ਪਰ ਸਭ ਤੋਂ ਬਾਅਦ ਦੇ ਵਿੱਚ ਗਏ ਹੈ। ਦੇ ਵਰ ਦ ਫਰਸਟ ਟੂ ਕਮ ਐਂਡ ਲਾਸਟ ਟੂ ਗੋ। ਫਰਸਟ ਟੂ ਕਮ ਐਂਡ ਲਾਸਟ ਟੂ ਗੋ। ਠੀਕ ਹੈ, ਕਈ ਵਾਰ ਕੁਐਸਚਨ ਆ ਜਾਂਦਾ ਵੀ ਕਿਹੜਾ ਸਭ ਤੋਂ ਪਹਿਲਾਂ ਆਇਆ ਸੀ ਯੂਰੋਪੀਅਨ ਕੰਟਰੀ ਤੇ ਸਭ ਤੋਂ ਲਾਸਟ 'ਚ ਗਿਆ। ਪੁਰਤਗਾਲੀ ਸਭ ਤੋਂ ਪਹਿਲਾਂ, ਸਭ ਤੋਂ ਲਾਸਟ 'ਚ ਗਏ। ਅਸੀਂ ਕਈ ਵਾਰੀ ਭੁੱਲ ਜਾਂਦੇ ਵੀ ਅੱਛਾ ਐਵੇਂ ਹੋਇਆ ਸੀ। ਚਲੋ ਉਸ ਤੋਂ ਬਾਅਦ ਡੱਚ ਆਏ। ਡੱਚ ਦਾ ਐਡਾ ਕੋਈ ਹੈ ਨਹੀਂ, ਬਸ ਇਹ ਹੈ ਕਿ ਪੁਰਤਗਾਲੀਜ਼ ਵੀਕ ਹੋ ਗਏ ਸੀ ਕਿਉਂਕਿ ਉਹਨਾਂ ਦੇ ਆਪਣੇ ਜਿਹੜੇ ਇੰਟਰਸਟ ਸੀਗੇ ਯੂਰਪ ਤੇ ਉਹ ਬਦਲ ਗਏ ਸੀਗੇ। ਤੇ ਇਹਨਾਂ ਤੋਂ ਬਾਅਦ ਜੇ ਕੋਈ ਇੱਥੇ ਪਾਵਰਫੁਲ ਬਣਿਆ ਹੈ ਉਹ ਡੱਚ ਸੀਗੇ, ਹਾਲੈਂਡ ਦੇ ਸੀਗੇ ਜੀ। ਇਹਨਾਂ ਦਾ ਜਿਹੜਾ ਮੇਨ ਸੈਂਟਰ ਸੀਗਾ ਪੁਲਕਿਤ ਸੀਗਾ। ਪੁਲਕਿਤ ਇੱਕ ਲੇਕ ਹੈ, ਅੱਜ ਦੀ ਡੇਟ 'ਚ ਮੈਪ 'ਚ ਲੱਭ ਲਿਓ ਕਿੱਥੇ ਹੈ, ਠੀਕ ਹੈ, ਈਸਟ ਕੋਸਟ ਤੇ ਲੱਭੇਗੀ ਜੀ। ਬਾਅਦ 'ਚ ਇਹਨਾਂ ਨੇ ਉਹਨੂੰ ਜਿਹੜਾ ਨਵਾਂ ਏਰੀਆ ਸੀ ਨਾਗਪਟਮ, ਉਹਨੂੰ ਆਪਣਾ ਹੈੱਡਕੁਆਟਰ ਬਣਾ ਲਿਆ। ਤੇ ਇੱਕ ਲੜਾਈ ਹੋਈ ਸੀ ਅੰਗਰੇਜ਼ਾਂ ਦੀ ਤੇ ਇਹਨਾਂ ਨਾਲ ਬੈਟਲ ਆਫ ਬੇਦਾਰਾ, ਉਸ 'ਚ ਹਾਰ ਗਏ ਸੀਗੇ। ਬੇਸਿਕਲੀ ਇੰਡੀਆ ਦੇ ਜਿਹੜੇ ਰਾਜਾ ਸੀ ਉਹਦੀ ਮਦਦ ਕਰ ਰਹੇ ਸੀ ਪਰ ਅੰਗਰੇਜ਼ਾਂ ਨੇ ਹਰਾਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਵੀ ਜਿਹੜਾ ਸੂਰਜ ਹੈ ਉਹ ਅਸਤ ਹੋ ਗਿਆ ਜੀ। ਤੇ ਇਸੇ ਦੌਰਾਨ ਫਿਰ ਆ ਚੁੱਕੇ ਸੀ ਇੰਗਲਿਸ਼। ਕੁਐਸਚਨ ਇਹ ਆਂਦਾ ਵੀ ਸਭ ਤੋਂ ਪਹਿਲਾਂ ਕੌਣ ਆਇਆ ਸੀ। ਆਪਾਂ ਗੱਲ ਕਰਦੇ ਹਾਂ ਇੰਗਲਿਸ਼, ਵਿਲੀਅਮ ਹੌਕਿੰਸ ਆਏ ਸੀ। ਐਕਚੁਅਲੀ ਤੇ ਈਸਟ ਇੰਡੀਆ ਕੰਪਨੀ ਦੇ ਬੰਦੇ ਹੈ। ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੌਨ ਮਿਡਨ ਹਾਲ ਜਾਂ ਮਾਈਲਡਨ ਹਾਲ ਜਿਹੜਾ ਇਹ ਆਇਆ ਸੀ, ਮਰਚੈਂਟ ਸੀਗਾ। ਤੇ 1599 ਦੇ ਵਿੱਚ ਉਦੋਂ ਕੌਣ ਸੀਗਾ ਇੰਡੀਆ ਦਾ ਰਾਜਾ, ਉਦੋਂ ਮੁਗਲ ਸੀਗੇ ਤੇ ਅਕਬਰ ਰਾਜ ਕਰਦਾ ਸੀ ਹਿੰਦੁਸਤਾਨ ਤੇ। ਕਿਉਂਕਿ ਅਕਬਰ ਦੀ ਜਿਹੜੀ ਡੈਥ ਹੈ ਉਹ 1605 ਦੇ ਵਿੱਚ ਹੋਈ ਹੈ। ਇਹਦਾ ਮਤਲਬ ਇਹਦੋਂ ਕੌਣ ਹੋਏਗਾ, ਅਕਬਰ ਹੋਏਗਾ। ਤੇ ਅਕਬਰ ਦੇ ਟਾਈਮ ਤੇ ਇੱਕ ਇੰਗਲੈਂਡ ਦਾ ਇੰਗਲਿਸ਼ ਜਿਹੜਾ ਮਰਚੈਂਟ ਸੀ ਕੋ ਆਇਆ ਸੀ, ਸੋ ਹੀ ਵਾਸ ਦਾ ਫਰਸਟ ਇੰਗਲਿਸ਼ਮੈਨ ਜਿਹੜਾ ਇੰਡੀਆ 'ਚ ਆਇਆ ਸੀ। ਇਹ ਬਣ ਗਿਆ ਸਵਾਲ ਤੁਹਾਡਾ, ਠੀਕ ਹੈ ਜੀ। ਤੇ ਇਹਨਾਂ ਦੀ ਜਿਹੜੀ ਕੰਪਨੀ ਹੈ ਈਸਟ ਇੰਡੀਆ ਕੰਪਨੀ, ਇੰਗਲਿਸ਼ ਈਸਟ ਇੰਡੀਆ ਕੰਪਨੀ, ਇਹ 1600 ਈਸਵੀ ਦੇ ਵਿੱਚ ਬਣਾਈ ਗਈ ਹੈ। ਤੇ 1608 ਦੇ ਵਿੱਚ ਕੈਪਟਨ ਵਿਲੀਅਮ ਹੌਕਿੰਸ ਹਿੰਦੁਸਤਾਨ ਆਇਆ ਸੀ ਤੇ ਕਿਹਦੇ ਦਰਬਾਰ 'ਚ ਆਇਆ ਸੀ, ਓਬਵੀਅਸ ਹੈ ਅਕਬਰ ਤੋਂ ਬਾਅਦ ਉਹਦਾ ਬੇਟਾ ਜਿਹੜਾ ਸੀਗਾ ਸਲੀਮ, ਉਹ ਰਾਜਾ ਬਣ ਗਿਆ ਸੀ ਤੇ ਉਹਨੇ ਆਪਣਾ ਜਿਹੜਾ ਟਾਈਟਲ ਕੀ ਰੱਖਿਆ ਸੀ, ਜਹਾਂਗੀਰ। ਆਪਾਂ ਜਹਾਂਗੀਰ ਦੇ ਨਾਮ ਨਾਲ ਜਾਣਦੇ ਹਾਂ, ਸਲੀਮ ਨੂੰ ਇਹਨਾਂ ਨਹੀਂ ਜਾਣਦੇ। ਸਲੀਮ ਦਾ ਪਤਾ ਨਹੀਂ, ਲੱਗਦਾ ਕੋਈ ਮੁੰਡਾ ਹੋਏਗਾ ਛੋਟਾ ਜਿਹਾ, ਹੈ ਨਾ, ਜਿਹੜਾ ਰਾਜਾ ਸੀ ਸਲੀਮ ਨਹੀਂ ਸੀਗਾ, ਐਵੇਂ ਲੱਗਦਾ ਕਈਆਂ ਨੂੰ। ਚਲੋ, ਤੇ ਇਹਨਾਂ ਨੇ ਫਿਰ ਫੈਕਟਰੀ ਖੋਲੀ, ਇਹਨਾਂ ਨੂੰ ਪਰਮਿਸ਼ਨ ਮਿਲ ਗਈ ਸੀ ਜਹਾਂਗੀਰ ਤੋਂ। ਜਿਹੜੀ ਪਹਿਲੀ ਫੈਕਟਰੀ ਹੈ ਉਹ ਇਹਨਾਂ ਦੀ ਸੂਰਤ ਦੇ ਵਿੱਚ ਖੁੱਲੀ ਹੈ। ਕਦੋਂ, 1613 ਦੇ ਵਿੱਚ, ਕਿਉਂਕਿ ਜਹਾਂਗੀਰ ਨੇ ਫਰਮਾਨ ਦਿੱਤਾ ਸੀ ਨਾ ਕਿ ਜਾਓ, ਅਲਾਓ ਕਰਦੇ ਆ। ਉਸ ਤੋਂ ਬਾਅਦ ਸਰ ਥਾਮਸ ਰੋ ਆਇਆ ਸੀ। ਇਹ ਕੌਣ ਸੀ, ਇਹ ਅੰਬੈਸਡਰ ਸੀ ਉਸ ਟਾਈਮ, ਜਿਹੜਾ ਰਾਜਾ ਸੀ ਇੰਗਲੈਂਡ ਦਾ ਜੇਮਸ ਵਨ, ਉਹਨੇ ਭੇਜਿਆ ਸੀ ਜਹਾਂਗੀਰ ਦੇ ਕੋਰਟ ਦੇ ਵਿੱਚ 1615 ਦੇ ਵਿੱਚ। ਕਿਉਂ ਭੇਜਿਆ ਸੀ, ਵੀ ਟ੍ਰੇਡ ਕਰਨ ਦੀ ਪਰਮਿਸ਼ਨ ਲੈਣ ਲਈ। ਦੂਸਰਾ, ਜਿਹੜਾ ਇੰਡੀਆ ਹੈ ਉੱਥੇ ਮੁਗਲ ਅੰਪਾਇਰ ਸੀਗੀ, ਜਿੰਨੇ ਵੀ ਏਰੀਆ 'ਚ ਸੀਗੀ, ਤੇ ਉੱਥੇ ਅਲੱਗ-ਅਲੱਗ ਜਗ੍ਹਾ ਤੇ ਉਹ ਫੈਕਟਰੀ ਬਣਾ ਸਕਣ, ਉਹਦੀ ਪਰਮਿਸ਼ਨ ਲੈਣ ਲਈ ਆਇਆ ਸੀ ਜੀ, ਠੀਕ ਹੈ। ਤੇ ਉਸ ਤੋਂ ਬਾਅਦ
ਜਿਹੜਾ ਬੰਬੇ ਹੈ ਉਹ ਸੀਗਾ ਤਾਂ ਕਿਸੇ ਹੋਰ ਕੋਲ, ਠੀਕ ਹੈ ਜੀ। ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਲੀਜ਼ ਤੇ ਲੈ ਲਿਆ। ਤੇ ਇਹਦਾ ਮਤਲਬ ਈਸਟ ਇੰਡੀਆ ਕੰਪਨੀ ਕੋਲ ਬੰਬੇ ਕਿੱਥੋਂ ਆਇਆ, ਜਿਹੜਾ ਰਾਜਾ ਸੀ ਚਾਰਲਸ ਟੂ, ਉਹਨੂੰ ਦਹੇਜ ਚ ਮਿਲਿਆ ਸੀ ਜੀ, ਡੌਰੀ ਚ ਮਿਲਿਆ ਸੀ। ਕੈਥਰੀਨ ਬਰਗੰਜ਼ਾ ਜਿਹੜੀ ਸਪੇਨ ਦੀ ਰਾਣੀ ਸੀ, ਉਹਦੇ ਨਾਲ ਵਿਆਹ ਹੋਇਆ ਸੀ, ਉਹਨੂੰ ਡੌਰੀ ਚ ਮਿਲ ਗਿਆ। ਤੇ ਉਹਨੇ ਉਹ ਬੰਬੇ ਲੀਜ਼ ਤੇ ਕਿਰਾਏ ਤੇ ਇਹਨਾਂ ਨੂੰ ਦੇਤਾ ਸੀ, ਈਸਟ ਇੰਡੀਆ ਕੰਪਨੀ। ਤੇ ਐਵੇਂ ਇਹਨਾਂ ਦਾ ਹੈੱਡਕੁਆਟਰ ਬੰਬੇ ਬਣਿਆ ਸੀ। 1690 ਦੇ ਵਿੱਚ ਇੱਕ ਬੰਦੇ ਦਾ ਨਾਮ ਯਾਦ ਰੱਖੋ, ਜੌਬ ਚਾਰਨੋਕ। ਉਹਨੇ ਸੁਤੰਤੀ ਤੇ ਫੈਕਟਰੀ ਬਣਾਈ ਤੇ ਉਹਨੂੰ ਤਿੰਨ ਪਿੰਡ ਸੀਗੇ ਉਹਨਾਂ ਦੀ ਜ਼ਮੀਂਦਾਰੀ ਮਿਲੀ, ਸੁਤੰਤੀ, ਕਲਿਕਾਤਾ ਤੇ ਗੋਬਿੰਦਪੁਰ। ਇਹ ਤਿੰਨ ਸਿਟੀ ਜਿਹੜੇ ਨੇ ਅੱਜ ਇਹਨਾਂ ਨੂੰ ਕੈਲਕਟਾ ਕਿਹਾ ਜਾਂਦਾ ਹੈ ਜੀ। ਐਵੇਂ ਕੈਲਕਟਾ ਬਣਿਆ ਸੀ। ਤੇ ਬਾਅਦ ਚ ਉਹਨਾਂ ਨੇ ਕੀ ਕੀਤਾ, ਇਹਨਾਂ ਦੀ ਚਾਰ ਦੀਵਾਰੀ ਕਰਕੇ ਉੱਥੇ ਪੂਰਾ ਜਿਵੇਂ ਕਿਲਾ ਹੁੰਦਾ ਆਪਣਾ ਉਵੇਂ ਬਣਾ ਲਿਆ, ਫੋਰਟੀਫਿਕੇਸ਼ਨ ਕਰ ਲਈ, ਤੇ ਇਹਦਾ ਨਾਮ ਰੱਖਿਆ ਗਿਆ ਫੋਰਟ ਵਿਲੀਅਮ। ਤੇ ਕਿਹੜਾ ਇਲਾਕਾ ਹੈ ਕੈਲਕਟਾ ਦਾ, ਇਹਦਾ ਮਤਲਬ ਜਿਹੜਾ ਕੈਲਕਟਾ ਦਾ ਹੈੱਡਕੁਆਟਰ ਸੀ ਬ੍ਰਿਟਿਸ਼ਰਸ ਦਾ, ਉਹਦਾ ਨਾਮ ਸੀਗਾ ਫੋਰਟ ਵਿਲੀਅਮ। ਤੇ ਜੇ ਕਿਤਾਬ 'ਚ ਕਿਤੇ ਲਿਖਿਆ ਨਾ ਫੋਰਟ ਵਿਲੀਅਮ, ਇਹਦਾ ਮਤਲਬ ਕੈਲਕਟਾ ਹੈੱਡਕੁਆਟਰ ਦੀ ਗੱਲ ਹੋ ਰਹੀ ਹੈ, ਜਿਹੜਾ ਕਿ ਬ੍ਰਿਟਿਸ਼ਰਸ ਦਾ ਸੀ। ਇਹ ਇਦਾਂ ਦੇ ਕੁਐਸਚਨ ਆ ਜਾਂਦੇ, ਫੋਰਟ ਵਿਲੀਅਮ ਕਿਹਦਾ ਹੈੱਡਕੁਆਟਰ ਸੀ, ਕੈਲਕਟਾ 'ਚ, ਬ੍ਰਿਟਿਸ਼ਰ ਦਾ ਸੀ। ਤੇ ਜਿਹੜਾ ਇਹਨਾਂ ਦਾ ਬਾਅਦ 'ਚ ਮਦਰਾਸ 'ਚ ਬਣਿਆ, ਉਹਨੂੰ ਕਹਿੰਦੇ ਸੈਂਟ ਡੇਵਿਡ, ਠੀਕ ਹੈ, ਇਹ ਮਦਰਾਸ 'ਚ ਸੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਫ੍ਰੈਂਚ ਦੀ। ਫ੍ਰੈਂਚ ਦੀ ਜਿਹੜੀ ਕੰਪਨੀ ਉੱਥੇ ਮਿਨਿਸਟਰ ਸੀਗਾ ਕੋਲਬਰਟ, ਉਹਨੇ ਬਣਾਈ ਸੀ। ਤੇ ਖਾਸ ਗੱਲ ਕੀ ਹੈ, ਸਟੇਟ ਪੈਟਰੋਨੇਜ ਦੇ ਵਿੱਚ ਬਣੀ ਹੈ 1664 ਦੇ ਵਿੱਚ। ਸਟੇਟ ਪੈਟਰੋਨੇਜ ਦਾ ਮਤਲਬ ਕੀ ਹੈ, ਸਰਕਾਰ ਬਣਾ ਰਹੀ ਹੈ। ਇੰਗਲੈਂਡ ਦੀ ਜਿਹੜੀ ਕੰਪਨੀ ਸੀ ਉਹ ਪ੍ਰਾਈਵੇਟ ਲੋਕਾਂ ਦੀ ਸੀ, ਤੇ ਇਸ ਕਰਕੇ ਇਹਦਾ ਮਤਲਬ ਫਰਕ ਹੋਏਗਾ ਦੋਨਾਂ 'ਚ, ਇੱਕ ਸਰਕਾਰੀ ਕੰਪਨੀ, ਇੱਕ ਪ੍ਰਾਈਵੇਟ ਕੰਪਨੀ ਹੈ। ਤੇ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹਦੇ ਕੋਲ ਜ਼ਿਆਦਾ ਫ੍ਰੀडम ਹੋਏਗੀ ਜਾਂ ਜ਼ਿਆਦਾ ਆਜ਼ਾਦੀ ਹੋਏਗੀ ਕੰਮ ਕਰਨ ਦੀ, ਜਿਹੜੀ ਸਰਕਾਰੀ ਕੰਪਨੀ ਕੋਲ ਨਹੀਂ ਹੋ ਸਕਦੀ। ਤੇ ਹਿਸਟੋਰੀਅਨ ਕਹਿੰਦੇ ਇਹ ਵੀ ਇੱਕ ਕਾਰਨ ਸੀਗਾ ਕਿ ਫ੍ਰੈਂਚ ਇੱਥੇ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੀ। ਤੇ ਪਹਿਲੀ ਫੈਕਟਰੀ ਇਹਨਾਂ ਦੀ 1668 ਦੇ ਵਿੱਚ ਲੱਗੀ ਹੈ, ਕਿੱਥੇ, ਸੂਰਤ ਦੇ ਵਿੱਚ। ਕਿਹਨੇ ਲਗਵਾਈ ਹੈ, ਫ੍ਰੈਂਕੋਇਸ ਕੈਰੋਨ ਨੇ ਲਵਾਈ ਹੈ ਜੀ। ਤੇ ਉਸ ਤੋਂ ਬਾਅਦ ਮਸੂਲੀਪਟਨਮ ਅਗਲੇ ਸਾਲ ਉੱਥੇ ਲਵਾ ਲਈ ਸੀ, ਰਾਈਟ। ਉਸ ਤੋਂ ਬਾਅਦ ਇਹਨਾਂ ਨੇ ਕੁਝ ਏਰੀਆ ਕੈਪਚਰ ਕੀਤੇ, ਜਿਵੇਂ ਮਾਹੇ ਹੋ ਗਿਆ, ਮਾਲਾਬਾਰ ਦੇ ਵਿੱਚ, ਜਨਮ ਹੈ ਕੋਰੋਮੰਡਲ ਚ ਹੈ, ਤੇ ਕਰਾਈਕਲ ਤਾਮਿਲਨਾਡੂ ਚ ਹੈ। ਕੁਝ ਇਹਨਾਂ ਨੇ ਏਰੀਆ ਹੋਰ ਕੈਪਚਰ ਕਰ ਲਏ। ਫਿਰ ਇੱਥੇ ਇੱਕ ਨਵਾਂ ਗਵਰਨਰ ਆਇਆ ਇਹਨਾਂ ਦਾ ਡੁਪਲਿਕਸ। ਇਹਦੇ ਆਉਣ ਤੋਂ ਬਾਅਦ ਪ੍ਰੋਬਲਮ ਸ਼ੁਰੂ ਹੋ ਗਈ, ਇਹਨਾਂ ਦੀ ਤੇ ਬ੍ਰਿਟਿਸ਼ਰਸ ਦੀ, ਅੰਗਰੇਜ਼ਾਂ ਦੀ ਲੜਾਈ ਸ਼ੁਰੂ ਹੋ ਗਈ। ਤੇ ਤਿੰਨ ਲੜਾਈਆਂ ਹੋਈਆਂ ਸੀਗੀਆਂ, ਜਿਨ੍ਹਾਂ ਨੂੰ ਐਂਗਲੋ ਫ੍ਰੈਂਚ ਕਨਫਲਿਕਟ ਜਾਂ ਐਂਗਲੋ ਫ੍ਰੈਂਚ ਵਾਰ ਜਾਂ ਕਰਨਾਟਕ ਵਾਰ ਕਿਹਾ ਜਾਂਦਾ ਹੈ। ਜੇ ਕਰਨਾਟਕ ਵਾਰ ਕਿਤੇ ਲਿਖਿਆ ਹੈ ਤੇ ਸਮਝ ਲਿਓ ਅੰਗਰੇਜ਼ਾਂ ਦੀ, ਯਾਨੀ ਇੰਗਲੈਂਡ ਦੇ ਲੋਕਾਂ ਦੀ, ਯਾਨੀ ਕਿ ਇੰਗਲੈਂਡ ਜਿਹੜੀ ਕੰਪਨੀ ਸੀ। ਦੂਸਰਾ ਫਰਾਂਸ ਦੀ, ਇਹਨਾਂ ਦੀ ਲੜਾਈ ਨੂੰ ਆਪਾਂ ਕਰਨਾਟਿਕ ਵਾਰ ਕਹਿੰਦੇ ਆ। ਤੇ ਹੋਇਆ ਕੀ, ਰਿਜ਼ਲਟ ਇਹ ਸੀ ਕਿ ਫਰਾਂਸੀਸੀ ਹਾਰ ਗਏ ਸੀਗੇ। ਇੱਕ ਟ੍ਰੀਟੀ ਹੋਈ ਸੀ, ਤੇ ਉਸ ਤੋਂ ਬਾਅਦ ਇਹਨਾਂ ਨੇ ਕਹਿਤਾ ਵੀ ਅਸੀਂ ਇੰਟਰਫੀਅਰ ਨਹੀਂ ਕਰਾਂਗੇ ਇੰਡੀਆ ਦੇ ਵਿੱਚ। ਜਿਹੜੇ ਇਹਨਾਂ ਦੇ ਕੁਝ ਏਰੀਆ ਸੀਗੇ ਉਹ ਇਹਨਾਂ ਨੂੰ ਦੇ ਦਿੱਤੇ ਗਏ। ਤੇ ਇੰਡੀਆ ਜਦ ਆਜ਼ਾਦ ਹੋਇਆ ਤੇ ਨਵਾਂ ਇੰਡੀਆ ਬਣਿਆ 1961 ਤੱਕ ਇਹ ਉੱਥੇ ਹੀ ਰਹੇ ਹੈ। ਇਹਦੀ ਕੱਲ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕਿ ਵੀ ਪੌਂਡੀਚੇਰੀ ਹੈਗਾ ਕਿਹਦੇ ਕੰਟਰੋਲ ਸੀਗਾ, ਫ੍ਰੈਂਚ ਦੇ ਕੰਟਰੋਲ ਸੀਗਾ। ਅਸੀਂ ਇੰਗਲੈਂਡ ਤੋਂ ਆਜ਼ਾਦੀ ਲਈ ਸੀ, ਫ੍ਰੈਂਚ ਦੇ ਏਰੀਆ ਫ੍ਰੈਂਚ ਦੇ ਹੀ ਰਹੇ। ਉਹਨਾਂ ਤੋਂ ਬਾਅਦ ਚ ਆਪਾਂ ਜ਼ਬਰਦਸਤੀ ਕਹਿ ਲਓ ਆਰਮੀ ਉਰਮੀ ਭੇਜ ਕੇ ਕੈਪਚਰ ਕੀਤਾ ਗਿਆ ਇਹਨਾਂ ਦੇ ਏਰੀਆ ਨੂੰ, ਰਾਈਟ। ਹੁਣ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਜਿਹੜੀ ਇਹਨਾਂ ਦੀ ਕਰਨੈਟਿਕ ਵਾਰ ਹੈ। ਕਰਨੈਟਿਕ ਵਾਰ ਹੋ ਕਿਉਂ ਰਹੀ ਹੈ, ਸਿੰਪਲ ਜੀ ਗੱਲ ਹੈ, ਦੇਖ ਲਓ। ਕਾਰਨ ਤਾਂ ਇਹਨਾਂ ਦੇ ਅਲੱਗ-ਅਲੱਗ ਹੋਣਗੇ ਜੀ ਵਾਰਸ ਦੇ, ਪਰ ਸਿੰਪਲ ਹੈ, ਇਹ ਕੰਪਨੀ ਹੈ ਨਾ। ਇਹ ਕੋਈ ਉਹ ਨਹੀਂ ਹੈਗੇ ਕਿ ਰਾਜੇ ਮਹਾਰਾਜੇ ਨਹੀਂ ਹੈਗੇ। ਇਹ ਜਿੰਨੀ ਵੀ ਆਪਾਂ ਗੱਲ ਕरें ਸਾਰੀ ਕੰਪਨੀਆਂ ਆਈਆਂ, ਤੇ ਕੰਪਨੀ ਨੂੰ ਕੀ ਹੁੰਦਾ, ਕੰਪੀਟੀਸ਼ਨ। ਤੇ ਉਹ ਚਾਹੁੰਦੇ ਉਹਨਾਂ ਦਾ ਕੋਈ ਕੰਪੀਟੀਟਰ ਜਿਹੜਾ ਹੈਗਾ ਉਹ ਨਾ ਹੋਵੇ। ਤੇ ਕੰਪੀਟੀਟਰ ਨਾਲ ਕੀ ਕਰਦੇ ਆ, ਕੰਪੀਟੀਸ਼ਨ 'ਚ ਕੁਝ ਵੀ ਉਹ ਕਰ ਸਕਦੇ ਆ। ਤੇ ਕੁਝ ਦਾ ਮਤਲਬ ਕੀ ਸੀਗਾ, ਲੜਾਈ ਕਰਨੀ ਪਈ ਤਾਂ ਆਪਾਂ ਲੜਾਈ ਵੀ ਕਰਾਂਗੇ, ਪਰ ਕੰਪੀਟੀਟਰ ਨੂੰ ਇੱਥੋਂ ਹਟਾਵਾਂਗੇ। ਇਹ ਤਰੀਕਾ ਸੀਗਾ ਬੇਸਿਕਲੀ। ਇਹ ਥੋੜਾ ਜਿਹਾ ਆਈਡੀਆ ਹੋਣਾ ਚਾਹੀਦਾ ਕਦੋਂ ਹੋਈ ਸੀ। ਪਹਿਲੀ ਜਿਹੜੀ ਲੜਾਈ ਇਹਨਾਂ ਦੀ 1746 ਤੋਂ ਲੈ ਕੇ 48, 4 ਸਾਲ ਪਹਿਲੀ ਚੱਲੀ। ਸਾਲ ਕੇ ਬਾਅਦ ਦੁਬਾਰਾ ਫੇਰ ਸ਼ੁਰੂ ਹੋ ਗਈ, 49 ਤੋਂ ਲੈ ਕੇ 54 ਤੱਕ ਇਹ ਚੱਲੀ, ਇੰਨੇ ਸਾਲ ਚੱਲੀ। ਤੇ ਸਾਲ 2 ਸਾਲ ਬਾਅਦ ਫੇਰ ਸ਼ੁਰੂ ਹੋ ਗਈ, 1763 ਤੱਕ ਇਹ ਚੱਲੀ। ਯਾਨੀ ਕਿ 1746 ਤੋਂ ਲੈ ਕੇ 1763 ਤੱਕ 3 ਵਾਰ ਲੜੇ ਇੱਥੇ ਜਿਹੜੇ ਅੰਗਰੇਜ਼ ਸੀਗੇ ਤੇ ਫਰਾਂਸੀਸੀ ਸੀਗੇ। ਤੇ ਅਲਟੀਮੇਟਲੀ ਰਿਜ਼ਲਟ ਇਹ ਨਿਕਲਿਆ ਕਿ ਫ੍ਰੈਂਚ ਹਾਰ ਗਏ ਸੀਗੇ। ਤੇ ਹੁਣ ਕੱਲੇ ਕੌਣ ਰਹਿ ਗਏ, ਕੱਲੇ ਸਿਰਫ ਔਰ ਸਿਰਫ ਇੰਗਲਿਸ਼ ਰਹਿ ਗਏ ਸੀਗੇ। ਹੁਣ ਇੰਡੀਆ ਉਹਨਾਂ ਦੇ ਸਾਹਮਣੇ ਖੁੱਲਾ ਪਿਆ ਸੀ ਵੀ ਜੋ ਕਰਨਾ ਕਰੋ, ਪੂਰਾ ਟ੍ਰੇਡ ਉਹ ਕੰਟਰੋਲ ਕਰ ਸਕਦੇ ਸੀ। ਮੋਨੋਪਲੀ
ਉਹਨਾਂ ਦੀ ਹੋਗੀ ਜੀ, ਵੀ ਇਕੱਲੇ ਹੀ ਸੀਗੇ, ਜੋ ਮਰਜ਼ੀ ਰੇਟ ਖਰੀਦਣ, ਜੋ ਮਰਜ਼ੀ ਰੇਟ ਉਹ ਵੇਚਣ, ਕੋਈ ਚੈਲੰਜ ਨਹੀਂ ਹੈਗਾ ਉਹਨਾਂ ਨੂੰ। ਠੀਕ ਹੈ, ਚਾਰ ਗੱਲਾਂ ਪੈਨਾਂ ਬਾਰੇ ਆਪਾਂ ਕਰਾਂਗੇ। ਵੀ ਜਿਹੜੀ ਪਹਿਲੀ ਵਾਰ ਹੈ ਸਾਨੂੰ ਪਤਾ ਲੱਗ ਗਿਆ ਹੋਈ ਕਿਉਂ ਸੀਗੀ। ਐਕਚੁਅਲੀ ਉਹਦਾ ਕਾਰਨ ਇੱਥੇ ਨਹੀਂ ਸੀਗਾ, ਇੰਗਲੈਂਡ ਦੇ ਵਿੱਚ ਜਿਹੜਾ ਆਸਟਰੀਆ ਹੈ ਉੱਥੇ ਲੜਾਈ ਚੱਲ ਰਹੀ ਸੀ, ਵਾਰ ਆਫ ਸਕਸੈਸ਼ਨ। ਵਾਰ ਆਫ ਸਕਸੈਸ਼ਨ ਮਤਲਬ ਗੱਦੀ ਲਈ ਲੜਾਈ ਚੱਲ ਰਹੀ ਸੀ, ਵੀ ਗੱਦੀ ਤੇ ਅਗਲਾ ਰਾਜਾ ਕੌਣ ਬਣੇਗਾ, ਹੋ ਰਹੀ ਸੀ ਉੱਥੇ। ਤੇ ਉੱਥੇ ਇੱਕ ਨੂੰ ਹੈਲਪ ਕਰ ਰਹੇ ਸੀ ਬ੍ਰਿਟਿਸ਼ਰਸ, ਇੱਕ ਦੂਸਰੇ ਗਰੁੱਪ ਸੀਗੇ। ਤੇ ਉੱਥੇ ਯੂਰਪ ਦੇ ਵਿੱਚ ਇੱਕ ਪਾਸੇ ਇੰਗਲੈਂਡ ਸੀ, ਇੱਕ ਪਾਸੇ ਫਰਾਂਸ ਸੀ। ਤੇ ਉਹ ਲੜਾਈ ਇੱਥੇ ਤੱਕ ਵੀ ਆ ਗਈ ਲੜਦੇ ਲੜਦੇ, ਕਿਉਂਕਿ ਉਹ ਉੱਥੇ ਲੜ ਰਹੇ ਸੀ, ਇਹ ਵੀ ਲੜ ਪਏ ਇੱਥੇ। ਤੇ ਇੱਕ ਬੈਟਲ ਹੋਈ ਹੈ ਅਦਿਆਰ। ਠੀਕ ਹੈ ਜੀ, ਬੈਟਲ ਆਫ ਅਡਿਆਰ, ਇਹਨੂੰ ਬੈਟਲ ਆਫ ਸੈਂਟ ਥੋਮ ਵੀ ਕਿਹਾ ਜਾਂਦਾ ਹੈ। ਸੈਂਟ ਥੋਮ ਮਦਰਾਸ ਦੀ ਗੱਲ ਹੋ ਰਹੀ ਹੈ। ਠੀਕ ਹੈ, ਕਿਹਦੇ ਵਿੱਚ ਹੋਈ ਹੈ, ਫ੍ਰੈਂਚ ਫੋਰਸਿਸ ਸੀਗੀਆਂ ਤੇ ਦੂਸਰਾ ਸੀਗਾ ਨਵਾਬ ਆਫ ਕਰਨਾਟਕ। ਠੀਕ ਹੈ, ਇਹ ਐਵੇਂ ਕਿਉਂ ਹੋ ਰਿਹਾ, ਕਿਉਂਕਿ ਕੁਛ ਨੂੰ ਅੰਗਰੇਜ਼ ਸਪੋਰਟ ਕਰਦੇ ਸੀ ਜਿਹੜੇ ਇੰਡੀਅਨ ਰਾਜਾ ਸੀ, ਕੁਛ ਨੂੰ ਫਰਾਂਸ ਵਾਲੇ ਸਪੋਰਟ ਕਰਦੇ ਸੀ, ਤੇ ਇਸ ਕਰਕੇ ਇਹਨਾਂ ਦੀ ਲੜਾਈ ਜਿਹੜੀ ਇੰਡੀਅਨ ਰਾਜੇ ਨਾਲ ਵੀ ਹੋਣੀ ਸ਼ੁਰੂ ਹੋ ਗਈ। ਤੇ ਇੱਥੇ ਇਹਨਾਂ ਨੇ ਉਹਨਾਂ ਨੂੰ ਹਰਾਤਾ ਸੀ, ਤੇ ਉਹਨਾਂ ਨੇ ਬ੍ਰਿਟਿਸ਼ਰਸ ਦੀ ਹੈਲਪ ਮੰਗੀ, ਤੇ ਫਿਰ ਬ੍ਰਿਟਿਸ਼ਰਸ ਵਿੱਚ ਆ ਗਏ ਜੀ। ਤੇ ਕੈਪਟਨ ਪੈਰਾਡਾਈਜ਼ ਸੀਗਾ ਜਿਹੜਾ ਫ੍ਰੈਂਚ ਦਾ ਸੀਗਾ, ਉਹਨਾਂ ਨੇ ਜਿਹੜੀ ਇੰਡੀਅਨ ਦੀ ਆਰਮੀ ਨੂੰ ਉਹਨੂੰ ਹਰਾਇਆ ਸੀ ਮਹਿਫੂਜ਼ ਖਾਨ ਦੇ ਅੰਡਰ ਐਟ ਸੈਂਟ ਥੋਮ, ਜਿਹੜਾ ਕਿ ਅਦਿਆਰ ਨਦੀ ਦੇ ਕਿਨਾਰੇ ਤੇ ਹੈ, ਕੰਢੇ ਤੇ ਹੈ। ਤੇ ਪਹਿਲੀ ਵਾਰ ਇਹ ਜਿਹੜੀ ਬੈਟਲ ਹੈ ਨਾ, ਬੈਟਲ ਆਫ ਸੇਂਟ ਥੋਮ, ਇਹਦੀ ਇੰਪੋਰਟੈਂਸ ਕੀ ਹੈ ਹਿਸਟਰੀ ਦੇ ਵਿੱਚ। ਉਹ ਕਹਿੰਦੇ ਜਿਹੜੀ ਆਰਮੀ ਸੀ ਫ੍ਰੈਂਚ ਦੀ, ਉਹ ਛੋਟੀ ਆਰਮੀ ਸੀ, ਬਟ ਜਿਹੜੀ ਨਵਾਬ ਦੀ ਆਰਮੀ ਸੀ, ਵੱਡੀ ਆਰਮੀ ਸੀ, ਉਹ ਫਿਰ ਵੀ ਹਾਰ ਗਈ। ਕਿਉਂ ਹਾਰ ਗਈ, ਕਹਿੰਦੇ ਇਹ ਹਿਸਟਰੀ 'ਚ ਪਹਿਲੀ ਵਾਰ ਪਤਾ ਲੱਗਿਆ ਲੋਕਾਂ ਨੂੰ ਵੀ ਜਿਹੜਾ ਇਹ ਨਹੀਂ ਵੀ ਤੁਸੀਂ ਕਿੰਨੇ ਸਾਰੇ ਜਣੇ ਹੋ, ਤੁਹਾਡੇ ਕੋਲ ਕੀ ਹੈ ਲੜਨ ਨੂੰ, ਤੁਹਾਡੇ ਅੰਦਰ ਡਿਸਪਲਿਨ ਕਿੰਨਾ ਹੈ, ਵੈਲ ਟ੍ਰੇਨਡ, ਸੁਪੀਰੀਅਰਟੀ ਕਿੱਥੋਂ ਪਤਾ ਲੱਗਦੀ ਹੈ, ਵੈਲ ਟ੍ਰੇਨਡ ਵੈਲ ਇਕੁਇਪਡ ਆਰਮੀ ਜਿਹੜੀ ਸੀਗੀ, ਉਹਨਾਂ ਨੇ ਇੰਡੀਅਨ ਆਰਮੀ ਨੂੰ ਹਰਾਤਾ ਸੀਗਾ। ਤੇ ਟ੍ਰੇਨਿੰਗ ਜ਼ਰੂਰੀ ਹੈ, ਇਸੇ ਕਰਕੇ ਤੁਸੀਂ ਸੁਣਿਆ ਹੋਣਾ ਜਿਹੜਾ ਰਣਜੀਤ ਸਿੰਘ ਸੀਗਾ, ਉਹਨਾਂ ਨੇ ਵੀ, ਚਾਹੇ ਉਹ ਟੀਪੂ ਸੁਲਤਾਨ ਸੀਗਾ, ਉਹਨਾਂ ਨੇ ਵੀ ਉਹ ਕੀ ਕਰਦੇ ਸੀ, ਜਿਹੜੇ ਫ੍ਰੈਂਚ ਸੀਗੇ ਉਹਨਾਂ ਨੂੰ ਆਪਣੀ ਆਰਮੀ 'ਚ ਟ੍ਰੇਨਿੰਗ ਲਈ ਰੱਖਦੇ ਸੀ। ਵੈਂਚੂਰਾ ਤੁਸੀਂ ਨਾਮ ਸੁਣਿਆ ਹੋਣਾ ਉਹਨਾਂ ਦਾ ਵੀ, ਰਣਜੀਤ ਸਿੰਘ ਨੇ ਬੰਦੇ ਰੱਖੇ ਸੀ। ਫਿਰ ਇੱਥੇ ਇੱਕ ਟ੍ਰੀਟੀ ਸਾਈਨ ਹੋਈ। ਇਹ ਸਵਾਲ ਆਉਂਦੇ ਨੇ ਵੀ ਟ੍ਰੀਟੀ ਜਿਹੜੀ ਹੈ ਐਗਜ਼ਲਾ ਸ਼ੈਪਲ ਕਿਹੜੀ ਲੜਾਈ ਦੇ ਦੌਰਾਨ ਹੋਈ ਸੀ। ਇਹ ਪਹਿਲੀ ਲੜਾਈ ਦਾ ਨਤੀਜਾ ਸੀ ਕਿ ਟ੍ਰੀਟੀ ਸਾਈਨ ਹੋਈ। ਬੇਸਿਕਲੀ ਇਸ ਨਾਲ ਹੀ ਇਹ ਲੜਾਈ ਖਤਮ ਹੋਈ ਸੀ। ਟ੍ਰੀਟੀ ਤਾਂ ਇੰਗਲੈਂਡ ਦੇ ਵਿੱਚ ਸਾਈਨ ਹੋਈ ਹੈ, ਤੇ ਉਹਦੇ ਨਾਲ ਜਿਹੜੀ ਇੰਗਲੈਂਡ ਦੀ ਵਾਰ ਸੀਗੀ, ਵਾਰ ਆਫ ਸਕਸੈਸ਼ਨ, ਉਹ ਖਤਮ ਹੋ ਗਈ ਸੀ, ਇਸ ਕਰਕੇ ਲੜਾਈ ਵੀ ਖਤਮ ਹੋ ਗਈ। ਤੇ ਇਹਦੇ ਅੰਡਰ ਕੀ ਸੀਗਾ, ਜਿਹੜਾ ਮਦਰਾਸ ਕੈਪਚਰ ਕੀਤਾ ਗਿਆ ਸੀ ਉਹਨਾਂ ਨੂੰ ਵਾਪਸ ਦੇ ਦਿੱਤਾ ਗਿਆ ਅੰਗਰੇਜ਼ਾਂ ਨੂੰ। ਅੰਗਰੇਜ਼ਾਂ ਨੂੰ ਕੈਪਚਰ ਕਰ ਲਿਆ ਸੀ, ਤੇ ਜਿਹੜੇ ਅੰਗਰੇਜ਼ਾਂ ਨੇ ਫਰਾਂਸੀਸੀ ਦੀ ਟੈਰੀਟਰੀਜ਼ ਕੈਪਚਰ ਕੀਤੀ ਸੀ, ਉਹਨਾਂ ਨੂੰ ਵਾਪਸ ਦੇ ਦਿੱਤੀ। ਇਹਦਾ ਮਤਲਬ ਕਿ ਸਟੇਟਸ ਕੋ, ਕਿ ਜੋ ਪਹਿਲਾਂ ਸੀਗਾ ਉੱਥੇ ਵਾਪਸ ਚੱਲ ਜਾਓ, ਜਿਹਦਾ ਜੋ ਕੈਪਚਰ ਕੀਤਾ ਉਹਨੂੰ ਵਾਪਸ ਦੇ ਦਿਓ, ਕੋਈ ਨਹੀਂ ਆਪਾਂ ਲੜਾਈ ਕਰਨੀ। ਇਹ ਖਤਮ ਹੋ ਗਈ। ਫਿਰ ਜਿਹੜੀ ਦੂਸਰੀ ਲੜਾਈ ਹੈ ਸੈਕੰਡ ਕਾਰਨੈਟਿਕ ਵਾਰ, ਸਾਲ ਬਾਅਦ ਉਹ ਹੋਈ ਹੈ। ਉਹਦਾ ਕਾਰਨ ਇੰਡੀਆ 'ਚ ਸੀਗਾ। ਕਾਰਨ ਕੀ ਸੀਗਾ, ਆ ਦੋ ਏਰੀਆ ਸੀਗਾ, ਇੱਕ ਹੈਦਰਾਬਾਦ ਤੇ ਕਰਨਾਟਿਕ, ਇਹਨਾਂ ਦੇ ਵਿੱਚ ਗੱਦੀ ਨੂੰ ਲੈ ਕੇ ਲੜਾਈ ਸੀ। ਹੈਦਰਾਬਾਦ ਦੇ ਵਿੱਚ ਮੁਜ਼ੱਫਰ ਜੰਗ ਤੇ ਨਾਸਿਰ ਜੰਗ ਦੇ ਵਿੱਚ ਲੜਾਈ ਸੀ, ਤੇ ਨਵਾਬ ਜਿਹੜਾ ਕਰਨਾਟਿਕ ਸੀਗਾ ਇੱਥੇ ਚੰਦਾ ਸਾਹਿਬ ਤੇ ਮੁਹੰਮਦ ਅਲੀ ਦੇ ਵਿੱਚ ਲੜਾਈ ਸੀ। ਜਿਹੜਾ ਮੁਜ਼ੱਫਰ ਜੰਗ ਹੈ, ਚੰਦਾ ਸਾਹਿਬ ਇਹਨਾਂ ਨੂੰ ਫਰਾਂਸ ਵਾਲੇ ਸਪੋਰਟ ਕਰਨਾ ਸ਼ੁਰੂ ਕਰਤਾ ਉਹਨਾਂ ਨੇ, ਵੀ ਤੁਹਾਡੀ ਸਪੋਰਟ ਅਸੀਂ ਕਰਾਂਗੇ, ਤੁਹਾਨੂੰ ਰਾਜਾ ਅਸੀਂ ਬਣਾਵਾਂਗੇ। ਜਿਹੜਾ ਦੂਸਰਾ ਗਰੁੱਪ ਰਹਿ ਗਿਆ ਨਾਸਿਰ ਜੰਗ ਤੇ ਮੁਹੰਮਦ ਅਲੀ ਦਾ, ਇਹਨੂੰ ਬ੍ਰਿਟਿਸ਼ਰ ਸਪੋਰਟ ਕਰ ਰਹੇ ਸੀ, ਇੰਗਲਿਸ਼ ਸਪੋਰਟ ਕਰ ਰਹੇ ਸੀ। ਤੇ ਹੋਇਆ ਕਿ ਆਬਵੀਅਸ ਲੜਾਈ ਹੋਣੀ ਹੈ, ਤੇ ਲੜਾਈ ਹੋਈ। ਫਿਰ ਸੋ ਬੈਟਲ ਆਫ ਐਂਬੂਰ ਯਾਦ ਕਰ ਲਿਓ, ਜਿਹੜੀ ਪਹਿਲੀ ਬੈਟਲ ਹੈ ਬੈਟਲ ਆਫ ਐਂਬੂਰ, ਇਸ 'ਚ ਤਾਂ ਜਿਹੜਾ ਫ੍ਰੈਂਚ ਨੇ ਉਹ ਜਿੱਤ ਗਏ ਸੀ। ਠੀਕ ਹੈ ਜੀ, ਫ੍ਰੈਂਚ ਦਾ ਗਵਰਨਰ ਸੀਗਾ ਡੁਪਲਿਕਸ। ਫਿਰ ਚੰਦਾ ਸਾਹਿਬ ਤੇ ਮੁਜ਼ੱਫਰ ਜੰਗ ਇਕੱਠੇ ਹੋ ਕੇ ਇਹਨਾਂ ਨੇ ਲੜਾਈ 'ਚ ਪਾਰਟਿਸਿਪੇਟ ਕੀਤਾ। ਤੇ ਜਿਹੜਾ ਕਰਨਾਟਕ ਦਾ ਨਵਾਬ ਸੀ, ਉਹਦਾ ਫਾਦਰ ਜਿਹੜਾ ਸੀਗਾ, ਜਿਹੜਾ ਚਾਹੁੰਦਾ ਸੀ ਗੱਦੀ ਤੇ ਰਹਿਣਾ, ਅਨਵਰੁਦੀਨ, ਉਹਨੂੰ ਮਾਰਤਾ ਸੀ ਇਹਨਾਂ ਨੇ। ਜਿਹੜਾ ਚੰਦਾ ਸਾਹਿਬ ਤੇ ਉਹਨਾਂ ਨੂੰ ਕਰਨਾਟਕ ਦਾ ਨਵਾਬ ਬਣਾਤਾ, ਤੇ ਦੂਸਰੇ ਪਾਸੇ ਮੁਜ਼ੱਫਰ ਜੰਗ ਨੂੰ ਹੈਲਪ ਕੀਤੀ ਨਵਾਬ ਬਣਨ 'ਚ। ਯਾਨੀ ਕਿ ਹੁਣ ਇਹ ਕੀ ਹੋ ਗਏ, ਇਹ ਥੋੜੀ ਜਿਹੀ ਸੁਪੀਰੀਅਰ ਪਾਵਰ ਹੋ ਗਈ, ਤੇ ਇਸ ਕਰਕੇ ਜਿਹੜਾ ਨਵਾਬ ਸੀ ਉਹਨੇ ਇਹਨੂੰ ਗਵਰਨਰ ਬਣਾਤਾ, ਕੁਝ ਜਗ੍ਹਾ ਦੇਤੀ, ਨਵੇਂ ਏਰੀਆ ਦੇਤੇ, ਵੀ ਆ ਤੁਹਾਡੇ ਅੱਜ ਤੋਂ, ਤੇ ਇਹਨਾਂ ਨੂੰ ਗਵਰਨਰ ਬਣਾਤਾ ਸੀਗਾ। ਪਰ ਐਵੇਂ ਨਹੀਂ ਨਾ ਹੋ ਸਕਦਾ ਸੀ। ਹੋਇਆ ਕਿ ਇੱਕ ਹੋਰ ਬੈਟਲ ਹੋਈ ਹੈ, ਬੈਟਲ ਆਫ ਅਰਕਾਟ। ਜਿਹੜਾ ਡੁਪਲਿਕਸ ਸੀਗਾ
ਉਹਨੇ ਕੀ ਕੀਤਾ, ਉਹਨੇ ਆਰਮੀ ਭੇਜਤੀ ਤ੍ਰਿਚੀ ਦਾ ਜਿਹੜਾ ਕਿਲਾ ਹੈ ਉਹਨੂੰ ਕੈਪਚਰ ਕਰਨ ਲਈ। ਉੱਥੇ ਮੁਹੰਮਦ ਅਲੀ ਛਿਪਿਆ ਬੈਠਾ ਸੀ, ਤੇ ਫਿਰ ਨਾਲ ਚੰਦਾ ਸਾਹਿਬ ਵੀ ਆ ਗਿਆ ਇਹਦੇ ਨਾਲ ਹੀ। ਪਰ ਦੂਸਰੇ ਪਾਸੇ ਜਿਹੜੇ ਬ੍ਰਿਟਿਸ਼ਰ ਸੀਗੇ, ਉੱਥੇ ਇੱਕ ਰਾਬਰਟ ਕਲਾਈਵ ਆਇਆ, ਕਲਾਈਵ ਦਾ ਨਾਮ ਤੁਸੀਂ ਸੁਣਿਆ ਹੋਣਾ, ਜਿਹੜਾ ਗਵਰਨਰ ਬਣਿਆ, ਤੇ ਉਹਨੇ ਫ੍ਰੈਂਚ ਨੂੰ ਹਰਾਇਆ ਅਰਨੀ ਦੇ ਵਿੱਚ ਤੇ ਕਾਵੇਰੀ ਪਾਕ ਦੇ ਵਿੱਚ। ਤੇ ਅਲਟੀਮੇਟਲੀ ਕੀ ਹੋਇਆ, ਜਿਹੜੇ ਇਹ ਹਾਰ ਗਏ, ਫ੍ਰੈਂਚ ਜਿਹੜੇ ਹਾਰ ਗਏ, ਤੇ ਜਿਹੜੇ ਇੰਗਲਿਸ਼ ਸੀਗੇ ਉਹ ਜਿੱਤ ਗਏ ਸੀਗੇ। ਤੇ ਮੁਹੰਮਦ ਅਲੀ ਨੂੰ ਉਹਨਾਂ ਨੇ, ਜਿਹੜੇ ਉਹਨਾਂ ਦੇ ਬੰਦੇ ਸੀਗੇ, ਉਹਨਾਂ ਨੇ ਉਹਨਾਂ ਨੂੰ ਨਵਾਬ ਬਣਾਤਾ ਤੇ ਉਹਨਾਂ ਦੀ ਪ੍ਰੋਟੈਕਸ਼ਨ ਚ ਆ ਗਏ। ਫਿਰ ਹੋਇਆ ਕਿ ਇਹ ਟ੍ਰੀਟੀ ਇੱਕ ਸਾਈਨ ਹੋਈ ਤੇ ਇਹ ਲੜਾਈ ਖਤਮ ਹੋਈ, ਟ੍ਰੀਟੀ ਆਫ ਪੌਂਡੀਚੇਰੀ। ਡੁਪਲਿਕਸ ਜਿਹੜਾ ਗਵਰਨਰ ਸੀ, ਉਹਦੀ ਥਾਂ ਨਵਾਂ ਗਵਰਨਰ ਆ ਗਿਆ ਸੀ, ਤੇ ਜਿਹਨੇ ਕੀ ਕੀਤਾ, ਜਿਹਨੇ ਕਿਹਾ ਵੀ ਲੜਾਈ ਹੋ ਰਹੀ ਹੈ, ਅਸੀਂ ਹਾਰ ਰਹੇ, ਵੀਕ ਹੈ, ਤੇ ਕਰਦੇ ਕੀ ਆਪਾਂ ਟ੍ਰੀਟੀ ਸਾਈਨ ਕਰ ਲੈਂਦੇ ਹਾਂ ਵੀ ਤਾਂ ਕਿ ਲੜਾਈ ਨਾ ਹੋਏ। ਤੇ ਉਹਦੇ ਨਾਲ ਕੀ ਹੈ ਵੀ ਉਹਨਾਂ ਨੇ ਐਗਰੀ ਕੀਤਾ ਵੀ ਆਪਾਂ ਇੱਕ ਦੂਸਰੇ ਦੇ ਇੰਟਰਨਲ ਮੈਟਰ ਦੇ ਵਿੱਚ ਆਪਾਂ ਇੰਟਰਫੇਅਰ ਨਹੀਂ ਕਰਾਂਗੇ। ਜਿਹੜੇ ਵੀ ਤੁਸੀਂ, ਜਿਹੜੀ ਇੱਥੇ ਦੀ ਸਟੇਟਸ ਹੈ ਉੱਥੇ ਜੋ ਤੁਸੀਂ ਕਰਦੇ ਹੋ, ਅਸੀਂ ਵੀ ਇੰਟਰਫੇਅਰ ਨਹੀਂ ਕਰਾਂਗੇ, ਤੇ ਜੋ ਉਹਨਾਂ ਦੇ ਪੁਰਾਣੀ ਪੋਜੀਸ਼ਨ ਸੀ ਕਿ ਉੱਥੇ ਵਾਪਸ ਉਹਨਾਂ ਨੂੰ ਦੇ ਦਿਓ। ਚਲੋ ਜੀ, ਮਤਲਬ ਦੁਬਾਰਾ ਤੋਂ ਲੜਾਈ ਉੱਥੇ ਜ਼ੀਰੋ ਤੇ ਆ ਕੇ ਖਤਮ ਹੋ ਗਈ। ਕੁਝ ਸਾਲ ਬਾਅਦ ਫਿਰ ਲੜਾਈ ਸ਼ੁਰੂ ਹੋਈ। ਇਹ ਲੜਾਈ ਕਿਉਂ ਸ਼ੁਰੂ ਹੋਈ ਸੀ? ਇੰਗਲੈਂਡ 'ਚ ਹੋਈ ਸੀ ਲੜਾਈ, ਯੂਰਪ 'ਚ 7 ਇਅਰਸ ਵਾਰ ਕਹਿੰਦੇ ਆ। ਉੱਥੇ ਲੜਾਈ ਹੋਈ ਸੀ, ਉਹ ਇੰਡੀਆ 'ਚ ਫੈਲ ਗਈ। ਤੇ ਜਿਹੜੀ ਇੱਥੇ ਲੜਾਈ ਹੈ ਉਹ ਵੈਂਡੀਵਾਸ਼ ਇੱਕ ਜਗ੍ਹਾ ਉੱਥੇ ਹੋਈ ਸੀ, ਬੈਟਲ ਆਫ ਵੈਂਡੀਵਾਸ਼ ਕਿਹਾ ਜਾਂਦਾ ਹੈ। ਹੁਣ ਕੁਐਸਚਨ ਬਣਦਾ ਕਿ ਬੈਟਲ ਆਫ ਵੈਂਡੀਵਾਸ਼ ਕਦੋਂ ਹੋਈ ਹੈ ਜਾਂ ਕਿਹੜੀ ਕਰਨੈਟਿਕ ਵਾਰ 'ਚ ਹੋਈ ਹੈ? ਇਹ ਥਰਡ ਕਰਨੈਟਿਕ ਵਾਰ 'ਚ ਹੋਈ ਹੈ ਜੀ। ਇੱਥੇ ਜਿਹੜਾ ਅੰਗਰੇਜ਼ਾਂ ਦਾ ਲੀਡਰ ਸੀਗਾ ਉਹ ਜਨਰਲ ਆਇਰਕੂਟ ਸੀਗਾ, ਮਿਲਟਰੀ ਜਨਰਲ ਇਹਨਾਂ ਦਾ, ਤੇ ਉਹਨਾਂ ਨੇ ਫ੍ਰੈਂਚ ਦੀ ਆਰਮੀ ਨੂੰ ਹਰਾਤਾ ਅੰਡਰ ਕਾਊਂਟ ਡੀ ਲਾਲੀ। ਜਿਹੜਾ ਇਹਨਾਂ ਦਾ ਜਨਰਲ ਸੀਗਾ ਫ੍ਰੈਂਚ ਦਾ, ਉਹ ਸੀਗਾ ਕਾਊਂਟ ਡੀ ਲਾਲੀ। ਤੇ ਕਹਿੰਦੇ ਸਾਲ ਦੇ ਅੰਦਰ ਅੰਦਰ ਫ੍ਰੈਂਚ ਦੀ ਜਿਹੜੀ ਪੋਜੀਸ਼ਨ ਸੀਗੀ, ਜੋ ਵੀ ਇੱਥੇ ਜ਼ਮੀਨ ਸੀ, ਖਤਮ ਹੋ ਗਈ, ਤੇ ਕੀ ਬਚਿਆ ਜਿਹੜੇ ਛੋਟੇ ਛੋਟੇ ਸੈਟਲਮੈਂਟ ਸੀਗੇ। ਤੇ ਕਿਉਂ? ਕਿਉਂਕਿ ਇੱਕ ਟ੍ਰੀਟੀ ਸਾਈਨ ਹੋਈ ਉੱਥੇ ਯੂਰਪ ਦੇ ਵਿੱਚ, ਟ੍ਰੀਟੀ ਆਫ ਪੈਰਿਸ। ਤੇ ਕੁਐਸਚਨ ਇਹ ਬਣਦਾ ਵੀ ਜਿਹੜੀ ਲੜਾਈ ਹੈ ਐਂਗਲੋ ਫ੍ਰੈਂਚ ਵਾਰ, ਉਹ ਕਿਹੜੀ ਟ੍ਰੀਟੀ ਨਾਲ ਖਤਮ ਹੋਈ ਆ? ਟ੍ਰੀਟੀ ਆਫ ਪੈਰਿਸ ਨਾਲ, ਜਿਹੜੇ ਕਿ 1763 ਦੇ ਵਿੱਚ ਸਾਈਨ ਕੀਤੀ ਗਈ ਹੈ। ਬਸ ਜਿਹੜਾ ਚੰਦਰ ਨਾਗੌਰ ਸੀਗਾ ਤੇ ਪੌਂਡੀਚੇਰੀ ਇਸ ਟ੍ਰੀਟੀ ਦੇ ਇਹਨਾਂ ਨੂੰ ਵਾਪਸ ਕਰ ਦਿੱਤਾ ਗਿਆ। ਤੇ ਇਹ ਹੈ ਕਿ ਅੱਜ ਤੋਂ ਬਾਅਦ ਉਹ ਆਪਣੀ ਜਿਹੜੀ ਇਹ ਕਿਲੇਬੰਦੀ ਨਹੀਂ ਕਰਨਗੇ, ਫੋਰਟੀਫਿਕੇਸ਼ਨ ਨਹੀਂ ਕਰਾਂਗੇ। ਤੇ ਦੂਸਰਾ, ਸਿਰਫ ਤੇ ਸਿਰਫ ਇੱਥੇ ਵਪਾਰ ਕਰਨਾ ਕਰ ਲਓ, ਬਾਕੀ ਨਵੇਂ ਏਰੀਆ 'ਚ ਕੋਈ ਇੰਟਰਫੀਰੈਂਸ ਫ੍ਰੈਂਚ ਨਹੀਂ ਕਰਨਗੇ। ਕੌਣ ਕਰੇਗਾ? ਸਿਰਫ ਅੰਗਰੇਜ਼ ਕਰਨਗੇ, ਇੰਗਲਿਸ਼ ਕਰਨਗੇ, ਰਾਈਟ। ਤੇ ਇਹ ਤਾਂ ਸੀਗਾ ਕਿ ਬ੍ਰਿਟਿਸ਼ਰਸ ਦੀ ਮੋਨੋਪੋਲੀ ਇੱਥੇ ਕਿਵੇਂ ਆਈ। ਹੁਣ ਦੂਸਰਾ ਸਟੈਪ ਹੈ ਉਹਨਾਂ ਦਾ, ਇੰਡੀਆ ਨੂੰ ਉਹਨਾਂ ਨੇ ਕਿਵੇਂ ਕਬਜ਼ਾਇਆ, ਕਿਵੇਂ ਕੈਪਚਰ ਕੀਤਾ। ਹੁਣ ਇਹ ਆਪਾਂ ਗੱਲ ਕਰਦੇ ਹਾਂ ਜੀ, ਰਾਈਟ? ਆਰ ਯੂ ਗੈਟਿੰਗ ਮੀ? Yes, sir. All right, all right. Okay. No issues. Daljit, your voice is breaking, but no issues. ਚਲੋ ਕੋਈ ਗੱਲ ਨਹੀਂ। ਹੁਣ ਇੱਥੇ ਆਪਾਂ ਬਰੀਫ 'ਚ ਦੇਖ ਲੈਂਦੇ ਹਾਂ, ਇਹ ਕਈ ਵਾਰੀ ਕੁਐਸਚਨ ਆ ਜਾਂਦੇ ਆ ਇੱਥੇ। ਜਿਹੜਾ ਇੰਡੀਆ ਦਾ ਉਸ ਟਾਈਮ ਕੀ ਕੰਡੀਸ਼ਨ ਸੀਗੀ? ਜਿਹੜਾ ਇੰਡੀਆ ਸੀਗਾ ਮੁਗਲਾਂ ਤੋਂ ਬਾਅਦ, ਅੰਗਰੇਜ਼ ਜਿਹੜੇ ਉਸੇ ਟਾਈਮ ਆਉਣਾ ਸ਼ੁਰੂ ਹੋ ਗਏ ਸੀ, ਤੇ ਇੱਥੇ ਮੁਗਲ ਖਤਮ ਹੋਣ ਤੋਂ ਬਾਅਦ ਬਹੁਤ ਸਾਰੇ ਛੋਟੇ ਛੋਟੇ ਰਾਜਾ ਸੀਗੇ। ਮੁਗਲ ਤਾਂ ਦੇਖੋ ਜਾ ਕੇ ਬਹੁਤ ਲੇਟ ਖਤਮ ਹੋਇਆ, ਪਰ 1707 ਦੇ ਵਿੱਚ ਜਦ ਔਰੰਗਜ਼ੇਬ ਦੀ ਡੈਥ ਹੋ ਗਈ ਹੈ ਤੇ ਮੁਗਲ ਕਮਜ਼ੋਰ ਹੋ ਚੁੱਕੇ ਸੀਗੇ। ਪਰ ਮੁਗਲ ਹਜੇ ਕਮਜ਼ੋਰ ਹੋਏ ਆ, ਮੁਗਲ ਖਤਮ ਨਹੀਂ ਹੋਏ ਆ। ਪਰ ਜਿਹੜੇ ਉਹਨਾਂ ਦੇ ਗਵਰਨਰ ਸੀਗੇ ਉਹ ਅਲੱਗ ਹੋਣੇ ਸ਼ੁਰੂ ਹੋ ਗਏ ਸੀ, ਤੇ ਉਹਨਾਂ ਨੇ ਆਪਣੀਆਂ ਰਿਆਸਤਾਂ ਬਣਾਉਣੀ ਸ਼ੁਰੂ ਕਰਤੀ ਸੀ। ਇਸੇ ਕਰਕੇ ਆਪਾਂ ਦੇਖ ਰਹੇ ਹਾਂ ਬੰਗਾਲ, ਬੰਗਾਲ ਮੁਗਲਸ ਦੇ ਅੰਡਰ ਸੀਗਾ। ਉਹਦਾ ਜਿਹੜਾ ਗਵਰਨਰ ਸੀ ਮੁਰਸ਼ਿਦ ਕੁਲੀ ਖਾਨ, ਉਹਨੇ ਆਪਣੇ ਆਪ ਨੂੰ ਆਜ਼ਾਦ ਘੋਸ਼ਿਤ ਕਰ ਲਿਆ ਸੀ 1713 ਦੇ ਵਿੱਚ। ਤੇ ਇਸ ਕਰਕੇ ਆਪਾਂ ਕਿਹਾ ਜੇ ਬੰਗਾਲ ਕਦੋਂ ਬਣੀ? 1713 ਦੇ ਵਿੱਚ। ਮਰਾਠਾ 1720 ਦੇ ਵਿੱਚ ਜਿਹੜਾ ਬਾਜੀਰਾਓ ਸੀਗਾ ਉਹ ਪੇਸ਼ਵਾ ਸੀਗਾ, ਬੇਸਿਕਲੀ ਉਹ ਰਾਜਾ ਨਹੀਂ ਸੀਗਾ, ਪ੍ਰਧਾਨ ਮੰਤਰੀ ਸੀਗਾ, ਪਰ ਉਹਨੇ ਆਪਣੇ ਆਪ ਨੂੰ ਇਸਟੈਬਲਿਸ਼ ਕਰ ਲਿਆ ਸੀ। ਤੇ ਇਸ ਕਰਕੇ ਆਪਾਂ ਕਿਹਾ ਜਾਂਦਾ ਕਿ ਮਰਾਠਾ ਰੂਲ ਕਰਦੇ ਸੀ। ਇੱਕ ਕਰਨਾਟਕ ਸੀਗਾ ਕੇਰਲਾ ਦੇ ਵਾਲੇ ਏਰੀਆ 'ਚ, 1720 ਚ ਇੱਥੇ ਸਾਦਤਉੱਲਾ ਖਾਨ ਉਹਨੇ ਬਸਾਇਆ ਸੀ। ਇਹਨੂੰ ਕੈਪਚਰ ਕਿਵੇਂ ਕੀਤਾ ਗਿਆ? ਜਿਹੜਾ ਬੰਗਾਲ ਹੈ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਇਹਨੂੰ ਕੈਪਚਰ ਕੀਤਾ ਸੀ। ਕਈ ਚੀਜ਼ਾਂ ਨੇ ਜਿਹਦੇ ਕਰਕੇ ਹੋਇਆ ਸੀ। ਇੱਕ ਤਾਂ ਬੈਟਲ ਆਫ ਪਲਾਸੀ ਤੁਸੀਂ ਸੁਣਿਆ ਹੋਣਾ, ਹੈਨਾ? ਉਹਦੇ ਨਾਲ ਕੈਪਚਰ ਨਹੀਂ ਹੋਇਆ, ਉਹਦੇ ਨਾਲ ਸਿਰਫ ਇਹ ਹੈ ਕਿ ਉਹ ਤਾਂ ਇੱਕ ਧੋਖਾਧੜੀ ਸੀਗੀ, ਲੜਾਈ ਤਾਂ ਸੀਗੀ ਨਹੀਂ ਉਹ। 1757 ਦੇ ਵਿੱਚ ਹੋਈ। ਜਿਹੜੇ ਗੱਦਾਰ ਸੀਗੇ ਨਵਾਬ ਦੇ, ਜਿਹੜੇ ਦਰਬਾਰ 'ਚ ਰਹਿੰਦੇ ਸੀ, ਉਹਨਾਂ ਨੇ ਅੰਗਰੇਜ਼ਾਂ ਦੀ ਹੈਲਪ ਕੀਤੀ ਸੀ, ਤੇ ਇਸ ਕਰਕੇ ਨਵਾਬ ਹਾਰ ਗਿਆ ਸੀਗਾ।
ਤੇ ਜਿਹੜਾ ਗੱਦਾਰ ਸੀਗਾ ਜਾਫਰ ਕਹਿੰਦੇ ਉਹਨੂੰ ਫਿਰ ਰਾਜਾ ਬਣਾ ਦਿੱਤਾ ਗਿਆ ਸੀ। ਤੇ ਉਹਦਾ ਜਿਹੜਾ ਦਮਾਦ ਸੀ ਫਿਰ ਅੰਗਰੇਜ਼ਾਂ ਨੇ ਉਹਨੂੰ ਬਣਾਤਾ, ਪਰ ਉਹਨੂੰ ਅੰਗਰੇਜ਼ ਫਿਰ ਬਾਅਦ ਚ ਪਸੰਦ ਨਹੀਂ ਆਇਆ। ਉਹ ਕਹਿੰਦਾ ਅੰਗਰੇਜ਼ ਜਿਹੜੇ ਤੰਗ ਕਰਦੇ ਨੇ, ਤੇ ਉਹਨੇ ਅੰਗਰੇਜ਼ਾਂ ਨਾਲ ਲੜਾਈ ਹੋਈ ਸੀ ਤੇ ਉਹ ਹੋਈ ਸੀ ਬੈਟਲ ਆਫ ਬਕਸਰ। ਜਿਹੜੀ ਬੈਟਲ ਆਫ ਬਕਸਰ ਹੈ, ਇੱਕ ਇਹਦੇ ਬਾਰੇ ਕਿਹਾ ਜਾਂਦਾ ਹੈ ਇੱਕ ਅਸਲੀ ਲੜਾਈ ਸੀਗੀ, ਜਿੱਥੇ ਕੋਈ ਗੱਦਾਰ ਵੱਦਾਰ ਵਾਲਾ ਕੋਈ ਸੀਨ ਨਹੀਂ ਸੀਗਾ। ਤੇ ਜਿਹੜਾ ਬੰਗਾਲ ਦਾ ਨਵਾਬ ਸੀਗਾ, ਉਹਨੇ ਜਿਹੜਾ ਮੁਗਲ ਬਾਦਸ਼ਾਹ ਸੀ ਉਸ ਟਾਈਮ ਦਾ ਸ਼ਾਹ ਆਲਮ, ਉਹਦੀ, ਤੇ ਦੂਸਰਾ ਸਿਰਾਜੁদ্দੌਲਾ ਜਿਹੜਾ ਅਵਧ ਦਾ ਨਵਾਬ ਸੀ, ਉਹਦੀ ਮਦਦ ਲਈ ਸੀ ਅੰਗਰੇਜ਼ਾਂ ਦੇ ਖਿਲਾਫ। ਬਟ ਤਿੰਨਾਂ ਨੂੰ ਅੰਗਰੇਜ਼ਾਂ ਨੇ ਹਰਾਤਾ ਸੀ। ਤੇ ਇਸ ਤੋਂ ਪਤਾ ਲੱਗਦਾ ਹੈ ਵੀ ਜਿਹੜੇ ਅੰਗਰੇਜ਼ ਸੀਗੇ ਬਹੁਤ ਪਾਵਰਫੁਲ ਹੋ ਚੁੱਕੇ ਸੀ, ਕਿ ਮੁਗਲਸ, ਅਵਧ ਤੇ ਬੰਗਾਲ ਤਿੰਨਾਂ ਦੀ ਕੰਬਾਈਨਡ ਜਿਹੜੀ ਆਰਮੀ ਸੀ ਉਹਨਾਂ ਨੂੰ ਹਰਾ ਦਿੱਤਾ ਗਿਆ ਬੈਟਲ ਆਫ ਬਕਸਰ ਦੇ ਵਿੱਚ। ਹੈਕਟਰ ਮੁਨਰੋ ਇੱਥੇ ਇਹਨਾਂ ਦਾ ਲੀਡਰ ਸੀਗਾ ਅੰਗਰੇਜ਼ਾਂ ਦਾ, ਜਿਹੜਾ ਲੀਡ ਕਰ ਰਿਹਾ ਸੀ ਵਾਰ 'ਚ। ਤੇ ਉਹਨਾਂ ਨੇ ਇੱਕ ਟ੍ਰੀਟੀ ਸਾਈਨ ਕੀਤੀ, ਟ੍ਰੀਟੀ ਆਫ ਅਲਾਹਾਬਾਦ, ਤੇ ਉਹਦੇ ਨਾਲ ਜਿਹੜਾ ਅਵਧ ਹੈ ਉਹਨੂੰ ਵੀ ਕੰਟਰੋਲ ਕਰ ਲਿਆ, ਤੇ ਉਸ ਤੋਂ ਬਾਅਦ ਮੁਗਲਸ ਨੂੰ ਵੀ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਜਿਹੜਾ ਬੰਗਾਲ ਹੈ ਉਹ ਅੰਗਰੇਜ਼ਾਂ ਦੁਆਰਾ ਸਭ ਤੋਂ ਪਹਿਲਾਂ ਕੈਪਚਰ ਕੀਤਾ ਗਿਆ ਸੀ। ਜਿਹੜੇ ਮਰਾਠਾਸ ਦੇ ਏਰੀਆਜ਼ ਹੈ, ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ। ਮਰਾਠਾਸ ਦਾ ਏਰੀਆ 1775 ਤੋਂ ਪਹਿਲੀ ਲੜਾਈ ਸ਼ੁਰੂ ਹੋਈ ਸੀ, ਤੇ ਜਿਹੜੀ ਅਖੀਰ ਦੀ ਲੜਾਈ ਹੈ ਉਹ 1818 ਜਾ ਕੇ ਤਿੰਨ ਲੜਾਈਆਂ 'ਚ ਇਹ ਖਤਮ ਹੋਇਆ। ਤੇ ਇਹਨਾਂ ਨੇ ਕੀ ਕੀਤਾ, ਕੈਪਚਰ ਕਰ ਲਿਆ। ਬਹਾਨਾ ਇਹ ਸੀਗਾ ਇਹਨਾਂ ਦਾ, ਤਿੰਨ ਐਂਗਲੋ ਮਰਾਠਾ ਵਾਰ ਕਹਿੰਦੇ ਉਹਨਾਂ ਨੂੰ, ਐਂਗਲੋ ਮਰਾਠਾ ਵਾਰ ਤਿੰਨ ਹੋਈਆਂ। ਬਹਾਨਾ ਇਹ ਸੀਗਾ ਕਿ ਜਿਹੜੇ ਮਰਾਠਾਸ ਨੇ, ਇਹ ਪੇਸ਼ਵਾ ਨੇ, ਇਹ ਪੇਸ਼ਵਾ ਮਤਲਬ ਪ੍ਰਧਾਨ ਮੰਤਰੀ ਨੇ, ਇਹ ਕੋਈ ਅਸਲੀ ਰਾਜਾ ਨਹੀਂ ਹੈਗੇ। ਅਸਲੀ ਰਾਜਾ ਦੀ ਗੱਦੀ ਤੋਂ ਇਹਨਾਂ ਨੇ ਉਹਨੂੰ ਹਟਾਇਆ ਹੋਇਆ ਹੈ, ਤੇ ਅਸੀਂ ਉਹਨੂੰ ਹੱਕ ਦਿਵਾ ਰਹੇ ਹਾਂ। ਇਸ ਕਰਕੇ ਇਹਨਾਂ ਨੇ ਸਾਰੇ ਏਰੀਆ ਕੈਪਚਰ ਕਰਕੇ ਜਿਹੜਾ ਸ਼ਿਵਾਜੀ ਦਾ ਵੰਸ਼ਜ ਸੀ, ਡਿਸੈਂਡੈਂਟ ਸੀ, ਉਹਨੂੰ ਗੱਦੀ ਤੇ ਬਿਠਾਤਾ ਸੀ। ਠੀਕ ਹੈ ਜੀ। ਜਿਹੜਾ ਸਬਸਿਡੀ ਅਲਾਈਅੰਸ ਹੋਇਆ ਇਹਦੇ ਨਾਲ, ਜਿਹੜਾ ਕਾਰਨਾਟਿਕ ਹੈ, ਇਹਦੇ ਨਾਲ ਕੋਈ ਲੜਾਈ ਨਹੀਂ ਹੋਈ। ਇਹਨੇ ਇੱਕ ਟ੍ਰੀਟੀ ਸੀਗੀ ਬੇਸਿਕਲੀ, ਜਾਂ ਕਹਿ ਲਓ ਪਾਲਿਸੀ ਸੀ ਅੰਗਰੇਜ਼ਾਂ ਦੀ ਸਬਸਿਡੀ ਅਲਾਈਅੰਸ ਦੀ, ਉਹ ਉਹਦੇ ਤਹਿਤ ਇੱਕ ਐਗਰੀਮੈਂਟ ਸਾਈਨ ਕਰ ਲਿਆ ਤੇ ਆਪਣਾ ਸਾਰਾ ਕੁਝ ਸਰੈਂਡਰ ਕਰਕੇ ਬੈਠ ਗਿਆ ਜੀ। ਇਹ ਐਵੇਂ ਕੈਪਚਰ ਕੀਤਾ ਹੈ। ਉਹ ਆਪਾਂ ਗੱਲ ਕਰਾਂਗੇ ਕਿਹੜੇ ਉਹਨਾਂ ਨੇ ਪਾਲਿਸੀ ਜਿਹੜੀ ਹੈ ਆਪਣੀ ਪਾਲਿਸੀ ਨਾਲ ਜਾਂ ਸਰੈਂਡਰ ਕਰਵਾਏ, ਜਾਂ ਕਿਹੜੇ ਲੜਾਈ ਨਾਲ ਕੀਤੇ। ਅਵਧ, ਅਵਧ ਵੀ ਕੀ ਸੀਗਾ, ਇੱਕ ਸੂਬਾ ਸੀਗਾ, ਇੱਕ ਸਟੇਟ ਸੀਗੀ ਮੁਗਲ ਦੀ। ਜਿਹੜੇ ਉੱਥੇ ਦਾ ਗਵਰਨਰ ਸੀ ਸਾਦਤ ਖਾਨ, ਉਹਨੇ ਆਪਣੇ ਆਪ ਨੂੰ ਆਜ਼ਾਦ ਘੋਸ਼ਿਤ ਕਰ ਲਿਆ ਸੀ 1722 ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਹੈਦਰਾਬਾਦ ਸੀ, ਉਹ ਵੀ ਮੁਗਲ ਦਾ ਇੱਕ ਸਟੇਟ ਜਾਂ ਸੂਬਾ ਸੀ, ਜਿਹਨੂੰ 1724 ਦੇ ਵਿੱਚ ਉੱਥੇ ਦੇ ਗਵਰਨਰ ਨੇ ਆਜ਼ਾਦ ਘੋਸ਼ਿਤ ਕਰ ਲਿਆ ਸੀ, ਚਿਨ ਕੁਲਿਚ ਖਾਨ। ਇਹ ਨਾਮ ਯਾਦ ਰੱਖਣ ਵਾਲੇ ਇੰਨੇ ਇੰਪੋਰਟੈਂਟ ਨਹੀਂ ਹੈਗੇ, ਪਰ ਕੁਐਸਚਨ ਆ ਸਕਦਾ ਹੈ ਕਈ ਵਾਰੀ, ਸਾਨੂੰ ਥੋੜਾ ਜਿਹਾ ਆਈਡੀਆ ਹੋਣਾ ਚਾਹੀਦਾ ਹੈ। ਅਵਧ ਨੂੰ ਕਿਵੇਂ ਕੈਪਚਰ ਕੀਤਾ, ਕੋਈ ਲੜਾਈ ਨਹੀਂ ਕੀਤੀ ਗਈ, ਸਬਸਿਡੀ ਅਲਾਈਅੰਸ, ਤੇ ਬਾਅਦ ਚ ਮਿਸ ਗਵਰਨੈਂਸ ਦੇ ਬੇਸ ਤੇ ਵੀ ਤੁਹਾਨੂੰ ਪ੍ਰਸ਼ਾਸਨ ਚਲਾਉਣਾ ਸਹੀ ਨਹੀਂ ਆ ਰਿਹਾ, ਅਸੀਂ ਠੀਕ ਚਲਾਵਾਂਗੇ, ਉਹਨੂੰ ਕਬਜ਼ਾ ਲਿਆ ਗਿਆ ਸੀ। 1856 ਦੀ ਗੱਲ ਹੈ। ਤਾਂ ਹੀ ਅਵਧ ਦੀ ਜਿਹੜੀ ਬੇਗਮ ਸੀ, ਬੇਗਮ ਹਜ਼ਰਤ ਮਹਿਲ, ਆਪਾਂ ਨਾਮ ਸੁਣਿਆ ਸੀ ਉਹਦਾ 1857 ਦੇ ਵਿਦਰੋਹ ਚ, ਕਿਉਂਕਿ 1856 ਚ ਉਹ ਤੋਂ ਅਵਧ ਲੈ ਲਿਆ ਗਿਆ ਸੀ। ਹੈਦਰਾਬਾਦ, ਹੈਦਰਾਬਾਦ 'ਚ ਵੀ ਕੀ ਹੈ, ਇੱਥੇ ਜਿਹੜਾ ਸੀਗਾ ਸਬਸਿਡਰੀ ਅਲਾਈਅੰਸ ਸਾਈਨ ਹੋਇਆ 1798 ਦੇ ਵਿੱਚ। ਤੇ ਕਿਹਾ ਜਾਂਦਾ ਸਭ ਤੋਂ ਪਹਿਲਾਂ ਜੇ ਕਿਸੇ ਨੇ ਸਬਸਿਡਰੀ ਅਲਾਈਅੰਸ ਸਾਈਨ ਕੀਤਾ ਤਾਂ ਉਹ ਹੈਦਰਾਬਾਦ ਸੀ, ਤੇ ਇਹਨੇ ਵੀ ਸਰੈਂਡਰ ਕਰਤਾ ਜੀ। ਮੈਸੂਰ, ਮੈਸੂਰ ਜਿਹੜਾ ਸੀਗਾ, ਆਪਾਂ ਨਾਮ ਸੁਣਿਆ ਹੈਦਰ ਅਲੀ ਤੇ ਟੀਪੂ ਸੁਲਤਾਨ। ਐਕਚੁਅਲੀ 1761 ਦੇ ਵਿੱਚ ਕਿਹਾ ਜਾਂਦਾ ਹੈਦਰ ਅਲੀ ਨੇ ਬਣਾਇਆ ਸੀ ਜਾਂ ਬਸਾਇਆ ਸੀ, ਪਰ ਐਵੇਂ ਨਹੀਂ ਸੀਗਾ। ਐਕਚੁਅਲ ਚ ਉੱਥੇ ਕੋਈ ਹੋਰ ਡਾਇਨੈਸਟੀ ਸੀ, ਉਹ ਸੀਗੀ ਵੁਡਿਆਰ, ਵੁਡਿਆਰ ਡਾਇਨੈਸਟੀ। ਤੇ ਇਹ ਸਿਪਾਹੀ ਸੀਗਾ, ਇਹ ਸਿਪਾਹੀ ਉੱਥੇ ਬਣਦਾ ਬਣਦਾ ਉੱਥੇ ਇੱਕ ਮਿਲਟਰੀ ਜਨਰਲ ਬਣ ਗਿਆ ਉਹਨਾਂ ਦਾ, ਤੇ ਬਾਅਦ ਚ ਇਹਨੇ ਸਾਰਾ ਕੁਝ ਆਪਣੇ ਹੱਥ ਚ ਲੈ ਲਿਆ, ਆਪ ਕੰਟਰੋਲ ਕਰਨਾ ਸ਼ੁਰੂ ਕਰਤਾ, ਤੇ ਰਾਜਾ ਜਿਹੜਾ ਉਹਨੂੰ ਸਾਈਡਲਾਈਨ ਕਰ ਦਿੱਤਾ ਗਿਆ। ਇਸ ਕਰਕੇ ਆਪਾਂ ਜਿਹੜਾ ਨਾਮ ਜਾਣਦੇ ਹਾਂ ਉਹ ਹੈਦਰ ਅਲੀ ਦਾ ਜਾਣਦੇ, ਹੈਦਰ ਸੁਲਤਾਨ ਨਹੀਂ ਕਹਿੰਦੇ ਆਪਾਂ, ਜਾਂ ਕਿੰਗ ਹੈਦਰ ਨਹੀਂ ਕਹਿੰਦੇ। ਬਟ ਜਿਹੜਾ ਇਹਦਾ ਬੇਟਾ ਸੀ ਟੀਪੂ, ਉਹਨੇ ਆਪਣੇ ਆਪ ਨੂੰ ਸੁਲਤਾਨ ਕਿਹਾ। ਚਲੋ, ਇਹਦੀ ਨਾ 4 ਲੜਾਈਆਂ ਹੋਈਆਂ ਜਿਨ੍ਹਾਂ ਨੂੰ ਐਂਗਲੋ ਮੈਸੂਰ ਵਾਰ ਕਿਹਾ ਜਾਂਦਾ ਹੈ। ਇਹ 1767 ਦੇ ਵਿੱਚ ਸ਼ੁਰੂ ਹੋਈ ਸੀ ਲੜਾਈ, ਤੇ ਕਦੇ ਇੱਕ ਵਾਰ ਹੋ ਗਈ, ਫਿਰ ਦੁਬਾਰਾ ਹੋ ਗਈ, ਫਿਰ ਰੁਕੀ, ਫਿਰ ਹੋ ਗਈ, 1799 ਦੇ ਵਿੱਚ ਜਾ ਕੇ ਖਤਮ ਹੋਈ ਹੈ। 99 ਚ ਹੋਇਆ ਕਿ ਟੀਪੂ ਸੁਲਤਾਨ ਦੀ ਡੈਥ ਹੋ ਗਈ ਹੈ, ਉਹ ਲੜਾਈ ਚ ਮਰ ਗਿਆ, ਤੇ ਉਹਦਾ ਜਿਹੜਾ ਏਰੀਆ ਸੀ ਮੈਸੂਰ ਦੇ ਸਾਰੇ ਏਰੀਆ ਉਹ ਕੈਪਚਰ ਕਰ ਲਏ ਗਏ, ਅੰਗਰੇਜ਼ਾਂ ਨੇ ਲੈ ਲਏ, ਤੇ ਕੁਝ ਏਰੀਆ ਜਿਹੜਾ ਵੁਡਿਆਰ ਡਾਇਨੈਸਟੀ ਦਾ ਵੰਸ਼ਜ ਸੀ ਉਹਨੂੰ ਦੇ ਦਿੱਤਾ ਗਿਆ ਸੀਗਾ। ਇਸੇ ਤਰ੍ਹਾਂ ਪੰਜਾਬ, ਪੰਜਾਬ ਦੇ ਬਾਰੇ ਅਸੀਂ ਜਾਣਦੇ ਹਾਂ 1792 ਰਣਜੀਤ ਸਿੰਘ ਨੇ ਇਹਦੀ ਜਿਹੜੀ ਨੀਂਹ ਰੱਖੀ ਸੀ ਪੰਜਾਬ ਦੀ ਸਟੇਟ ਦੀ, ਕਿਉਂਕਿ ਮਿਸਲਾਂ ਹੁੰਦੀਆਂ ਸੀ ਪਹਿਲਾਂ, ਸ਼ੁਕਰ ਚੱਕੀਆ ਮਿਸਲ ਚ ਸੀਗਾ ਇਹ, ਹੈ ਨਾ। ਰਣਜੀਤ ਸਿੰਘ ਅਸੀਂ ਸੁਣਿਆ ਹੋਣਾ ਪਹਿਲਾਂ, ਤੇ ਹੁਣ ਕੀ ਬਣਾ ਲਿਆ ਸੀ ਇਹਨੇ, ਇੱਕ ਪੂਰਾ ਸਟੇਟ ਬਣਾ ਲਈ ਸੀ, ਇੱਕ ਆਪਣਾ ਮੁਲਕ ਬਣਾ ਲਿਆ, ਅੰਪਾਇਰ ਬਣਾ ਲਈ ਸੀ, ਵੱਡੀ ਹੋ ਗਈ ਸੀ ਉਹ। ਤੇ ਇਹਦੀ
ਡੈਥ ਹੋਈ ਹੈ 1839 ਚ। 39 ਤੱਕ ਤਾਂ ਠੀਕ ਰਿਹਾ ਸਾਰਾ ਕੁਝ, ਕਿਉਂਕਿ ਇਹ ਇੰਨਾ ਸਟਰੋਂਗ ਤਾਂ ਨਹੀਂ ਸੀਗਾ, ਪਰ ਇਹਨੇ ਸਾਂਭ ਕੇ ਰੱਖਿਆ ਸੀ। ਇਹਦੀ ਡੈਥ ਤੋਂ ਬਾਅਦ ਕੋਈ ਵੀ ਇਹੋ ਜਿਹਾ ਇਹਦਾ ਬੇਟਾ ਜਾਂ ਕੋਈ ਡਿਸੈਂਡੈਂਟ ਕਾਬਲ ਨਹੀਂ ਸੀਗਾ ਜਿਹੜਾ ਕਿ ਉਹਨੂੰ ਸਾਂਭ ਸਕਦੇ। ਤੇ ਕੁਝ ਬਹਾਨੇ ਮਿਲੇ, ਐਕਸਕਿਊਜ਼ ਮਿਲੇ ਅੰਗਰੇਜ਼ਾਂ ਨੂੰ ਅਟੈਕ ਕਰਨ ਦੇ। ਤੇ ਇੱਕ ਲੜਾਈ ਹੋਈ, ਫਿਰ ਦੂਸਰੀ, ਠੀਕ ਹੈ ਜੀ। ਤੇ ਦੋ ਐਂਗਲੋ ਸਿੱਖ ਵਾਰ ਹੋਈਆਂ। ਨਤੀਜਾ ਕੀ ਸੀ? ਜਿਹੜੀ ਦੂਸਰੀ ਲੜਾਈ ਹੋਈ, ਸੈਕਿੰਡ ਵਾਰ ਹੋਈ, ਉਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਸੀ। ਤੇ ਇਹ ਸਾਰੇ ਉਹ ਇਲਾਕੇ ਜਿਹੜੇ ਅੰਗਰੇਜ਼ਾਂ ਨੇ ਆਪਣੇ ਕਬਜ਼ੇ 'ਚ ਲਏ, ਜ਼ਿਆਦਾਤਰ ਲੜਾਈ ਕਰਕੇ ਰਹੇ ਹੈ। ਤੇ ਇਹਦੇ ਮੋਟਾ ਮੋਟਾ ਦੇਖ ਲੈਂਦੇ ਹਾਂ ਆਪਾਂ ਇਹਨਾਂ ਦੇ ਬਾਰੇ। ਜਿਵੇਂ ਐਂਗਲੋ ਮੈਸੂਰ ਵਾਰ ਹੈ, ਇਹਨਾਂ ਦੇ ਬਾਰੇ ਤੁਹਾਨੂੰ ਬਸ ਇਹ ਯਾਦ ਰੱਖੋ, ਜਿਹੜੀ ਪਹਿਲੀ ਲੜਾਈ ਕਦੋਂ ਹੋਈ ਹੈ? 1767 ਤੋਂ ਲੈ ਕੇ 69 ਚ। ਤੇ ਆਪਾਂ ਤਾਂ ਉਹਦੀ ਵੀ ਗੱਲ ਕੀਤੀ ਸੀ, ਮਰਾਠਾ ਦੀ। ਉਹਨਾਂ ਦੇ ਨਾਲ ਸਟਾਰਟ ਹੋਈ ਹੈ 1775 ਦੇ ਵਿੱਚ। ਇਹਦਾ ਮਤਲਬ ਕੀ ਹੈ? ਵੀ ਅੰਗਰੇਜ਼ ਨੇ ਇਹਨਾਂ ਨਾਲ ਸ਼ੁਰੂ ਕੀਤੀ ਸੀ, ਫਿਰ ਨਾਲ ਹੀ ਇਹਨਾਂ ਨਾਲ ਵੀ ਸ਼ੁਰੂ ਕਰਤੀ ਇਸ ਤੋਂ ਬਾਅਦ। ਹੁਣ ਜਦ ਇਹ ਲੜਾਈ ਸਾਰੀ ਖਤਮ ਨਹੀਂ ਹੋ ਗਈ ਹੈ, ਉਦੋਂ ਤੱਕ ਮਰਾਠੇ ਨਾਲ ਉਹਨਾਂ ਨੇ ਕੋਈ ਲੜਾਈ ਨਹੀਂ ਕੀਤੀ, ਕਿਉਂਕਿ ਜਿਹੜੀ ਦੂਸਰੀ ਲੜਾਈ ਹੈ ਮਰਾਠਾ ਨਾਲ, ਉਹ 1803 ਚ ਜਾ ਕੇ ਕਿਤੇ 2-3 ਚ ਜਾ ਕੇ ਸਟਾਰਟ ਹੋਈ ਹੈ। ਯਾਨੀ ਕਿ ਦੋ ਪਾਸੇ ਇੱਕੋ ਟਾਈਮ ਅੰਗਰੇਜ਼ ਨਹੀਂ ਸੀ ਲੜ ਸਕਦੇ, ਕਿਉਂਕਿ ਜਿਹੜੇ ਮੈਸੂਰ ਸੀਗਾ ਜਾਂ ਮਰਾਠਾ ਸੀਗੇ ਉਹ ਸਾਰੇ ਪਾਵਰਫੁਲ ਸੀਗੇ, ਹੈ ਨਾ। ਤੇ ਜੇ ਤੁਹਾਨੂੰ ਯਾਦ ਹੋਵੇ, ਉਹੀ ਟਾਈਮ ਹੈ 1763 ਤੋਂ ਬਾਅਦ, ਜਦ ਹਜੇ ਅੰਗਰੇਜ਼ਾਂ ਨੇ ਕਿਹਨੂੰ ਹਰਾਇਆ ਸੀ? ਫ੍ਰੈਂਚ ਨੂੰ ਹਰਾਇਆ ਸੀ। ਤੇ 1764 ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ? ਕਿਹਨੂੰ ਹਰਾਇਆ ਸੀ? ਬੰਗਾਲ। ਮਤਲਬ ਲਾਈਨ ਲਾਈ ਹੋਈ ਹੈ, ਪਹਿਲਾਂ ਉਹਨਾਂ ਨੇ ਫ੍ਰਾਂਸੀਸੀ ਨੂੰ ਹਰਾਇਆ, ਫਿਰ ਆ ਕੇ ਬੰਗਾਲ ਕੈਪਚਰ ਕਰ ਲਿਆ ਸੀ। ਤੇ ਬੰਗਾਲ ਤੋਂ ਬਾਅਦ ਸਿੱਧਾ ਕਿਸ ਤੇ ਅਟੈਕ ਕਰਨਾ ਸ਼ੁਰੂ ਕਰਤਾ? ਮੈਸੂਰ ਤੇ ਅਟੈਕ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ। ਤੇ ਮੈਸੂਰ ਤੋਂ ਬਾਅਦ ਉਹਨਾਂ ਨੇ ਮਰਾਠਾ ਤੇ, ਫਿਰ ਉਹਨਾਂ ਨੇ ਦੇਖਿਆ ਕਿ ਪੋਸੀਬਲ ਨਹੀਂ ਹੈ, ਪਹਿਲਾਂ ਮੈਸੂਰ ਨਾਲ ਲੜ ਲਓ, ਫਿਰ ਮਰਾਠੇ ਨਾਲ ਲੜਾਂਗੇ, ਐਵੇਂ ਹੋਇਆ ਜੀ। ਤੇ ਜਿਹੜੀ ਫਸਟ ਵਾਰ ਹੈ, ਇਹ ਥੋੜਾ ਥੋੜਾ ਦੇਖ ਲਓ ਵੀ ਕੌਣ ਕੌਣ ਸੀਗਾ। ਹੈਦਰ ਅਲੀ ਸੀਗਾ ਮਰਾਠਾ, ਇਹ ਉਦੋਂ ਦੋਸਤ ਸੀਗੇ, ਪਰ ਬਾਅਦ ਚ ਅੰਗਰੇਜ਼ਾਂ ਨੇ ਉਹਨਾਂ ਤੋਂ ਅਲੱਗ ਕਰ ਲਿਆ ਇਹਨਾਂ ਨੂੰ। ਉਹਨਾਂ ਦੀ ਕੰਸਪੀਰੇਸੀ ਇਦਾਂ ਦੀ ਸੀਗੀ, ਹੈ ਨਾ। ਤੇ ਜਿਹੜਾ ਨਿਜ਼ਾਮ ਸੀਗਾ ਉਹ ਅੰਗਰੇਜ਼ਾਂ ਦੀ ਹੈਲਪ ਚ ਆ ਗਿਆ, ਬਟ ਹੈਦਰ ਅਲੀ ਨੇ ਉਹਨਾਂ ਨੂੰ ਡਿਫੀਟ ਕਰਤਾ। ਤੇ ਬਾਅਦ ਚ ਉਹਨਾਂ ਦੇ ਵਿੱਚ ਕੀ ਹੈ, ਇੱਕ ਪੀਸ ਕਿਵੇਂ ਹੋਈ, ਵੀ ਲੜਾਈ ਖਤਮ ਕਿਵੇਂ? ਟ੍ਰੀਟੀ ਆਫ ਮਦਰਾਸ ਹੋਈ। ਇਹ ਯਾਦ ਰੱਖ ਲਿਓ ਵੀ ਟ੍ਰੀਟੀ ਆਫ ਮਦਰਾਸ ਕਦੋਂ ਹੋਈ ਹੈ? ਪਹਿਲੀ ਐਂਗਲੋ ਮੈਸੂਰ ਵਾਰ ਤੋਂ ਬਾਅਦ ਹੋਈ ਹੈ। ਲੜਾਈ ਦੁਬਾਰਾ ਫੇਰ ਸ਼ੁਰੂ ਹੋ ਗਈ ਜੀ 1780 ਦੇ ਵਿੱਚ। 80 ਤੋਂ ਲੈ ਕੇ 84 ਤੱਕ ਚਲੀ ਹੈ, ਬਟ 82 ਸਰ ਦੇ ਵਿੱਚ। ਹਾਂਜੀ, ਸਰ ਇਹ ਮਰਾਠਾ ਅਟੈਕ ਮੈਸੂਰ ਇਨ 1970। ਨਹੀਂ ਨਹੀਂ, ਇਹ ਹੋਏਗਾ 1770 ਹੋਏਗਾ ਜੀ, 1900 ਨਹੀਂ ਹੈ, 1770 ਗਲਤ ਲਿਖਿਆ। ਓਕੇ ਸਰ। ਹਾਂ ਠੀਕ ਹੈ। ਤੇ ਜਿਹੜੀ ਸੈਕਿੰਡ ਹੋਈ ਹੈ ਉਹ 1780 ਤੋਂ ਲੈ ਕੇ 84 ਤੱਕ ਹੋਈ ਹੈ। ਤੇ 1782 ਦੇ ਵਿੱਚ ਐਕਚੁਅਲੀ ਇਹਦੀ ਡੈਥ ਹੋ ਗਈ ਸੀ, ਹੈਦਰ ਅਲੀ ਦੀ। ਤੇ ਫਿਰ ਕੀ ਸੀਗਾ, ਫਿਰ ਜ਼ਿਆਦਾ ਦੇਰ ਨਹੀਂ ਸੀ ਚੱਲ ਸਕਦਾ। ਤੇ ਜਿਹੜੇ ਉਸ ਤੋਂ ਬਾਅਦ ਜਿਹੜਾ ਇਹਦਾ ਬੇਟਾ ਹੈ, ਉਹਨੇ 2 ਸਾਲ ਤੱਕ ਚਲਾਇਆ। ਤੇ 2 ਸਾਲ ਤੋਂ ਬਾਅਦ ਉਹਨੇ ਤੇ ਇੱਕ ਟ੍ਰੀਟੀ ਸਾਈਨ ਕਰ ਲਈ ਵੀ ਯਾਰ ਪੀਸ ਮੇਨਟੇਨ ਕਰਦੇ, ਆਪਾਂ ਲੜਾਈ ਨਹੀਂ ਕਰ ਸਕਦੇ। ਟ੍ਰੀਟੀ ਆਫ ਮੈਂਗਲੋਰ ਕਹਿੰਦੇ ਉਹਨੂੰ, ਠੀਕ ਹੈ ਜੀ। ਇਸੇ ਤਰ੍ਹਾਂ ਜਿਹੜੇ ਤੀਸਰੀ ਵਾਰ ਹੋਈ ਹੈ, ਉਦੋਂ ਜਿਹੜਾ ਗਵਰਨਰ ਸੀਗਾ ਲਾਰਡ ਕਾਰਨਵਾਲਿਸ, ਉਸ ਲੜਾਈ 'ਚ ਟੀਪੂ ਸੁਲਤਾਨ ਹਾਰ ਗਿਆ ਸੀ। ਤੇ ਟ੍ਰੀਟੀ ਆਫ ਮੈਂਗਲੋਰ ਉਹਨੂੰ ਸਾਈਨ ਕਰਨੀ ਪਈ ਸੀ, ਤੇ ਉਸ ਤੇ ਜੁਰਮਾਨਾ ਵੀ ਲਗਾਇਆ ਗਿਆ ਸੀ। ਤੇ ਉਸ ਦੇ ਬਦਲੇ ਆਪਣੇ ਉਹਨੇ 2 ਬੇਟੇ ਅੰਗਰੇਜ਼ਾਂ ਦੇ ਕੋਰਟ 'ਚ ਭੇਜਣੇ ਪਏ ਸੀਗੇ, ਠੀਕ ਹੈ। ਜਿਹੜੀ ਚੌਥੀ ਹੈ, ਉਸ ਤੋਂ ਬਾਅਦ ਜਿਹੜੀ ਲੜਾਈ ਹੈ, ਸੌਰੀ ਕੀ ਕਹਿੰਦੇ, ਮੈਂਗਲੋਰ। ਤੇ ਉਸ ਤੋਂ ਬਾਅਦ ਚੌਥੀ ਤੋਂ ਪਹਿਲਾਂ ਇੱਕ ਟ੍ਰੀਟੀ ਹੋਰ ਹੋਈ ਸੀ, ਟ੍ਰੀਟੀ ਆਫ ਸੇਰਿੰਗਾਪਟਨਮ। ਤੇ ਕਿਉਂਕਿ ਟੀਪੂ ਸੁਲਤਾਨ ਹਾਰ ਗਏ ਸੀ, ਫਿਰ ਜਿਹੜੀ ਚੌਥੀ ਲੜਾਈ ਹੈ 1799 ਦੇ ਵਿੱਚ ਹੋਈ ਹੈ। ਇੱਕੋ ਸਾਲ ਲਿਖਿਆ ਇੱਥੇ, ਕਿਉਂਕਿ ਇਹਦੇ ਵਿੱਚ ਟੀਪੂ ਸੁਲਤਾਨ ਦੀ ਡੈਥ ਹੋ ਗਈ ਹੈ। ਤੇ ਉਹਦੀ ਡੈਥ ਤੋਂ ਬਾਅਦ ਇਹ ਸਾਰਾ ਖਤਮ ਹੋ ਗਿਆ ਹੈ। ਤੇ ਇਹਦਾ ਜਿਹੜਾ ਮੈਸੂਰ ਦੇ ਏਰੀਆ ਸੀ, ਉਹ ਸਾਰੇ ਅੰਗਰੇਜ਼ਾਂ ਦੁਆਰਾ ਕੈਪਚਰ ਕਰ ਲਿੱਤੇ ਗਏ। ਤੇ ਕੁਝ ਜਿਹੜੇ ਉਹਨਾਂ ਦੇ ਸਪੋਰਟਰ ਸੀਗੇ, ਜਿਵੇਂ ਮਰਾਠਾਸ ਤੇ ਹੈਦਰਾਬਾਦ ਦਾ ਨਿਜ਼ਾਮ, ਕੁਝ ਉਹਨਾਂ ਨੂੰ ਦੇ ਦਿੱਤੇ ਗਏ ਸੀਗੇ। ਤੇ ਮੈਸੂਰ ਹੁਣ ਪਾਵਰ ਨਹੀਂ ਰਿਹਾ ਸੀ, ਹੁਣ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਿਆ। ਇਸ ਤੋਂ ਬਾਅਦ ਮਰਾਠਾਸ। ਮਰਾਠਾਸ 3 ਵਾਰ ਹੋਈਆਂ, ਕਿਹੜੀ ਕਿਹੜੀ? ਜਿਹੜੀ ਪਹਿਲੀ ਐਂਗਲੋ ਮਰਾਠਾ ਵਾਰ ਹੈ 1775 ਤੋਂ ਲੈ ਕੇ 1782 ਦੇ ਵਿੱਚ ਹੋਈ ਹੈ। ਦੂਸਰੀ ਹੋਈ ਹੈ 1803 ਤੋਂ ਲੈ ਕੇ 1805। ਜਿਹੜੀ ਤੀਸਰੀ ਹੋਈ ਹੈ 1817 ਤੋਂ ਲੈ ਕੇ 1819 ਤੱਕ। ਇਹ ਸੀਗਾ ਕਿ ਐਕਚੁਅਲੀ ਸ਼ੁਰੂ ਕਿੱਥੋਂ ਹੋਈ ਕਹਾਣੀ? 75 ਤੇ 82 ਇੰਨੇ ਸਾਲ ਕੀ ਹੋ ਰਿਹਾ ਹੈ? ਜੋ ਬੰਗਾਲ ਦੇ ਵਿੱਚ ਹੋਇਆ, ਕੈਲਕਟਾ ਦੇ ਵਿੱਚ ਹੋਇਆ। ਬੰਗਾਲ ਦਾ ਜਿਹੜਾ ਨਵਾਬ ਸੀਗਾ, ਉਹਦੇ ਦਰਬਾਰ ਦੇ ਵਿੱਚ ਕੁਝ ਗੱਦਾਰ ਸੀਗੇ,
ਅੰਗਰੇਜ਼ਾਂ ਨੂੰ ਗੱਦਾਰ ਮਿਲ ਗਏ ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਮਦਦ ਨਾਲ ਉੱਥੇ ਸਾਰੀ ਨੌਲੇਜ, ਜਿਹੜੀ ਸਾਰੀ ਇਨਫੋਰਮੇਸ਼ਨ ਸੀ ਅੰਦਰ ਦੀ, ਉਹ ਲੈਣੀ ਸ਼ੁਰੂ ਕਰਤੀ ਤੇ ਬਾਅਦ ਚ ਬੰਗਾਲ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਇੱਥੇ ਵੀ ਅੰਗਰੇਜ਼ ਜਿਹੜੇ ਸੀਗੇ, ਇਹ ਦੂਸਰਾ ਬੇਸ ਸੀਗਾ ਉਹਨਾਂ ਦਾ, ਦੂਸਰਾ ਗਵਰਨਰ ਇੱਥੇ ਹੁੰਦਾ ਸੀ। ਉਹ ਕਹਿੰਦੇ ਬੰਗਾਲ ਕੋਲ ਤਾਂ ਬਹੁਤ ਪੈਸਾ ਆ ਗਿਆ, ਕਿਉਂਕਿ ਉਹਨਾਂ ਨੇ ਸੌਰੀ, ਜਿਹੜਾ ਕੈਲਕਟਾ ਵਾਲਾ ਗਵਰਨਰ ਹੈ, ਉਹਨਾਂ ਕੋਲ ਬਹੁਤ ਪੈਸਾ ਆ ਗਿਆ ਕਿਉਂਕਿ ਉਹਨਾਂ ਨੇ ਬੰਗਾਲ ਕੈਪਚਰ ਕਰ ਲਿਆ, ਤੇ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ। ਇਹ ਬੰਬੇ ਵਾਲੇ ਸੋਚਣਾ ਸ਼ੁਰੂ ਕਰਤਾ ਉਹਨਾਂ ਨੇ। ਉੱਥੇ ਉਹਨਾਂ ਨੇ ਇੱਕ ਬੰਦਾ ਦੇਖਿਆ, ਰਘੁਨਾਥ ਰਾਓ, ਉਹ ਪੇਸ਼ਵਾ ਬਣਨਾ ਚਾਹੁੰਦਾ ਸੀ, ਉਹਦੀ ਮਦਦ ਸ਼ੁਰੂ ਕੀਤੀ ਸੀ ਤੇ ਉੱਥੇ ਪੰਗਾ ਸਟਾਰਟ ਹੋਇਆ ਹੈ। ਠੀਕ ਹੈ ਜੀ। ਤੇ ਬਾਅਦ ਚ ਖਤਮ ਕਿੱਥੇ ਹੋਇਆ, ਟ੍ਰੀਟੀ ਆਫ ਸਾਲਬਾਈ ਨਾਲ, ਵੀ ਅਸੀਂ ਹੁਣ ਨਹੀਂ ਲੜਾਂਗੇ। ਤੇ ਕਹਿੰਦੇ ਅਗਲੇ 20 ਸਾਲਾਂ ਤੱਕ ਉੱਥੇ ਸ਼ਾਂਤੀ ਰਹੀ ਹੈ ਜੀ, ਕਿਉਂਕਿ ਹੁਣ ਇਹਦਾ ਬਿਜ਼ੀ ਕਿੱਥੇ ਹੋ ਗਏ, ਇਹ ਬਿਜ਼ੀ ਹੋ ਗਏ ਸੀ ਐਂਗਲੋ ਮੈਸੂਰ ਵਾਰ 'ਚ। ਜਿਹੜਾ ਇਹ ਵਾਲੀ ਲੜਾਈ ਹੈ, ਇਹ ਕਿਉਂ ਹੋਈ ਸੀਗੀ, ਕਿਉਂਕਿ ਸਬਸਿਡੀ ਅਲਾਈਅੰਸ ਸਾਈਨ ਕਰ ਲਿਆ ਸੀ ਪੇਸ਼ਵਾ ਨੇ। ਪੇਸ਼ਵਾ ਦੀ ਦੇ ਉੱਪਰ ਅਟੈਕ ਹੋਇਆ ਸੀ ਤੇ ਉਹਨੇ ਦੇਖਿਆ ਅਟੈਕ ਕਿਹਨੇ ਕੀਤਾ ਹੈ, ਜਿਹੜੇ ਦੂਸਰੇ ਮਰਾਠਾ ਸੀਗੇ, ਕਿਉਂਕਿ ਮਰਾਠਾ ਦੇ ਗਰੁੱਪ ਅਲੱਗ-ਅਲੱਗ ਬਣ ਗਏ ਸੀ, ਇਸੇ ਕਰਕੇ ਪਿੱਛੇ ਇੱਕ ਵਰਡ ਲਿਖਿਆ ਸੀ ਮਰਾਠਾ ਕਨਫੈਡਰੇਸੀ। ਹੁਣ ਗਰੁੱਪ ਕਿਹੜੇ ਹੈ, ਇੱਕ ਤਾਂ ਸੀਗਾ ਪੇਸ਼ਵਾ ਜਿਹੜਾ ਕਿ ਪ੍ਰਾਈਮ ਮਿਨਿਸਟਰ ਸੀਗਾ, ਪਰ ਜਿਹੜੇ ਬਾਕੀ ਸੀਗੇ, ਜਿਵੇਂ ਤੁਸੀਂ ਸੁਣਿਆ ਹੋਣਾ ਸਿੰਧਿਆ, ਸਿੰਧਿਆ ਕਿੱਥੇ ਦੇ ਸੀ, ਗਵਾਲੀਅਰ ਦੇ ਸੀ। ਇੱਕ ਤੁਸੀਂ ਸੁਣਿਆ ਹੋਣਾ ਗਾਇਕਵਾੜ, ਗਾਇਕਵਾੜ ਸੀਗੇ ਬੜੌਦਾ ਦੇ ਜੀ। ਇੱਕ ਤੁਸੀਂ ਸੁਣਿਆ ਹੋਣਾ ਭੌਂਸਲੇ, ਭੌਂਸਲੇ ਸੀਗੇ ਕਿੱਥੇ ਦੇ, ਨਾਗਪੁਰ ਦੇ। ਇੱਕ ਸੀਗੇ ਹੋਲਕਰ, ਹੋਲਕਰ ਸੀਗੇ ਇੰਦੌਰ ਦੇ। ਤੇ ਟੋਟਲ ਮਿਲਾ ਕੇ 5 ਗਰੁੱਪ ਸੀਗੇ। ਹੁਣ ਜਦ ਪੇਸ਼ਵਾ ਨੇ ਸਬਸਿਡਰੀ ਅਲਾਈਅੰਸ ਸਾਈਨ ਕੀਤਾ, ਸਬਸਿਡਰੀ ਅਲਾਈਅੰਸ ਦੀ ਕੰਡੀਸ਼ਨ ਸੀਗੀ ਕਿ ਉਹਨਾਂ ਨੂੰ ਬਹੁਤ ਕੁਝ ਸਰੈਂਡਰ ਕਰਨਾ ਪੈਂਦਾ ਸੀ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਜਿਹੜੇ ਦੂਸਰੇ ਮਰਾਠਾ ਸੀਗੇ, ਉਹਨਾਂ ਨੂੰ ਇਨਸਲਟ ਫੀਲ ਹੋਈ, ਉਹ ਕਹਿੰਦੇ ਅਸੀਂ ਇਹਦੀ ਬੇਇੱਜ਼ਤੀ ਹੋਈ ਹੈ ਸਾਡੀ, ਅਸੀਂ ਬਦਲਾ ਲਿਆਂਗੇ। ਬਦਲਾ ਕੀ ਲੈਣਾ, ਫਿਰ ਉਸ ਟਾਈਮ ਤੱਕ ਫਿਰ ਅੰਗਰੇਜ਼ ਬਹੁਤ ਪਾਵਰਫੁਲ ਹੋ ਚੁੱਕੇ ਸੀ, ਤੇ ਹੋਇਆ ਕਿ ਉਹਨਾਂ ਨੂੰ ਹਰਾ ਦਿੱਤਾ ਗਿਆ ਤੇ ਉਹਨਾਂ ਨੂੰ ਆਪਣੀ ਜ਼ਮੀਨ ਸਰੈਂਡਰ ਕਰਨੀ ਪਈ। ਇਹ ਟ੍ਰੀਟੀ ਸਾਈਨ ਹੋਈਆਂ, ਟ੍ਰੀਟੀ ਆਫ ਦੇਵਗਾਂਵ, ਸੂਰਜੀ ਅਰਜਨ ਗਾਂਵ ਤੇ ਰਾਜਪੁਰ ਘਾਟ। ਹੁਣ ਇੱਕ ਸਵਾਲ ਕੀ ਆਉਂਦਾ ਵੀ ਇਹ ਟ੍ਰੀਟੀ ਕਦੋਂ ਸਾਈਨ ਹੋਈਆਂ ਸੀ, ਸੈਕੰਡ ਐਂਗਲੋ ਮਰਾਠਾ ਵਾਰ ਦੇ ਵਿੱਚ। ਤੇ ਹੁਣ ਮਰਾਠਾ ਕੀ ਬਣ ਗਏ, ਇੱਕ ਵੈਸਲ ਸਟੇਟ। ਵੈਸਲ ਸਟੇਟ ਮਤਲਬ ਇੱਕ ਸਬਆਰਡੀਨੇਟ, ਉਹਨਾਂ ਦੇ ਕੰਟਰੋਲ ਚ ਆ ਗਏ, ਉਹਨਾਂ ਦੇ ਅੰਡਰ ਹੋ ਗਏ। ਤੇ ਤੀਸਰੀ ਹੈ, ਇਹ ਕੁਛ ਨਹੀਂ ਹੈ, ਇਹਦਾ ਮਤਲਬ ਕੀ ਸੀਗਾ, ਹੁਣ ਜਿਹੜਾ ਸੈਕੰਡ ਚ ਹਾਰ ਹੋਈ ਹੈ ਮਰਾਠਾਸ ਦੀ, ਉਹਨਾਂ ਨੇ ਕਿਹਾ ਵੀ ਇੱਕ ਆਪਾਂ ਕੋਸ਼ਿਸ਼ ਕਰਾਂਗੇ ਆਪਣੀ ਹਾਰ ਦਾ ਬਦਲਾ ਲੈਣ ਲਈ, ਤੇ ਇੱਕ ਵਾਰੀ ਲੜਾਈ ਕਰਨੀ ਹੈ। ਤੇ ਲੜਾਈ ਹੋਈ। ਹੋਣਾ ਕੀ ਸੀ ਅਲਟੀਮੇਟਲੀ, ਹੁਣ ਤਾਂ ਪੋਸੀਬਲ ਨਹੀਂ ਸੀਗਾ ਉਹ ਜਿੱਤ ਸਕਦੇ, ਕਿਉਂਕਿ ਉਹਨਾਂ ਕੋਈ ਵੱਡਾ ਲੀਡਰ ਇਹਨਾਂ ਕੋਲ ਨਹੀਂ ਸੀਗਾ। ਤੇ ਅਲਟੀਮੇਟਲੀ ਸਾਰੇ ਮਰਾਠਾਸ ਨੂੰ ਹਰਾ ਦਿੱਤਾ ਗਿਆ ਤੇ ਟ੍ਰੀਟੀ ਸਾਈਨ ਹੋਈ ਤੇ ਉਹਨਾਂ ਦੇ ਸਾਰੇ ਏਰੀਆ ਕੈਪਚਰ ਕਰ ਲਿੱਤੇ ਗਏ। ਟ੍ਰੀਟੀ ਆਫ ਪੂਨਾ, ਟ੍ਰੀਟੀ ਆਫ ਗਵਾਲੀਅਰ ਤੇ ਟ੍ਰੀਟੀ ਆਫ ਮੰਦਸੌਰ। ਤੇ ਜਿਹੜੇ ਪ੍ਰਧਾਨ ਮੰਤਰੀ ਸ਼ਿਪ ਸੀਗੀ ਜਾਂ ਪੇਸ਼ਵਾ ਸ਼ਿਪ ਸੀ, ਜਿਹੜਾ ਪ੍ਰਧਾਨ ਮੰਤਰੀ, ਉਹਦੀ ਗੱਦੀ ਖਤਮ ਕਰ ਦਿੱਤੀ ਗਈ। ਜਿਹੜਾ ਸ਼ਿਵਾਜੀ ਦਾ ਵੰਸ਼ਜ ਸੀਗਾ, ਉਹਨੂੰ ਜਿਹੜਾ ਛੋਟਾ ਜਿਹਾ ਏਰੀਆ ਦੇ ਦਿੱਤਾ ਗਿਆ। ਅੰਗਰੇਜ਼ਾਂ ਦਾ ਇਹੀ ਬਹਾਨਾ ਸੀ ਵੀ ਅਸੀਂ ਤਾਂ, ਜਿਹੜਾ ਸ਼ਿਵਾਜੀ ਦਾ ਵੰਸ਼ਜ ਸੀ, ਪੇਸ਼ਵਾਜ਼ ਨੇ ਉਹਨੂੰ ਹਟਾਤਾ ਸੀ, ਅਸੀਂ ਤਾਂ ਉਹਨੂੰ ਉਹਦਾ ਹੱਕ ਦਿਵਾਇਆ ਹੈ। ਤੇ ਇਹਨਾਂ ਦੇ ਜਿਹੜਾ ਏਰੀਆ ਸੀਗਾ, ਉਹ ਸਾਰੇ ਅੰਗਰੇਜ਼ਾਂ ਨੇ ਕੈਪਚਰ ਕਰ ਲਏ। ਕਿਉਂ, ਕਿਉਂਕਿ ਮਰਾਠਾਸ ਦੇ ਏਰੀਆ ਬਹੁਤ ਵੱਡੇ ਸੀਗੇ। ਮੱਧ ਪ੍ਰਦੇਸ਼ ਦੇ ਏਰੀਆ, ਉੜੀਸਾ ਦੇ ਏਰੀਆ, ਆਂਧਰਾ ਦੇ ਏਰੀਆ, ਨਾਰਥ ਵੈਸਟ ਦੇ ਏਰੀਆ, ਕਾਫੀ ਏਰੀਆ ਉਹਨਾਂ ਦੇ ਅੰਡਰ ਹੁੰਦੇ ਸੀ। ਇਸ ਕਰਕੇ ਹੁਣ ਮਰਾਠਾਸ ਵੀ ਕੈਪਚਰ ਹੋ ਗਏ, ਮੈਸੂਰ ਵੀ ਕੈਪਚਰ ਹੋ ਗਿਆ ਤੇ ਬੰਗਾਲ ਵੀ ਕੈਪਚਰ ਹੋ ਗਿਆ। ਫਿਰ ਪੰਜਾਬ ਦੀ ਵਾਰੀ ਆਈ। ਰਹੇ ਅਵਧ ਉਵਧ, ਉਹ ਤਾਂ ਵੈਸੇ ਕਮਜ਼ੋਰ ਸੀਗੇ। ਤੇ ਦਿੱਲੀ ਚ ਮੁਗਲ ਸੀਗੇ, ਉਹ ਵੈਸੇ ਕਮਜ਼ੋਰ ਸੀਗੇ, ਤਾਂ ਕੋਈ ਤਗੜਾ ਸੀਗਾ ਨਹੀਂ। ਹੁਣ ਉੱਪਰ ਆ ਗਿਆ ਪੰਜਾਬ। ਪੰਜਾਬ ਦੀ ਲੜਾਈ ਨੂੰ ਆਪਾਂ ਕਹਿੰਦੇ ਸਿੱਖ ਵਾਰ, ਤੇ ਦੋ ਹੋਈਆਂ ਐਂਗਲੋ ਸਿੱਖ ਵਾਰ। ਹੋ ਕੀ ਰਿਹਾ ਸੀ, ਬੇਸਿਕਲੀ ਇਹ ਦੇਖ ਰਹੇ ਸੀ ਵੀ ਉੱਥੇ ਚੱਲ ਕੀ ਰਿਹਾ ਹੈ। ਰਣਜੀਤ ਸਿੰਘ ਦੀ ਡੈਥ ਹੋ ਗਈ ਸੀ, ਜਿਹੜਾ ਅੰਦਰ ਸੀ ਗੱਦਾਰ ਉੱਥੇ ਵੀ ਸੀਗੇ, ਤੇ ਆਪਸ 'ਚ ਕੁਛ ਨਾ ਕੁਛ ਕੰਸਪੀਰੇਸੀ, ਛੜਯੰਤਰ ਰਚੇ ਜਾਂਦੇ ਸੀਗੇ। ਇਹ ਬਸ ਉਹੀ ਦੇਖ ਰਹੇ ਸੀ ਇਹਨਾਂ ਨੇ। ਜਿਹੜਾ ਰਣਜੀਤ ਸਿੰਘ ਸੀ, ਉਹਦੇ ਨਾਲ ਇੱਕ ਟ੍ਰੀਟੀ ਸਾਈਨ ਹੋਈ ਸੀ, ਇਹਦੀ ਟ੍ਰੀਟੀ ਆਫ ਅੰਮ੍ਰਿਤਸਰ। ਉਸ ਦੇ ਤਹਿਤ ਕੀ ਸੀਗਾ ਵੀ ਜਿਹੜੀ ਸਤਲੁਜ ਨਦੀ ਹੈ, ਇਹ ਬਾਉਂਡਰੀ ਹੋਏਗੀ, ਤੇ ਸਤਲੁਜ ਨੂੰ ਪਾਰ ਨਹੀਂ ਕਰਕੇ ਕਦੇ ਵੀ ਪੰਜਾਬ ਤੋਂ ਕੋਈ ਆਏਗਾ। ਕਿਉਂਕਿ ਉੱਥੇ ਜਿਹੜੇ ਰਾਜੇ ਸੀ, ਉਹ ਅੰਗਰੇਜ਼ ਕੋਲ ਜਾਂਦੇ ਸੀ ਤੇ ਉਹਨਾਂ ਨੇ ਕਿਹਾ ਵੀ ਸਾਡੇ ਤੇ ਰਣਜੀਤ ਸਿੰਘ ਅਟੈਕ ਕਰਦਾ, ਸਾਨੂੰ ਬਚਾਓ। ਤੇ ਉਦੋਂ ਅੰਗਰੇਜ਼ਾਂ ਨੇ ਟ੍ਰੀਟੀ ਸਾਈਨ ਕੀਤੀ ਸੀ ਵੀ ਤੁਸੀਂ ਇਹਨਾਂ ਤੇ ਅਟੈਕ ਨਹੀਂ ਕਰੋਗੇ, ਕਿਉਂਕਿ ਇਹਨਾਂ ਦੀ ਪ੍ਰੋਟੈਕਸ਼ਨ ਅਸੀਂ ਕਰਾਂਗੇ। ਪਰ ਕਿਉਂਕਿ ਹੁਣ ਕੀ ਹੋਇਆ, ਜਿਹੜਾ ਸਿੱਖ ਫੋਰਸਿਸ ਸੀ, ਉਹਨੇ ਸਤਲੁਜ ਨੂੰ ਕ੍ਰਾਸ ਕਰ ਲਿਆ ਸੀ, ਤੇ ਹੁਣ ਉਹ ਓਫੈਂਸਿਵ ਹੋ ਗਏ ਸੀ, ਮੀਨਸ ਅੰਗਰੇਜ਼ਾਂ ਨਾਲ ਲੜਾਈ ਕਰਨਾ ਚਾਹੁੰਦੇ ਸੀ। ਅੰਗਰੇਜ਼ ਦਾ ਹੀ ਬਹਾਨਾ ਦੇਖ ਰਹੇ ਸੀ। ਹੋਇਆ ਕਿ ਲੜਾਈ ਹੋਈ, ਬੈਟਲ ਆਫ ਮੁਡਕੀ ਹੋਈ, ਫਿਰੋਜ਼ ਸ਼ਾਹ ਹੋਈ, ਅਲੀਵਾਲ ਤੇ ਸੁਬਰਾਓ। ਇਹ 4 ਜਗ੍ਹਾ ਹੈ ਜੀ
ਜਿੱਥੇ ਲੜਾਈਆਂ ਹੋਈਆਂ ਤੇ ਇਹਨਾਂ ਨੂੰ ਹਰਾ ਦਿੱਤਾ ਗਿਆ ਤੇ ਇੱਕ ਟ੍ਰੀਟੀ ਸਾਈਨ ਹੋਈ ਸੀ ਜਿਸ ਤੋਂ ਇਹ ਲੜਾਈ ਖਤਮ ਹੋਈ ਹੈ, ਟ੍ਰੀਟੀ ਆਫ ਲਾਹੌਰ। ਇਹ ਪਤਾ ਹੋਣਾ ਚਾਹੀਦਾ ਕਦੋਂ ਸਾਈਨ ਹੋਈ, ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ 1846 ਦੇ ਵਿੱਚ ਹੋਈ। ਇਸ 'ਚ ਕੀ ਸੀਗਾ, ਕੁਛ ਨਹੀਂ, ਜੁਰਮਾਨਾ ਲਾਤਾ ਜਿਹੜਾ ਕਿ ਉਹ ਦੇ ਨਹੀਂ ਸਕੇ। ਇਸੇ ਤਰ੍ਹਾਂ ਕਸ਼ਮੀਰ ਬਣਿਆ ਸੀ। ਜਿਵੇਂ ਜਿਹੜਾ ਮਹਾਰਾਜਾ ਦਲੀਪ ਸਿੰਘ ਸੀਗਾ, ਉਹ ਕਹਿੰਦੇ ਉਹ ਰਾਜਾ ਰਹੇਗਾ ਪਰ ਉਹ ਛੋਟਾ ਹੈ, ਉਹਦੇ ਨਾਂ ਤੇ ਉਹਦੀ ਜਿਹੜੀ ਮਦਰ ਹੈ ਜਿੰਦਾ ਕੌਰ ਉਹ ਰਹੇਗੀ ਉੱਥੇ। ਜਿਹੜਾ ਜਲੰਧਰ ਦਾ ਦੁਆਬ ਦਾ ਏਰੀਆ ਹੈ ਇਹ ਸਰੈਂਡਰ ਕਰਨਾ ਪਏਗਾ ਪੰਜਾਬ ਨੂੰ, ਬ੍ਰਿਟਿਸ਼ ਨੂੰ ਦੇਣਾ ਪਏਗਾ। ਤੇ ਜਿਹੜੀ ਆਰਮੀ ਹੈ ਉਸ ਤੇ ਲਿਮਿਟ ਲਗਾਤੀ ਵੀ ਤੁਸੀਂ ਇੱਕ ਪਾਰਟਿਕੂਲਰ ਲੈਵਲ ਤੋਂ ਆਪਣੀ ਆਰਮੀ 'ਚ ਜ਼ਿਆਦਾ ਬੰਦੇ ਨਹੀਂ ਰੱਖ ਸਕਦੇ। ਤੇ ਜੇ ਤੁਹਾਨੂੰ ਲੱਗਦਾ ਕਿਸੇ ਯੂਰਪੀਅਨ ਨੂੰ ਆਰਮੀ 'ਚ ਭਰਤੀ ਕਰਨਾ ਹੈ, ਸਾਡੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਨਹੀਂ ਕਰੋਗੇ। ਉਸ ਤੋਂ ਬਾਅਦ ਇਹਨਾਂ ਤੋਂ ਕਿਹਾ ਗਿਆ ਕਿ ਵਾਰ ਇੰਡੈਮਨਿਟੀ, ਇਹਦਾ ਮਤਲਬ ਕੀ ਹੁੰਦਾ ਹੈ, ਹਰਜਾਨਾ ਭਰਨਾ ਪਏਗਾ ਤੁਹਾਨੂੰ ਕਿਸ ਚੀਜ਼ ਦਾ, ਵਾਰ ਦਾ। ਸਾਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕਰਨੀ ਪਏਗੀ। ਤੇ ਕਿਹਾ ਜਾਂਦਾ ਕਰੀਬ 1.5 ਕਰੋੜ ਸੀਗਾ ਜਿਹੜਾ ਕਿ ਉਹ ਸਾਰੇ ਨਹੀਂ ਦੇ ਪਾਇਆ। ਤਾਂ ਕੀ ਕੀਤਾ ਗਿਆ, ਜਿਹੜੇ ਏਰੀਆ ਸੀਗੇ ਨਾ ਕਸ਼ਮੀਰ, ਹਜ਼ਾਰਾ ਦੇ, ਹੈ ਨਾ, ਬਿਆਸ ਤੋਂ ਲੈ ਕੇ ਉਹ ਸਿੰਧ ਨਦੀ ਤੱਕ ਦੇ ਏਰੀਆ ਸਾਰੇ ਜਿਹੜੇ ਹੈ ਉਹ ਅੰਗਰੇਜ਼ਾਂ ਨੂੰ ਦੇ ਦਿੱਤੇ ਗਏ। ਤੇ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ ਡੋਗਰਾ ਸੀਗੇ, ਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਉਹ ਸਾਰਾ ਏਰੀਆ ਦਿੱਤਾ ਵੀ ਜਾਓ ਤੁਸੀਂ ਅੱਜ ਇੱਥੇ ਰਾਜੇ ਬਣ ਕੇ ਰੂਲ ਕਰੋ। ਤੇ ਐਵੇਂ ਕਸ਼ਮੀਰ ਦੀ ਜਿਹੜੀ ਆ ਕਿੰਗਡਮ ਹੈ ਉਹ ਐਵੇਂ ਹੋਂਦ ਦੇ ਵਿੱਚ ਆਈ ਸੀਗੀ ਜੀ। ਠੀਕ ਹੈ। ਫਿਰ ਦੂਸਰੀ ਵਾਰ ਕੀ ਹੋਈ ਹੈ, ਜਿਹੜੀ ਪਹਿਲੀ ਵਾਰ ਤੋਂ ਬਾਅਦ ਕੀ ਕੀਤਾ, ਜਦ ਟ੍ਰੀਟੀ ਸਾਈਨ ਹੋਈ, ਅੰਗਰੇਜ਼ਾਂ ਨੇ ਆਪਣੇ ਇੱਕ ਬੰਦਾ ਜਿਹਨੂੰ ਕਹਿੰਦੇ ਸੀ ਐਮਬੈਸਡਰ ਕਹਿ ਲਓ ਜਾਂ ਰੀਜੈਂਟ ਕਹਿ ਲਓ, ਆਪਣਾ ਇੱਕ ਏਜੰਟ ਉੱਥੇ ਛੱਡਤਾ ਸੀ ਜਿਹੜਾ ਸਾਰੀ ਤੇ ਨਿਗਾਹ ਰੱਖਦਾ ਸੀ। ਪਰ ਉੱਥੇ ਕੀ ਸੀਗਾ, ਕੋਈ ਖੁਸ਼ ਨਹੀਂ ਸੀਗਾ ਕਿਉਂਕਿ ਕਿਸੇ ਦੇ ਨਾਲ ਟ੍ਰੀਟਮੈਂਟ ਵਧੀਆ ਨਹੀਂ ਹੋ ਰਹੀ ਤੇ ਉੱਥੇ ਕੰਸਪੀਰੇਸੀ ਸ਼ੁਰੂ ਹੋ ਗਈ ਸਾਰੀ ਹਰ ਪਾਸੇ। ਤੇ ਇੱਕ ਗਵਰਨਰ ਸੀ ਮੁਲਤਾਨ ਦਾ ਮੂਲ ਰਾਜ, ਉਹਨੇ ਬਗਾਵਤ ਕਰਤੀ ਉੱਥੇ। ਹੁਣ ਅੰਗਰੇਜ਼ਾਂ ਨੂੰ ਬਹਾਨਾ ਮਿਲ ਗਿਆ ਵੀ ਦੇਖੋ ਤੁਹਾਡੇ ਤੋਂ ਇਹ ਸਾਂਭਿਆ ਨਹੀਂ ਜਾ ਰਿਹਾ ਤੇ ਆ ਜਿਹੜਾ ਬਗਾਵਤ ਹੋਈ ਹੈ, ਰਿਵੋਲਟ ਹੋਇਆ ਹੈ, ਇਹਨੂੰ ਸਾਨੂੰ ਕ੍ਰਸ਼ ਕਰਨਾ ਪਏਗਾ, ਦਬਾਨਾ ਪਏਗਾ। ਉਹਨੂੰ ਬਹਾਨਾ ਮਿਲ ਗਿਆ, ਉਹਨਾਂ ਨੇ ਅਟੈਕ ਕੀਤਾ। ਪਹਿਲਾਂ ਰਾਮਨਗਰ ਵਾਲੇ ਏਰੀਆ ਚ ਲੜਾਈ ਹੋਈ, ਫਿਰ ਚਿਲੀਆਂ ਵਾਲਾ। ਤੇ ਰਾਮਨਗਰ ਚ ਕਹਿੰਦੇ ਜਿਹੜੀ ਸੀਗੀ ਇਨਡਿਸਿਸਿਵ ਰਹੀ, ਕੋਈ ਪਤਾ ਨਹੀਂ ਲੱਗਿਆ। ਤੇ ਜਿਹੜੀ ਦੂਸਰੀ ਸੀਗੀ ਉੱਥੇ ਸਿੱਖ ਜਿੱਤ ਗਏ ਸੀਗੇ। ਬਟ ਜਿਹੜੀ ਤੀਸਰੀ ਲੜਾਈ ਹੈ, ਬੈਟਲ ਆਫ ਗੁਜਰਾਤ, ਚਨਾਬ ਦੇ ਕੋਲ ਹੈ ਗੁਜਰਾਤ, ਅੱਜ ਵਾਲਾ ਗੁਜਰਾਤ ਦੀ ਗੱਲ ਕਰ ਰਹੇ, ਤੇ ਇਹ ਅੰਗਰੇਜ਼ਾਂ ਨੇ ਜਿੱਤ ਲਈ ਸੀਗੀ। ਤੇ ਇਸ ਤੋਂ ਬਾਅਦ ਹੋਣਾ ਕੀ ਸੀ, ਬਸ ਹਾਰ ਗਏ ਤੇ ਪੰਜਾਬ ਨੂੰ ਵੀ ਕੈਪਚਰ ਕਰ ਲਿਆ ਗਿਆ। ਤੇ ਇਹ ਜਿਹੜੇ ਏਰੀਆ ਆਪਾਂ ਗੱਲ ਕੀਤੀ ਹੈ, ਪੰਜਾਬ ਦਾ ਏਰੀਆ ਹੋਇਆ, ਹੈ ਨਾ, ਬੰਗਾਲ ਦਾ ਏਰੀਆ ਹੋਇਆ, ਮੈਸੂਰ ਤੇ ਮਰਾਠਾ, ਇਹ ਤਾਂ ਲੜਾਈ ਨਾਲ ਕੀਤੇ ਹੈ। ਕੁਝ ਪਾਲਿਸੀਜ਼ ਉਹਨਾਂ ਨੇ ਐਵੇਂ ਜੀ ਚਲਾਈਆਂ ਜਿਹਦੇ ਨਾਲ ਉਹ ਆਪਣੇ ਕੰਟਰੋਲ 'ਚ ਲੈ ਲਏ ਸੀਗੇ। ਕੰਟਰੋਲ 'ਚ ਪਹਿਲਾਂ ਕੰਟਰੋਲ 'ਚ ਲਏ, ਫਿਰ ਉਸ ਤੇ ਕਬਜ਼ਾ ਕਰ ਲਿਆ ਸੀ। ਉਹ ਉਹਨਾਂ 'ਚੋਂ ਇੱਕ ਪਾਲਿਸੀ ਹੈ ਜੀ ਸਬਸਿਡਰੀ ਅਲਾਇੰਸ। ਸਬਸਿਡਰੀ ਅਲਾਇੰਸ ਦਾ ਮਤਲਬ ਕੀ ਹੁੰਦਾ ਹੈ, ਵੀ ਗੱਠਜੋੜ ਕਰਨਾ, ਅਲਾਇੰਸ ਕਰੋ ਸਾਡੇ ਨਾਲ ਪਰ ਸਾਡੇ ਥੱਲੇ ਰਹਿ ਕੇ ਸਬਸਿਡਰੀ ਹੋ ਜਾਓ ਸਾਡੇ। ਇਹ ਲਾਰਡ ਵੈਲਸ ਨੇ ਸ਼ੁਰੂ ਕੀਤਾ ਜੀ 1798 ਦੇ ਵਿੱਚ। ਇਹ ਪਾਲਿਸੀ ਦਾ ਕੀ ਸੀਗਾ, ਮੋਟਿਵ ਕੀ ਸੀਗਾ, ਕੀ ਤਰੀਕਾ ਸੀ, ਬੇਸਿਕਲੀ ਸਿੰਪਲ ਜਿਹਾ। ਅੰਗਰੇਜ਼ ਤਾਂ ਬੜੀ ਵਧੀਆ ਵਧੀਆ ਗੱਲ ਕਰਦੇ ਸੀ ਰਾਜੇ ਨੂੰ, ਕਹਿੰਦੇ ਜਿਹੜਾ ਕਿਸੇ ਰਾਜਾ ਦਾ ਰਾਜ ਹੈ, ਕਿੰਗਡਮ ਹੈ, ਕਹਿੰਦੇ ਇਹ ਰਾਜੇ ਨਾਲ ਗੱਲ ਕਰਦੇ ਵੀ ਜਿਹੜਾ ਤੁਹਾਡਾ ਕਿੰਗਡਮ ਹੈ ਅਸੀਂ ਤੁਹਾਡੀ ਪ੍ਰੋਟੈਕਸ਼ਨ ਕਰਾਂਗੇ। ਕਿਵੇਂ ਕਰੋਗੇ, ਵੀ ਆ ਜਿਹੜਾ ਏਰੀਆ ਹੈ ਅਸੀਂ ਨਹੀਂ ਚਾਹੁੰਦੇ ਤੁਹਾਡੇ ਤੇ ਕੋਈ ਅਟੈਕ ਕਰੇ, ਸਾਡੇ ਤੇ ਅਟੈਕ ਪਹਿਲਾਂ ਕਰੇਗਾ। ਆ ਸਾਡਾ ਏਰੀਆ ਹੈ, ਵਹ ਕਰਨਾ ਕੀ ਹੈ, ਤੁਹਾਨੂੰ ਅਸੀਂ ਆਰਮੀ ਦੇਾਂਗੇ, ਇੱਥੇ ਸਾਡੀ ਆਰਮੀ ਰਹੂਗੀ, ਉਹਦਾ ਖਰਚਾ ਤੁਸੀਂ ਦੇਖੋਗੇ। ਇਹਦਾ ਮਤਲਬ ਕੀ ਹੈ, ਜਿਹੜਾ ਖਰਚ ਹੈ ਉਹ ਇਹਨਾਂ ਤੋਂ ਲਿਆ ਜਾਏਗਾ ਤੇ ਆਰਮੀ ਅੰਗਰੇਜ਼ਾਂ ਦੀ ਇੱਥੇ ਰਹੇਗੀ। ਉਹਦੇ ਦੋ ਫਾਇਦੇ ਹੋ ਗਏ। ਇਹਨੂੰ ਫਾਇਦਾ ਇਹ ਸੀਗਾ ਵੀ ਹੁਣ ਕੋਈ ਅਟੈਕ ਕਰੇਗਾ ਪਹਿਲਾਂ ਅੰਗਰੇਜ਼ ਉਹਦੇ ਨਾਲ ਲੜਨਗੇ, ਇਹ ਬਚਿਆ ਰਹੇਗਾ। ਅੰਗਰੇਜ਼ਾਂ ਨੂੰ ਕੀ ਸੀਗਾ ਵੀ ਹੁਣ ਇੱਕ ਆਪਣਾ ਬੰਦਾ ਉੱਥੇ ਰੱਖਤਾ। ਦੂਸਰਾ, ਉਹਨਾਂ ਨੂੰ ਕੁਝ ਏਰੀਆ ਸਰੈਂਡਰ ਕਰਨਾ ਪੈਂਦਾ ਸੀ ਰਾਜਾ ਨੂੰ, ਵੀ ਤਾਂ ਕਿ ਜਿਹੜੀ ਇਹ ਆਰਮੀ ਹੈ ਉਹਦੇ ਲਈ ਪੈਸਾ ਕਿੱਥੋਂ ਆਏਗਾ, ਉਹ ਟੈਕਸ ਤੋਂ ਆ ਜਾਏਗਾ। ਹੁਣ ਜਿਹੜਾ ਇਹ ਦਰਬਾਰ ਸੀ, ਇੱਥੇ ਇੱਕ ਏਜੰਟ ਬ੍ਰਿਟਿਸ਼ਰਸ ਦਾ ਰਹਿੰਦਾ ਸੀ ਜਿਹੜਾ ਕਿ ਅੰਦਰ ਦੀ ਸਾਰੀ ਖਬਰ ਅੰਗਰੇਜ਼ਾਂ ਨੂੰ ਉਹ ਦਿੰਦਾ ਰਹਿੰਦਾ ਸੀ ਵੀ ਇੱਥੇ ਕੌਣ ਕਿਹਦੇ ਨਾਲ ਹੈ, ਕਿੰਨੇ ਗਰੁੱਪ ਬਣੇ ਹੋਏ ਨੇ, ਕਿਹੜਾ ਰਾਜੇ ਦੇ ਨਾਲ ਹੈ ਕਿਹੜਾ ਨਹੀਂ। ਇਹਦੇ ਨਾਲ ਉਹਨਾਂ ਨੂੰ ਜਿਹੜੀ ਇਨਸਾਈਡਰ ਨਿਊਜ਼ ਹੈ, ਇਨਸਾਈਡਰ ਇਨਫੋਰਮੇਸ਼ਨ ਹੈ, ਉਹ ਮਿਲਦੀ ਰਹਿੰਦੀ ਸੀ। ਫਿਰ ਕੁਝ ਕੰਡੀਸ਼ਨ ਇਹ ਸੀ ਵੀ ਤੁਸੀਂ ਆਪਣੀ ਜਿਹੜੀ ਆਰਮੀ ਵਧਾ ਨਹੀਂ ਸਕਦੇ, ਤੇ ਕੋਈ ਜੇ ਤੁਸੀਂ ਯੂਰਪੀਅਨ ਨੂੰ ਆਪਣੀ ਨੌਕਰੀ 'ਚ ਰੱਖਣਾ ਹੈ, ਆਰਮੀ 'ਚ ਕਿਤੇ ਹੋਰ ਰੱਖਣਾ ਹੈ, ਉਹ ਸਾਡੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਨਹੀਂ ਰੱਖੋਗੇ। ਇਹ ਬੇਸਿਕਲੀ ਕੰਡੀਸ਼ਨ ਸੀਗੀਆਂ ਤੇ ਕਾਫੀ ਸਾਰੇ ਜਿਹੜੇ ਰਾਜਾ ਸੀ ਉਹਨਾਂ ਨੇ ਇਹ ਸਾਈਨ ਕੀਤੀ ਸੀ ਤੇ ਉਹਦੇ ਤਹਿਤ ਇਹਨਾਂ ਦੇ ਅੰਡਰ ਆ ਗਏ ਸੀ। ਦੂਸਰਾ ਸੀਗਾ ਡਾਕਟ੍ਰਿਨ ਆਫ ਲੈਪਸ।
ਹੜਪ ਦੀ ਨੀਤੀ ਜਿਹਨੂੰ ਕਿਹਾ ਜਾਂਦਾ ਹੈ। ਡਾਕਟਰਿਨ ਆਫ ਲੈਪਸ ਕੀ ਹੈ? ਸਿੰਪਲ ਜਿਹਾ ਕਨਸੈਪਟ ਸੀਗਾ, ਇਹਨਾਂ ਨੇ ਇੱਕ ਚੀਜ਼ ਅਨਾਉਂਸ ਕਰਤੀ ਵੀ ਜੇ ਕਿਸੇ ਦਾ ਬੱਚਾ ਨਹੀਂ ਹੈਗਾ ਕਿਸੇ ਰਾਜੇ ਦਾ, ਅਸੀਂ ਉਹਨੂੰ ਗੋਦ ਲੈਣਾ ਅਲਾਉਡ ਨਹੀਂ ਕਰਾਂਗੇ। ਜੇ ਉਹ ਗੋਦ ਲੈਂਦਾ ਹੈ ਤੇ ਉਹਨੂੰ ਅਸੀਂ ਨਵਾਂ ਰਾਜਾ, ਨੈਕਸਟ ਰਾਜਾ ਉਹ ਨਹੀਂ ਮੰਨਾਂਗੇ, ਅਗਲਾ ਰਾਜਾ ਨਹੀਂ ਬਣ ਸਕਦਾ। ਮੀਨਸ ਉਹਦਾ ਨੈਚੁਰਲ ਹੇਅਰ ਹੋਣਾ ਚਾਹੀਦਾ ਹੈ, ਲੀਗਲ ਹੇਅਰ। ਕੋਈ ਇਹ ਨਹੀਂ ਹੈ ਕਿ ਦੂਸਰਾ ਉਹਨੇ ਅਡਾਪਟ ਕਰੇ ਉਹ ਲੀਗਲ ਹੇਅਰ ਅਸੀਂ ਨਹੀਂ ਮੰਨਾਂਗੇ। ਨੈਚੁਰਲ ਹੇਅਰ ਹੋਇਆ ਤਾਂ ਠੀਕ ਹੈ, ਅਡਾਪਟਡ ਸਨ ਨੂੰ ਅਸੀਂ ਰੂਲ ਅਲਾਉ ਨਹੀਂ ਕਰਾਂਗੇ। ਤੇ ਜੇ ਇਦਾਂ ਨਹੀਂ ਹੋਏਗਾ, ਅਸੀਂ ਦੀ ਸਟੇਟ ਨੂੰ, ਉਹਦੇ ਰਾਜਿਆਂ ਨੂੰ ਅਸੀਂ ਕੈਪਚਰ ਕਰ ਲਾਂਗੇ। ਹੁਣ ਇੱਥੇ ਕੁਐਸਚਨ ਆਉਂਦਾ ਵੀ ਕਿਹੜੇ ਕਿਹੜੇ ਏਰੀਆ ਸਬਸਿਡੀ ਅਲਾਈਅੰਸ ਤੇ ਕਿਹੜੇ ਡਾਕਟਰਿਨ ਆਫ ਲੈਪਸ ਨਾਲ ਕੈਪਚਰ ਕੀਤੇ ਗਏ ਸੀ। हैदराबाद, मैसूर, अवध, पेशवा, भोंसले, सिंधिया, उदयपुर, जोधपुर, जयपुर, ये सारे ਸਬਸਿਡੀ ਅਲਾਈਅੰਸ ਨਾਲ ਉਹਨਾਂ ਦੇ ਅੰਡਰ ਆਏ ਸੀ ਜੀ। ਹੁਣ ਇੱਥੇ ਮੈਸੂਰ ਲਿਖਿਆ ਹੈ, ਮੈਸੂਰ ਦਾ ਅਟੈਕ ਨਾਲ ਹੋਇਆ ਸੀ, ਪਰ ਮੈਸੂਰ ਟੀਪੂ ਦੀ ਡੈਥ ਤੋਂ ਬਾਅਦ ਜਿਹੜਾ ਵੁਡਿਆ ਡਾਇਨੈਸਟੀ ਦਾ ਵੰਸ਼ਜ ਸੀਗਾ ਉਹਦੇ ਨਾਲ ਸਾਈਨ ਕਰ ਲਿਆ ਸੀ ਜਿਨ੍ਹਾਂ ਨੇ। ਠੀਕ ਹੈ। ਹੁਣ ਭੋਂਸਲੇ 1803 ਦੇ ਵੀ ਸਾਈਨ ਕੀਤਾ ਸੀ, ਤਾਂ ਹੀ ਤਾਂ ਜਿਹੜੇ ਦੂਸਰੇ ਸੀਗੇ ਉਹ ਨਾਰਾਜ਼ ਹੋ ਗਏ ਸੀ ਵੀ ਸਬਸਿਡੀ ਅਲਾਈਅੰਸ ਕਿਉਂ ਸਾਈਨ ਕੀਤਾ ਗਿਆ ਹੈ। ਕੁਝ ਏਰੀਆ ਉਹਨਾਂ ਨੇ ਡਾਕਟਰਿਨ ਆਫ ਲੈਪਸ ਨਾਲ ਕੈਪਚਰ ਕੀਤੇ ਸੀ, ਜਿਵੇਂ ਸਤਾਰਾ ਦਾ ਏਰੀਆ ਮਹਾਰਾਸ਼ਟਰ ਦੇ ਵਿੱਚ ਹੈ ਜੀ, ਸੰਬਲਪੁਰ ਉੜੀਸਾ ਦੇ ਵਿੱਚ ਹੈ, ਭਗਾਟ, ਜੈਪੁਰ, ਉਦੈਪੁਰ ਏਰੀਆ ਉਹਨਾਂ ਨੇ ਕਿਵੇਂ ਕੈਪਚਰ ਕੀਤੇ ਝਾਂਸੀ ਬਾਰੇ? ਡਾਕਟਰਿਨ ਆਫ ਲੈਪਸ ਤੇ ਨਾਗਪੁਰ। ਝਾਂਸੀ ਤਾਂ ਅਸੀਂ ਸੁਣਿਆ ਸੀ 1857 ਦੇ ਰਿਵੋਲਟ ਸੁਣਿਆ ਸੀ। ਤੇ ਇਹਨਾਂ ਦਾ ਜਿਹੜਾ ਮੈਪ ਹੈ ਨਾ ਕੁਝ ਇਸ ਤਰ੍ਹਾਂ ਦਾ ਹੋ ਗਿਆ ਸੀ। ਆ ਜਿੰਨਾ ਪਿੰਕ ਏਰੀਆ ਨਜ਼ਰ ਆ ਰਿਹਾ ਹੈ ਸਾਨੂੰ, ਇਹ ਪਿੰਕ ਏਰੀਆ ਉਹ ਹੈ ਜਿਹੜਾ ਕਿ ਅੰਗਰੇਜ਼ਾਂ ਦੇ ਕੰਟਰੋਲ 'ਚ ਆ ਚੁੱਕਾ ਸੀ। ਕਦੋਂ ਤੱਕ? 1857 ਦੇ ਵਿੱਚ, 1857 ਤੱਕ। ਤੇ ਇਹ ਕਿਉਂ ਰਹਿ ਗਿਆ? ਕਿਉਂਕਿ ਉਸ ਤੋਂ ਬਾਅਦ ਜਿਹੜਾ ਇੰਡੀਆ ਦਾ ਮੈਪ ਹੈ ਉਹ ਇਦਾਂ ਦਾ ਹੀ ਰਿਹਾ ਹੈ ਆਜ਼ਾਦੀ ਤੱਕ, ਕਿਉਂਕਿ 1857 ਦੇ ਵਿੱਚ ਰਿਵੋਲਟ ਹੋ ਗਿਆ ਸੀ। ਤੇ ਸਾਨੂੰ ਯਾਦ ਹੈ ਕਿ ਰਿਵੋਲਟ ਤੋਂ ਬਾਅਦ ਅੰਗਰੇਜ਼ ਨੇ ਕੀ ਕੀਤਾ ਸੀ, ਆਪਣੀ ਜਿਹੜੀ ਪਾਲਿਸੀ ਹੈ ਉਹ ਬਦਲ ਲਈ ਸੀਗੀ ਕਿ ਅੱਜ ਤੋਂ ਬਾਅਦ ਅਸੀਂ ਕੋਈ ਵੀ ਨਵਾਂ ਏਰੀਆ ਕੈਪਚਰ ਨਹੀਂ ਕਰਾਂਗੇ। ਇਸ ਕਰਕੇ ਕਸ਼ਮੀਰ ਦੇ ਵਿੱਚ ਵੀ ਰਾਜਾ ਰਹਿ ਗਏ ਸੀ ਜਿਹੜੇ ਰਾਜਪੂਤ ਨੇ, ਰਾਜਸਥਾਨ ਦੇ ਏਰੀਆ ਇੱਥੇ ਵੀ ਰਾਜਾ ਰਹਿ ਗਏ ਸੀ, ਅਜੇ ਵੀ ਹੈਗੇ। ਹੈਦਰਾਬਾਦ ਦਾ ਆਪਾਂ ਨਿਜ਼ਾਮ ਸੁਣਦੇ ਹੀ ਸੁਣਦੇ ਹਾਂ, ਮੈਸੂਰ 'ਚ ਅੱਜ ਵੀ ਹੈਗਾ ਮਹਿਲ ਤਰਵਨਕੋਰ ਦੇ। ਇਹ ਰਾਜੇ ਕੁਛ ਇੱਥੇ ਏਰੀਆ ਦੇ ਰਹਿ ਗਏ ਸੀਗੇ। ਇਹ ਸਟੋਰੀ ਹੈ ਵੀ ਜਿਹੜਾ ਪਿੰਕ ਏਰੀਆ ਅੰਗਰੇਜ਼ਾਂ ਨੇ ਕੈਪਚਰ ਕਰਕੇ ਆਪਣੇ ਅੰਡਰ ਲੈ ਲਿਆ, ਜਿੱਥੇ ਗਵਰਨਰ ਰੂਲ ਕਰਦੇ ਸੀ। ਤੇ ਇਹਦਾ ਮਤਲਬ ਜਦ ਅੰਗਰੇਜ਼ ਉਹਨਾਂ ਨਾਲ ਗੱਲ ਕਰਦੇ ਸੀ ਤੇ ਜਿਹੜਾ ਉਹਨਾਂ ਦਾ ਲੀਡਰ ਸੀਗਾ ਉਹ ਕੌਣ ਸੀ? ਉਹ ਹੁੰਦਾ ਸੀ ਗਵਰਨਰ ਜਨਰਲ। ਤੇ ਗਵਰਨਰ ਜਨਰਲ ਕਸ਼ਮੀਰ ਜਾਂ ਰਾਜਪੂਤਾਨਾ ਦੇ ਰਾਜਿਆਂ ਨਾਲ ਗੱਲ ਕਰਦਾ ਸੀ, ਫਿਰ ਉਹਨੂੰ ਕੀ ਕਹਿੰਦੇ ਸੀ ਆਪਾਂ? ਵਾਇਸ ਰॉय। ਤੇ ਇਸ ਕਰਕੇ ਜਿਹੜੇ ਦੋ ਨਾਮ ਅਸੀਂ ਸੁਣੇ ਸੀ ਉਹਦਾ ਕਾਰਨ ਇਹ ਸੀਗਾ, ਬੰਦਾ ਇੱਕੋ ਹੀ ਸੀਗਾ। ਉਹੀ ਵਾਇਸ ਰॉय ਇੱਥੇ ਬਣ ਜਾਂਦਾ ਸੀ ਤੇ ਇੱਥੇ ਉਹ ਬਣ ਜਾਂਦੇ ਸੀ ਗਵਰਨਰ ਜਨਰਲ। ਆਲਰਾਈਟ, यस सर। ਓਕੇ। ਚਲੋ ਹੁਣ ਥੋੜਾ ਜਿਹਾ ਦੇਖਦੇ ਹਾਂ ਵੀ ਜਦ ਇਹਨਾਂ ਨੇ ਕੈਪਚਰ ਕਰ ਲਿਆ, ਆਬਵੀਅਸਲੀ ਕੀ ਕਰਨਾ ਸੀ? ਆਪਣਾ ਸਿਸਟਮ ਇਹਨਾਂ ਨੇ ਚਲਾਉਣਾ ਸੀ। ਆਪਾਂ ਇੱਕ ਦੋ ਸਿਸਟਮ ਜ਼ਰੂਰ ਦੇਖਾਂਗੇ, ਜਿਵੇਂ ਲੈਂਡ ਰੈਵਨਿਊ ਸਿਸਟਮ ਇਹਨਾਂ ਨੇ ਆਪਣਾ ਚਲਾਇਆ। ਕਿਉਂ? ਕਿਉਂਕਿ ਜਦ ਕੈਪਚਰ ਕਰ ਲਿਆ, ਪਹਿਲਾਂ ਤਾਂ ਵਪਾਰ ਕਰਦੇ ਸੀ, ਪਹਿਲਾਂ ਕੋਈ ਮਤਲਬ ਨਹੀਂ। ਜਦ ਏਰੀਆ ਕੈਪਚਰ ਕਰ ਲਿਆ ਤੇ ਚਲਾਉਣਾ ਤਾਂ ਪਏਗਾ। ਚਲਾਉਂਗੇ ਕਿਵੇਂ? ਪੈਸੇ ਨਾਲ। ਪੈਸਾ ਕਿੱਥੋਂ ਆਏਗਾ? ਟੈਕਸ ਨਾਲ। ਉਹ ਤਾਂ ਇਹਨਾਂ ਨੂੰ ਪਤਾ ਨਹੀਂ ਵੀ ਟੈਕਸ ਕਿਵੇਂ ਇਕੱਠਾ ਕਰਦੇ ਆ। ਠੀਕ ਹੈ ਜੀ। ਦੂਸਰਾ ਸੀਗਾ ਸਿਵਲ ਸਰਵਿਸਿਜ਼। ਸਿਵਲ ਸਰਵਿਸਿਜ਼ ਕਿਉਂ? ਕੰਮ ਕਿਸ ਤੋਂ ਕਰਾਉਂਗੇ? ਇੰਗਲੈਂਡ ਤੋਂ ਬੰਦੇ ਲਿਆਉਂਗੇ, ਕੰਮ ਕਰਾ ਲਓਗੇ। ਇੰਗਲੈਂਡ ਤਾਂ ਛੋਟਾ ਜਿਹਾ ਮੁਲਕ ਸੀਗਾ, ਉੱਥੇ ਨੇ ਬੰਦੇ ਹੀ ਨਹੀਂ ਸੀਗੇ, ਹੈ ਨਾ। ਜਦ ਇੰਗਲੈਂਡ 'ਚ ਨੇ ਬੰਦੇ ਹੀ ਨਹੀਂ ਹੈਗੇ, ਇਹਨਾਂ ਨੇ ਫਿਰ ਸੋਚਿਆ ਵੀ ਇੱਥੋਂ ਦੇ ਬੰਦੇ ਨੂੰ ਸਾਨੂੰ ਸਿਖਾਉਣਾ ਪੈਣਾ ਤੇ ਇੱਥੇ ਦੇ ਬੰਦੇ ਨੂੰ ਹੀ ਸਾਰਾ ਕੁਝ ਕਰਾਉਣਾ ਪੈਣਾ, ਇਹਨਾਂ ਨੂੰ ਹੀ ਨੌਕਰੀ ਦੇਣੀ ਪੈਣੀ ਹੈ। ਤੇ ਸਿਵਲ ਸਰਵਿਸਿਜ਼ ਐਵੇਂ ਇੰਡੀਅਨ ਈਸਟ ਆਉਣਾ ਸ਼ੁਰੂ ਹੋਏ ਤੇ ਇਹਨਾਂ ਨੇ ਉਹ ਸ਼ੁਰੂ ਕੀਤਾ। ਯਾਨੀ ਕਿ ਐਵੇਂ ਕਹਿ ਲਓ ਕੰਪਨੀ ਨੂੰ ਕੌਣ ਚਲਾਏਗਾ ਤੇ ਫਿਰ ਇੰਡੀਆ ਨੂੰ ਕੌਣ ਚਲਾਏਗਾ? ਸਿਵਲ ਸਰਵਿਸ ਐਵੇਂ ਸਟਾਰਟ ਹੋਇਆ। ਤੇ ਪੜ੍ਹਾਉਣਾ ਲਿਖਾਉਣਾ ਸੀ, ਫਿਰ ਇਹਨਾਂ ਨੇ ਐਜੂਕੇਸ਼ਨ ਸਿਸਟਮ ਇਹਨਾਂ ਨੂੰ ਦਿੱਤਾ। ਫਿਰ ਲਾਅ ਐਂਡ ਆਰਡਰ ਵੀ ਤਾਂ ਮੇਨਟੇਨ ਕਰਨਾ ਸੀ, ਕੋਈ ਗਲਤ ਹੋ ਜੇ ਤੇ ਜਜਮੈਂਟ ਵੀ ਤਾਂ ਦੇਣੀ ਸੀ, ਨਿਆਂ ਵੀ ਤਾਂ ਦੇਣਾ ਸੀ, ਜਸਟਿਸ ਵੀ ਤਾਂ ਦੇਣੀ ਸੀ। ਪੁਲਿਸ ਤੇ ਜੁਡੀਸ਼ਰੀ ਮੀਨਸ ਇਹਨਾਂ ਨੇ ਸਾਰਾ ਕੁਝ ਬਦਲ ਕੇ ਇੰਡੀਆ 'ਚ ਰੱਖਤਾ ਤੇ ਇਹਦੇ ਬਹੁਤ ਜ਼ਿਆਦਾ ਪ੍ਰਭਾਵ ਇੰਡੀਆ ਤੇ ਪਏ ਨੇ, ਇਫੈਕਟ ਪਏ ਨੇ ਇਹਦੇ ਜੀ। ਅਸੀਂ ਇੱਕ ਦੋ ਗੱਲ ਕਰ ਲੈਂਦੇ ਹਾਂ। ਜਿਵੇਂ ਲੈਂਡ ਰੈਵਨਿਊ ਸਿਸਟਮ ਦੀ ਗੱਲ ਕਰੀਏ, ਇਹਨੇ ਸਭ ਤੋਂ ਪਹਿਲਾਂ ਸ਼ੁਰੂ ਕੀ ਕੀਤਾ ਸੀ? ਜਿਹੜਾ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਉਹ ਤਾਂ ਸੀਗਾ ਠੇਕੇ ਤੇ। ਕਿਉਂਕਿ 1764 ਦੇ ਵਿੱਚ ਇਹਨਾਂ ਨੇ ਕੈਪਚਰ ਕੀਤਾ ਸੀ ਬੰਗਾਲ। 65 ਦੇ ਵਿੱਚ ਉੱਥੇ ਜਿਹੜਾ ਕਲਾਈਵ ਸੀਗਾ, ਨਾਮ ਲਿਆ ਸੀ ਪਿੱਛੇ ਰਾਬਰਟ ਕਲਾਈਵ ਦਾ, ਉਹ ਗਵਰਨਰ ਬਣ ਕੇ ਆ ਗਿਆ ਸੀ। ਤੇ ਉਹਨਾਂ ਨੇ ਕੀ ਕੀਤਾ ਸ਼ੁਰੂ 'ਚ?
ਉਹ ਕਹਿੰਦਾ ਜਿਹੜਾ ਬੋਲੀ ਲਗਾਏਗਾ ਹਾਈਐਸਟ ਉਹਨੂੰ ਦੇ ਦਾਂਗੇ, ਹਾਈਐਸਟ ਬਿਡਰ ਨੂੰ ਦੇਾਂਗੇ, ਠੇਕੇ ਤੇ ਦੇ ਦਿਓ, ਸਾਨੂੰ ਨਹੀਂ ਪਤਾ ਕਿਵੇਂ ਕਰਨਾ ਹੈ, ਕਿਹਨੂੰ ਕੋਈ ਵੀ ਆ ਜਾਏ, ਕਿਉਂਕਿ ਇਹ ਇੰਡੀਆ ਦੇ ਲੋਕ ਨੇ ਆਲਰੇਡੀ ਕਰਦੇ ਰਹੇ ਨੇ। ਜਦ ਬਾਅਦ ਚ ਉਹਨਾਂ ਨੇ ਦੇਖਿਆ ਵੀ ਨਹੀਂ ਐਵੇਂ ਨਹੀਂ ਹੋਏਗਾ, ਵਾਰਨ ਹੇਸਟਿੰਗ ਆਇਆ ਸੀ 1772 ਦੇ ਵਿੱਚ, ਉਹਨੇ ਬੰਗਾਲ ਨੂੰ ਆਪਣੇ ਡਾਇਰੈਕਟ ਕਬਜ਼ੇ 'ਚ ਲੈ ਕੇ ਸਾਰਾ ਪ੍ਰਸ਼ਾਸਨ ਆਪਣੇ ਕਬਜ਼ੇ 'ਚ ਲੈ ਲਿਆ ਸੀ। ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਸੀ, ਨਵਾਬ ਨੂੰ ਕਿਹਾ ਸੀ ਤੂੰ ਚਲਾਈ ਜਾ, ਅਸੀਂ ਤੈਨੂੰ ਪੈਨਸ਼ਨ ਦੇਾਂਗੇ, ਖਰਚਾ ਲਈ ਜਾ ਸਾਡੇ ਤੋਂ, ਤੂੰ ਚਲਾਈ ਜਾ, ਸਿਰਫ ਟੈਕਸ ਅਸੀਂ ਇਕੱਠਾ ਕਰਵਾ ਲਵਾਂਗੇ, ਬਾਕੀ ਤੇਰੀ ਜ਼ਿੰਮੇਵਾਰੀ ਹੈ। ਪਰ ਵਾਰਨ ਹੇਸਟਿੰਗ ਨੇ ਸਾਰਾ ਕੁਝ ਆਪਣੇ ਕੰਟਰੋਲ 'ਚ ਲੈ ਲਿਆ ਸੀ ਤੇ ਉਹਨੇ ਹੀ ਠੇਕੇ ਤੇ ਦੇਣਾ ਸ਼ੁਰੂ ਕੀਤਾ ਸੀ। ਫਿਰ ਉਹਨੇ ਦੇਖਿਆ ਵੀ ਨਹੀਂ ਯਾਰ, ਕੁਝ ਆਪਣਾ ਵੀ ਕਰਨਾ ਪੈਣਾ ਹੈ। ਜਿਹੜਾ ਪਹਿਲਾ ਸਿਸਟਮ ਹੈ ਜਿਹਨੂੰ ਜ਼ਮੀਂਦਾਰੀ ਸਿਸਟਮ ਕਿਹਾ ਜਾਂਦਾ ਹੈ, ਕਿਉਂਕਿ ਜ਼ਮੀਂਦਾਰ ਨਾਲ ਕੀਤਾ ਗਿਆ ਸੀ ਤੇ ਉਹ ਪਰਮਾਨੈਂਟ ਸੀਗਾ, ਇਸ ਕਰਕੇ ਉਹਨੂੰ ਪਰਮਾਨੈਂਟ ਸੈਟਲ ਵੀ ਜਾਂ ਸੈਟਲਮੈਂਟ ਵੀ ਕਿਹਾ ਜਾਂਦਾ ਹੈ। ਹੁਣ ਇਹਦੇ ਬਾਰੇ ਸਾਨੂੰ ਕੀ ਪਤਾ ਹੋਣਾ ਚਾਹੀਦਾ ਹੈ ਕਿ ਪਰਮਾਨੈਂਟ ਸੈਟਲਮੈਂਟ ਕਦੋਂ ਸਟਾਰਟ ਹੋਇਆ? 1793 ਦੇ ਵਿੱਚ ਸਟਾਰਟ ਹੋਇਆ। ਕਿਹਨੇ ਕੀਤਾ ਸੀ? ਲਾਰਡ ਕਾਰਨਵਾਲਿਸ ਸੀਗਾ ਜੀ ਉਦੋਂ। ਠੀਕ ਹੈ, ਕਿੱਥੇ? ਬੰਗਾਲ, ਬਿਹਾਰ, ਉੜੀਸਾ, ਯਾਨੀ ਕਿ ਪੁਰਾਣਾ ਬੰਗਾਲ ਹੀ ਹੋ ਗਿਆ ਸਾਰਾ, ਤੇ ਕੁਝ ਬਨਾਰਸ ਦਾ ਏਰੀਆ ਤੇ ਮਦਰਾਸ ਦਾ ਏਰੀਆ, ਉੱਥੇ ਸ਼ੁਰੂ ਕੀਤਾ ਸੀ। ਪਲੈਨਿੰਗ ਕਿਹਨੇ ਕੀਤੀ ਸੀ? ਜੌਨ ਸ਼ੋਰ ਨੇ ਕੀਤੀ ਸੀ। ਇੱਥੇ ਕੀ ਸੀਗਾ? ਜ਼ਮੀਂਦਾਰੀ ਸਿਸਟਮ ਕਹਿੰਦੇ ਸੀ। ਕਿਉਂ? ਕਿਉਂਕਿ ਇੱਥੇ ਜ਼ਮੀਂਦਾਰ ਨੂੰ ਮਲਕੀਅਤ ਦੇ ਦਿੱਤੀ ਗਈ, ਜ਼ਮੀਂਦਾਰ ਮਾਲਕ ਬਣ ਗਿਆ ਜ਼ਮੀਨ ਦਾ। ਉਸ ਤੋਂ ਬਾਅਦ ਕਿਸਾਨ ਦੀ ਥਾਂ ਜ਼ਮੀਂਦਾਰ, ਤੇ ਜ਼ਮੀਂਦਾਰ ਦੀ ਡਿਊਟੀ ਹੈ ਕਿ ਉਹ ਕਿਸਾਨ ਤੋਂ ਟੈਕਸ ਵਸੂਲੇਗਾ। ਐਵੇਂ ਸੀਗਾ ਕਿ ਇੱਥੇ ਆ ਗਈ ਕੰਪਨੀ, ਵਿੱਚ ਆ ਗਿਆ ਜ਼ਮੀਂਦਾਰ, ਤੇ ਥੱਲੇ ਆ ਗਿਆ ਕਿਸਾਨ, ਪੀਜ਼ੈਂਟ। ਹੁਣ ਜਿਹੜਾ ਇਹਨੇ ਲਗਾਨ ਦੇਣਾ ਹੈ ਉਹ ਇਹਨੂੰ ਨਹੀਂ ਦੇਣਾ ਕੰਪਨੀ ਨੂੰ, ਉਹਨੇ ਦੇਣਾ ਜ਼ੈਡ ਜ਼ਮੀਂਦਾਰ ਨੂੰ। ਜ਼ਮੀਂਦਾਰ ਨੇ ਜੋ ਲਗਾਨ ਇਕੱਠਾ ਕੀਤਾ ਹੈ ਉਸ ਚੋਂ ਕੁਝ ਪਾਰਟ ਆਪਣੇ ਕੋਲ ਰੱਖ ਕੇ ਬਾਕੀ ਕੰਪਨੀ ਨੂੰ ਦੇਣਾ ਹੈ। ਕਿੰਨਾ ਰੱਖਣਾ ਆਪਣੇ ਕੋਲ? 1/11ਵਾਂ ਹਿੱਸਾ, ਹੈ ਨਾ। 1/11ਵਾਂ ਹਿੱਸਾ ਆਪਣੇ ਕੋਲ ਰੱਖ ਕੇ ਜਿਹੜਾ 10/11ਵਾਂ ਹਿੱਸਾ ਹੈ, ਜਾਂ ਕਹਿ ਲਓ 11% ਆਪਣੇ ਕੋਲ ਰੱਖ ਲੈਣਾ ਤੇ ਬਾਕੀ ਕੰਪਨੀ ਨੂੰ ਦੇ ਦੇਣਾ ਹੈ। ਪਰ ਇੱਥੇ ਇੱਕ ਪ੍ਰੋਬਲਮ ਹੈ, ਕਿੰਨਾ ਟੈਕਸ ਕਲੈਕਟ ਕਰਨਾ ਹੈ? ਰੇਟ ਕੋਈ ਫਿਕਸ ਹੈ? ਇੱਥੇ ਰੇਟ ਫਿਕਸ ਨਹੀਂ ਸੀਗਾ, ਨਹੀਂ ਰੇਟ ਫਿਕਸ ਨਹੀਂ ਸੀਗਾ। ਤੇ ਇਸ ਕਰਕੇ ਜਿੰਨਾ ਜ਼ਮੀਂਦਾਰ ਦਾ ਮਨ ਕਰਦਾ ਸੀ ਉਹ ਇੰਨਾ ਟੈਕਸ ਵਸੂਲ ਲੈਂਦਾ, ਸਾਰਾ ਲੈ ਲਵੇ 70%, 80%, 30%, ਕੋਈ ਉਹ ਨਹੀਂ ਹੈ। ਤੇ ਇਹਦੇ ਨਾਲ ਜਿਹੜੀ ਖੇਤੀ ਹੈ ਉਸ ਤੇ ਇਫੈਕਟ ਪਿਆ, ਐਡਵਰਸ ਇੰਪੈਕਟ ਪਏ, ਤੇ ਉਹ ਖਰਾਬ ਹੋਣੀ ਸ਼ੁਰੂ ਹੋ ਗਈ। ਠੀਕ ਹੈ ਜੀ। ਦੂਸਰਾ ਜਿਹੜਾ ਸਿਸਟਮ ਇੱਥੇ ਸਟਾਰਟ ਹੋਇਆ ਸੀ 1820 ਦੇ ਵਿੱਚ, ਬੰਬੇ, ਮਦਰਾਸ ਤੇ ਕੁਝ ਅਸਾਮ ਤੇ ਕੁਰਗ ਦੇ ਏਰੀਆ 'ਚ ਹੋਇਆ ਸੀ। ਇਹਨੂੰ ਕਹਿੰਦੇ ਰਿਆਤਵਾੜੀ। ਰਿਆਤ ਦਾ ਮਤਲਬ ਹੁੰਦਾ ਰਿਆਇਆ, ਰਈਅਤ ਜਿਹਨੂੰ ਕਹਿੰਦੇ ਆਪਾਂ, ਮੀਨਸ ਲੋਕ, ਸਬਜੈਕਟ। ਸਬਜੈਕਟ ਕਿਉਂ? ਰਾਜੇ ਦੇ ਸਬਜੈਕਟ ਨਹੀਂ ਹੁੰਦੇ, ਰਾਜੇ ਦੀ ਪ੍ਰਜਾ ਨਹੀਂ ਹੁੰਦੀ, ਤੇ ਪ੍ਰਜਾ ਤੋਂ ਸਿੱਧਾ। ਹੁਣ ਇੱਥੇ ਐਕਚੁਅਲੀ ਅੰਗਰੇਜ਼ਾਂ ਨੂੰ ਲੱਗਦਾ ਸੀ ਵੀ ਜ਼ਮੀਂਦਾਰੀ ਸਿਸਟਮ ਦੇ ਵਿੱਚ ਜ਼ਮੀਂਦਾਰ ਅਸੀਂ ਪਾ ਲਿਆ, ਵਿਚੋਲਾ ਹੈ, ਮਿਡਲਮੈਨ ਹੈ, ਉਹ ਵੀ ਤਾਂ ਪੈਸੇ ਰੱਖ ਲੈਂਦਾ ਹੈ, ਆਪਾਂ ਉਹਨੂੰ ਪੈਸੇ ਕਿਉਂ ਦੇਈਏ? ਇਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਈਸਟ ਇੰਡੀਆ ਕੰਪਨੀ ਸਿੱਧਾ ਜਿਹੜੀ ਰਿਆਇਆ ਹੈ, ਪੀਜ਼ੈਂਟ ਹੈ, ਉਸ ਤੋਂ ਸਿੱਧੇ ਪੈਸੇ ਲਏਗੀ। ਡਾਇਰੈਕਟ ਸੈਟਲਮੈਂਟ ਹੈ। ਠੀਕ ਹੈ, ਕਿਹਨੇ ਕਿਹਨੇ ਬਣਾਈ ਸੀ? ਥਾਮਸ ਮੁਨਰੋ ਵਾਇਸਰਾਏ ਸੀਗਾ ਤੇ ਚਾਰਲਸ ਰੀਡ, ਉਹਨਾਂ ਨੇ ਕੀਤਾ ਸੀ। ਤੇ ਕਿਹਦੇ ਨਾਲ ਹੋ ਰਿਹਾ? ਰਿਆਇਆ ਨਾਲ, ਯਾਨੀ ਕਿ ਕਲਟੀਵੇਟਰ ਕਹਿ ਲਓ ਜਾਂ ਪੀਜ਼ੈਂਟ ਕਹਿ ਲਓ, ਉਹ ਹੈ। ਇਸ 'ਚ ਇਹ ਕਿਹਾ ਜਾਂਦਾ ਇਹਦੇ ਨਾਲ ਉਹਦੀ ਜਿਹੜੀ ਪੋਜੀਸ਼ਨ ਹੈ ਥੋੜੀ ਜਿਹੀ ਸਿਕਿਉਰ ਹੋ ਗਈ ਸੀ, ਕਿਉਂਕਿ ਹੁਣ ਉਹਨੂੰ ਕੋਈ ਕੱਢ ਨਹੀਂ ਸੀ ਸਕਦਾ। ਜ਼ਮੀਂਦਾਰ ਤਾਂ ਸੀਗਾ ਨਹੀਂ ਕੱਢਣ ਵਾਲਾ ਨਾ, ਪਰ ਇਹ ਨਹੀਂ ਪਤਾ ਕਿ ਕੋਈ ਹੋਰ ਵੀ ਕੱਢ ਸਕਦਾ ਹੈ। ਇਹ ਹੈ ਕਿ ਜਿਹੜਾ ਸਿਸਟਮ ਸੀਗਾ ਥੋੜਾ ਜਿਹਾ ਟਫ ਹੋ ਗਿਆ, ਕਿਉਂਕਿ ਅੰਗਰੇਜ਼ ਹਰ ਸਾਲ ਪੈਸੇ ਲੈਣ ਆਉਂਦੇ ਸੀ ਤੇ ਟੈਕਸ ਬਹੁਤ ਜ਼ਿਆਦਾ ਸੀ। 50% ਜਿਹੜਾ ਡਰਾਈ ਲੈਂਡ ਸੀਗਾ, 60% ਵੈਟਲੈਂਡ ਸੀਗਾ, ਤੇ ਕਈ ਥਾਂ 80% ਵੀ ਸੀਗਾ। ਠੀਕ ਹੈ, ਤੇ ਇਹਨੂੰ ਐ ਕਹਿ ਸਕਦੇ ਹਾਂ, ਜੋ ਪਹਿਲਾਂ ਕੰਮ ਜ਼ਮੀਂਦਾਰ ਕਰਦੇ ਸੀ ਉਹ ਅੱਜ ਸੇਮ ਕੰਮ ਅੱਜ ਸਰਕਾਰ ਕਰ ਰਹੀ ਸੀ, ਹੈ ਨਾ। ਕਿ ਜ਼ਮੀਂਦਾਰ ਛੋਟਾ ਸੀ ਪਹਿਲਾਂ, ਸਰਕਾਰ ਵੱਡੀ ਹੈ, ਤੇ ਹੁਣ ਵੱਡੇ ਜ਼ਮੀਂਦਾਰ, ਜ਼ਮੀਂਦਾਰੀ ਸਿਸਟਮ ਹੀ ਰਹੇ ਇੱਕ ਤਰ੍ਹਾਂ ਦੇ ਕਹੀਏ। ਪਰ ਅਸਲੀ ਪ੍ਰੋਬਲਮ ਇਹ ਆਈ ਜਿਹੜਾ ਪੈਸਾ ਨਹੀਂ ਸੀ ਦੇ ਪਾਉਂਦੇ, ਲਗਾਨ ਨਹੀਂ ਸੀ ਦੇ ਪਾਉਂਦੇ ਲੋਕ, ਕਿਸਾਨ, ਤੇ ਉਹਨਾਂ ਨੂੰ ਫਿਰ ਕੀ ਕਰਨਾ ਪੈਂਦਾ ਸੀ? ਉਹਨਾਂ ਨੂੰ ਪੈਸੇ ਉਧਾਰ ਲੈਣੇ ਪੈਂਦੇ ਸੀ, ਲੋਨ ਲੈਣਾ ਪੈਂਦਾ ਸੀ ਮਨੀ ਲੈਂਡਰ ਤੋਂ, ਸਾਹੂਕਾਰ ਤੋਂ, ਜਿਹੜਾ ਕਿ ਕਦੇ ਵਾਪਸ ਨਹੀਂ ਹੋਇਆ, ਤੇ ਉਹਦਾ ਵਿਆਜ ਇੰਨਾ ਕੁ ਹੋ ਜਾਂਦਾ ਸੀ ਕਿ ਜਿਹੜੀ ਉਹਨਾਂ ਦੀ ਜ਼ਮੀਨ ਹੈ ਉਹ ਸਾਹੂਕਾਰ ਕੋਲ ਚਲੇ ਜਾਂਦੀ ਸੀ ਜਾਂ ਮਨੀ ਲੈਂਡਰ ਕੋਲ ਚਲੀ ਜਾਂਦੀ ਸੀ, ਤੇ ਉਹ ਵਿਚਾਰਾ ਆਪਣੀ ਜ਼ਮੀਨ ਤੇ ਹੀ ਇੱਕ ਲੇਬਰ ਬਣ ਕੇ ਰਹਿ ਗਿਆ। ਤੇ ਇਹ ਚੀਜ਼ ਹੈ ਕਿ ਇਹਨੇ ਵੀ ਲੋਕਾਂ ਦੀ ਜਿਹੜੀ ਕੰਡੀਸ਼ਨ ਹੈ ਉਹ ਕਾਫੀ ਖਰਾਬ ਕਰਤੀ। ਇੱਕ ਤੀਸਰਾ ਚਲਾਇਆ ਸੀ ਵਿਲੀਅਮ ਬੈਂਟਿੰਕ ਨੇ, ਮਹਿਲਵਾੜੀ ਸਿਸਟਮ। ਇਹ ਆਪਣਾ ਜਿਹੜਾ ਪੰਜਾਬ ਦਾ ਇਲਾਕਾ ਇੱਥੇ ਚੱਲਦਾ, ਤੁਸੀਂ ਨਾਮ ਸੁਣਿਆ ਨਾ, ਲੰਬੜਦਾਰ।
ਨੰਬਰਦਾਰ ਉਹ ਇੱਥੇ ਦਾ ਹੀ ਹੈ ਬੇਸਿਕਲੀ ਸਿਸਟਮ ਇਸੇ 'ਚ ਹੁੰਦਾ ਸੀ। ਉੱਥੇ ਨੰਬਰਦਾਰ ਦੀ ਡਿਊਟੀ ਹੁੰਦੀ ਸੀ ਵੀ ਟੈਕਸ ਇਕੱਠਾ ਕਰਕੇ ਨਹੀਂ ਭਾਈ। ਵਿਲੀਅਮ ਬੈਂਟਿਕ ਦਾ ਹੈ ਜੀ 1833 ਦੇ ਵਿੱਚ ਉਹਨਾਂ ਨੇ ਸਟਾਰਟ ਕੀਤਾ ਸੀ। ਕਿਹੜੇ ਏਰੀਆ? ਗੰਗਾ ਵੈਲੀ ਹੋ ਗਈ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਯਾਨੀ ਕਿ ਬਲੂਚਿਸਤਾਨ ਦੇ ਏਰੀਆ, ਸੈਂਟਰਲ ਇੰਡੀਆ ਯਾਨੀ ਕਿ ਮੱਧ ਪ੍ਰਦੇਸ਼ ਦੇ ਏਰੀਆ ਤੇ ਪੰਜਾਬ ਦੇ ਏਰੀਆ। ਇੱਥੇ ਕਿਸੇ ਜਿਹੜੀ ਕਮਿਊਨਿਟੀ ਹੈ ਉਹਦੀ ਜ਼ਿੰਮੇਵਾਰੀ ਹੈ, ਮਹਿਲ ਦੀ ਜ਼ਿੰਮੇਵਾਰੀ ਹੈ। ਉੱਥੇ ਟੈਕਸ ਪਹਿਲਾਂ ਇੱਕ ਬੰਦਾ ਦਿੰਦਾ ਸੀ, ਫਿਰ ਦੂਸਰੇ ਜ਼ਮੀਂਦਾਰ ਦਿੰਦਾ ਸੀ। ਇੱਥੇ ਕੀ ਸੀਗਾ? ਇਹ ਇੱਕ ਪਿੰਡ ਆ, ਇੱਕ ਪਿੰਡ ਆ, ਇੱਕ ਪਿੰਡ ਆ, ਸਾਰਿਆਂ ਨੂੰ ਕਹਤਾ ਇੱਕ ਮਹਿਲ ਹੈ ਸਾਰਾ, 3 ਪਿੰਡਾਂ ਦਾ ਇੱਕ ਮਹਿਲ ਬਣ ਗਿਆ। ਇੱਥੇ ਦਾ ਟੈਕਸ ਸਾਰੇ ਮਿਲ ਕੇ ਦਿਓ, ਜਿਹਨੇ ਦੇਣਾ ਨਾ ਦਿਓ, ਪਰ ਉਹਦੇ ਹੱਥਾਂ ਫਿਰ ਬਾਕੀ ਦੇਣਗੇ, ਉਹਦਾ ਮਿਲ ਕੇ ਦੇਣਾ ਹੈ। ਇਹ ਸਿਸਟਮ ਸੀਗਾ ਵੀ ਤਾਂ ਕਿ ਇੱਕ ਤੇ ਭਾਰਾ ਨਾ ਪਵੇ। ਠੀਕ ਹੈ। ਤੇ ਇਕੱਠਾ ਕੌਣ ਕਰਦਾ ਸੀ? ਜਿਹੜਾ ਉੱਥੇ ਵਿਲੇਜ ਹੈਡਮੈਨ ਹੈ, ਲੀਡਰ ਜਿਹੜਾ ਬਣਾਇਆ ਸੀ ਉਹਨਾਂ ਨੇ, ਉਹ ਸੀਗਾ ਲੰਬੜਦਾਰ। ਇਹ ਤਰੀਕਾ ਸੀ ਇਹਨਾਂ ਦਾ। ਪਰ ਇਹ ਟੈਕਸ ਬਹੁਤ ਸੀਗਾ ਇੱਥੇ ਜੀ, 66% ਸੀਗਾ। ਤੇ 30 ਸਾਲ ਤੱਕ ਫਿਕਸ ਹੋ ਜਾਂਦਾ ਸੀ। ਤੇ ਓਬਵੀਅਸ ਹੈ ਫਾਇਦਾ ਤਾਂ ਕਿਸੇ ਨਾਲ ਨਹੀਂ ਹੋਇਆ। ਤੇ ਇੰਡੀਆ 'ਚ ਜਿਹੜਾ ਕਹਿ ਲਓ ਕਿਸਾਨ ਹੈ, ਉਹਦੀ ਜਿਹੜੀ ਹਾਲਤ ਹੈ ਉਹ ਖਰਾਬ ਹੋਈ। ਤੇ ਨਾਲ ਨਾਲ ਜਿਹੜੇ ਅੰਗਰੇਜ਼ ਹੁਣ ਕਿਉਂਕਿ ਕੈਪਚਰ ਕਰ ਚੁੱਕੇ ਸੀ, ਤੇ ਇੰਡੀਆ ਤੇ ਇਕਨੋਮਿਕਲੀ ਬਹੁਤ ਫਰਕ ਪਿਆ। ਕੀ ਪਿਆ? ਪਹਿਲੀ ਗੱਲ, ਇੰਡੀਆ ਇੱਕ ਕਲੋਨੀਅਲ ਇਕਨੋਮੀ ਬਣ ਗਈ। ਇਹਦਾ ਮਤਲਬ ਕੀ ਹੁੰਦਾ ਹੈ ਵੀ ਅੰਗਰੇਜ਼ ਨੂੰ ਆਪਣੇ ਲਈ ਯੂਜ਼ ਕਰਦੇ ਸੀ ਹਿੰਦੁਸਤਾਨ ਨੂੰ। ਜਿਵੇਂ ਉਹਨਾਂ ਨੂੰ ਕੱਚਾ ਮਾਲ ਚਾਹੀਦਾ ਹੈ, ਉਹ ਇੱਥੋਂ ਪਹਿਲਾਂ ਸਮਾਨ ਲੈ ਜਾਂਦੇ ਸੀ, ਉਹ ਕਹਿੰਦੇ ਸਮਾਨ ਨੂੰ ਸਮਾਨ ਨਾ ਦਿਓ, ਤੁਹਾਨੂੰ ਕੱਚਾ ਮਾਲ ਦਿਓ। ਜਿਵੇਂ ਪਹਿਲਾਂ ਕੱਪੜਾ ਲੈ ਜਾਂਦੇ ਸੀ, ਹੁਣ ਕਹਿੰਦੇ ਸਾਨੂੰ ਕਾਟਨ ਹੀ ਦੇ ਦਿਓ। ਪਹਿਲਾਂ ਸਿਲਕ ਦੇ ਕੱਪੜੇ ਲਿਆਂਦੇ ਸੀ, ਹੁਣ ਕਹਿੰਦੇ ਸਾਨੂੰ ਸਿਲਕ ਹੀ ਦੇ ਦਿਓ। ਇਹਦੇ ਨਾਲ ਕੀ ਹੋਇਆ? ਜਿਹੜੀ ਸਾਡੀ ਇੰਡਸਟਰੀ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਗਈ, ਉਹ ਖਤਮ ਹੋ ਗਈ। ਐਗਰੀਕਲਚਰ ਕਮਰਸ਼ਲਾਈਜੇਸ਼ਨ ਕਰਤਾ ਉਹਦਾ। ਇਹਦਾ ਮਤਲਬ ਕੀ ਹੁੰਦਾ? ਪਹਿਲਾਂ ਰੋਟੀ ਲਈ ਉਹ ਕਣਕ ਉਗਾਉਂਦੇ ਸੀ, ਹੁਣ ਉਹ ਕਹਿੰਦੇ ਇੰਡੀਗੋ ਉਗਾਓ, ਸਾਨੂੰ ਸਿਲਕ ਦਿਓ। ਮਤਲਬ ਕਿਸ ਲਈ ਉਗਾ ਰਹੇ ਹੋ? ਖੇਤੀ ਹੁਣ ਪੈਸੇ ਕਮਾਉਣ ਲਈ, ਨਾ ਕਿ ਰੋਟੀ ਖਾਣ ਲਈ। ਕਮਰਸ਼ਲਾਈਜੇਸ਼ਨ ਹੋ ਗਿਆ। ਡੀ ਇੰਡਸਟਰੀਲਾਈਜੇਸ਼ਨ, ਜਿਹੜੀ ਇੰਡਸਟਰੀ ਆਪਣੀ ਖਤਮ ਕਰਤੀ ਅੰਗਰੇਜ਼ਾਂ ਨੇ, ਤੇ ਉਹ ਕੀ ਹੋ ਗਈ? ਜਿਹੜੀ ਇੰਡਸਟਰੀਲਾਈਜ਼ ਹੋਣਾ ਸੀ ਉਹ ਡੀ ਇੰਡਸਟਰੀਲਾਈਜ਼ ਹੋ ਗਿਆ, ਥੱਲੇ ਨੂੰ ਆ ਗਈ। ਡਰੇਨ ਆਫ ਵੈਲਥ, ਜਿਹੜਾ ਇੰਡੀਆ ਤੋਂ ਪੈਸਾ ਲੁੱਟਦੇ ਸੀ ਅੰਗਰੇਜ਼, ਜਿਹੜਾ ਵੀ ਟੈਕਸ ਆਂਦਾ ਸੀ, ਹੈਨਾ, ਜੋ ਵੀ ਉਹ ਪੈਸੇ ਕਮਾਉਂਦੇ ਸੀ, ਪ੍ਰੋਫਿਟ ਆਂਦਾ ਸੀ, ਕਿੱਥੇ ਜਾਂਦਾ ਸੀ? ਜਿੰਨੇ ਵੀ ਤਨਖਾਹ ਜਾਂਦੀ ਸੀ ਈਸਟ ਇੰਡੀਆ ਕੰਪਨੀ ਦੇ ਮੁਲਾਜ਼ਮਾਂ ਦੀ, ਉਹ ਕੀ ਸੀ? ਉਹ ਸਾਰੀ ਇੰਗਲੈਂਡ ਜਾਂਦੀ ਸੀ। ਇਸ ਕਰਕੇ ਜਿਹੜਾ ਇੰਡੀਆ ਦਾ ਪੈਸਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ। ਇਹਨੂੰ ਕਿਹਾ ਜਾਂਦਾ ਡਰੇਨ ਆਫ ਵੈਲਥ। ਇੰਡੀਆ ਤੋਂ ਜਿਹੜਾ ਪੈਸਾ ਹੈ ਉਹ ਡਰੇਨ ਹੋਣਾ ਸ਼ੁਰੂ ਹੋ ਗਿਆ। ਹੁਣ ਡੀ ਇੰਡਸਟਰੀਲਾਈਜੇਸ਼ਨ ਹੋਇਆ, ਯਾਨੀ ਕਿ ਇੰਡਸਟਰੀ ਖਤਮ ਹੋਈ। ਜਿਹੜੇ ਆਰਟੀਸਨ ਸੀਗੇ, ਕਾਰੀਗਰ ਸੀਗੇ, ਕਰਾਫਟਮੈਨ ਸੀਗੇ, ਉਹ ਬਰਬਾਦ ਹੋਣਾ ਸ਼ੁਰੂ ਹੋ ਗਏ। ਆ ਜਿਹੜੇ ਰੈਵਨਿਊ ਸਿਸਟਮ ਪੜੇ ਇਹਨਾਂ ਨਾਲ ਕੀ ਹੋਇਆ? ਜਿਹੜਾ ਖੇਤੀ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਗਈ। ਤੇ ਇੱਥੇ ਪਾਵਰਟੀ ਤੇ ਜਿਹੜਾ ਫੇਮਾਈਨ ਹੈ ਉਹ ਫੈਲਣਾ ਸ਼ੁਰੂ ਹੋ ਗਿਆ। ਦੂਸਰੀ ਚੀਜ਼ ਹੈ ਸਿਵਲ ਸਰਵਿਸ। ਬਸ ਆਪਾਂ ਇਹਦੀ ਗੱਲ ਕਰਦੇ ਹਾਂ। ਸਿਵਲ ਸਰਵਿਸ ਕੀ ਸੀਗਾ? ਬੇਸਿਕਲੀ ਵਾਰਨ ਹੇਸਟਿੰਗ ਸੀਗਾ, ਹੈ ਨਾ, ਜਿਹਨੇ ਡਿਸਟ੍ਰਿਕਟ ਕਲੈਕਟਰ ਦੀ ਪੋਸਟ ਕੀਤੀ ਹੈ, ਜਿਹਨੂੰ ਕਿ ਇੰਚਾਰਜ ਬਣਾਇਆ ਜਾਂਦਾ ਸੀ। ਐਕਚੁਅਲੀ ਥੋੜਾ ਜਿਹਾ ਦੱਸ ਦੇਣਾ ਵੀ ਸਿਵਲ ਸਰਵਿਸ ਆਇਆ ਕਿੱਥੋਂ। ਇਹ ਜਦ ਅੰਗਰੇਜ਼ ਇੱਥੇ ਬੰਦੇ ਰੱਖਦੇ ਸੀ, ਕੰਮ ਲਈ ਰੱਖਦੇ, ਸ਼ੁਰੂ ਚ ਨੌਕਰੀ ਲਈ ਰੱਖਦੇ ਸੀ। ਬਾਅਦ ਚ ਜਦ ਇਹ ਕੰਪੀਟੀਟਰ ਇਹਨਾਂ ਦੇ ਕਾਫੀ ਜ਼ਿਆਦਾ ਸੀਗੇ, ਇਹਨਾਂ ਨੂੰ ਲੜਾਈ ਲੜਨੀ ਪਈ ਉਹਨਾਂ ਨਾਲ, ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਇਹ ਮਿਲੀਸ਼ੀਆ ਰੱਖਦੇ ਸੀ, ਯਾਨੀ ਕਿ ਛੋਟੀ ਜਿਹੀ ਆਰਮੀ ਰੱਖਦੇ ਸੀ। ਗੁੰਡੇ ਕਹਿ ਲਓ, ਹਥਿਆਰਬੰਦ ਬੰਦੇ ਕਹਿ ਲਓ, ਸਿਕਿਉਰਿਟੀ ਗਾਰਡ ਕਹਿ ਲਓ, ਕੁਝ ਵੀ ਐ ਕਹਿ ਲਓ, ਰੱਖਦੇ ਸੀ। ਤੇ ਹੁਣ ਜਦੋਂ ਰਿਕਰੂਟ ਕਰਦੇ ਸੀ, ਹੁਣ ਦੋ ਕੰਮ ਲਈ ਕਰਦੇ ਸੀ, ਮਿਲਟਰੀ ਸਰਵਿਸ ਲਈ ਤੇ ਨਾਨ ਮਿਲਟਰੀ ਸਰਵਿਸ ਲਈ। ਵੀ ਉਸ ਤੋਂ ਕੀ ਕੰਮ ਕਰਵਾਉਣਾ ਹੈ? ਮਿਲਟਰੀ ਦਾ ਕੰਮ ਕਰਵਾਉਣਾ ਹੈ ਕਿ ਸਿੰਪਲ ਕੰਮ ਕਰਵਾਉਣਾ ਹੈ? ਹੁਣ ਜਿਹੜਾ ਸਿੰਪਲ ਵਾਲਾ ਕੰਮ ਹੈ, ਇਹ ਹੈ ਜਿਹੜਾ ਦਫ਼ਤਰੀ ਕੰਮ ਕਰਵਾਉਣਾ ਹੈ। ਇਹਨੂੰ ਨਾਮ ਉਹਨਾਂ ਨੇ ਦਿੱਤਾ ਵੀ ਮਿਲਟਰੀ ਸਰਵਿਸ ਕਰਨੀ ਹੈ ਕਿ ਸਿਵਲ ਸਰਵਿਸ ਕਰਨੀ ਹੈ ਤੁਸੀਂ। ਤੇ ਸਿਵਲ ਸਰਵਿਸ ਵਰਡ ਇੱਥੋਂ ਆਇਆ। ਇਹਦਾ ਮਤਲਬ ਇਹ ਚੀਜ਼ ਇੰਗਲੈਂਡ 'ਚ ਨਹੀਂ ਸੀਗੀ, ਹਿੰਦੁਸਤਾਨ ਤੋਂ ਸ਼ੁਰੂ ਹੋਈ ਹੈ। ਤੇ ਸਿਵਲ ਸਰਵਿਸ ਹੀ ਹੈ ਜਿਹੜੀ ਅੱਜ ਨੂੰ ਆਈਏਐਸ ਕਿਹਾ ਜਾਂਦਾ ਹੈ ਜੀ, ਹੈ ਨਾ। ਤੇ ਜਿਹੜੀ ਡਿਸਟ੍ਰਿਕਟ ਕਲੈਕਟਰ ਦੀ ਪੋਸਟ ਬਣਾਈ ਸੀ ਹੇਸਟਿੰਗ ਨੇ 1772 ਦੇ ਵਿੱਚ, ਵਾਰਨ ਹੇਸਟਿੰਗ ਆਇਆ ਸੀ ਜੀ, ਵੈਸੇ ਦੱਸ ਦੇਣਾ ਤੁਹਾਨੂੰ। ਤੇ ਬਾਅਦ ਚ ਇਹਨੇ ਖਤਮ ਵੀ ਕਰਤੀ। ਕਿਉਂ? ਉਹ ਕਹਿੰਦੇ ਇਹਦੇ ਕੋਲ ਬਹੁਤ ਪਾਵਰ ਆ ਜਾਂਦੀ ਹੈ ਤੇ ਕਰਪਟ ਹੋ ਜਾਂਦਾ ਹੈ, ਇਸ ਕਰਕੇ ਚੰਗਾ ਨਹੀਂ ਉਹਨੀ ਪਾਵਰ ਦਿੱਤੀ ਜਾਵੇ। ਪਰ ਜਿਹੜਾ ਲਾਰਡ ਕਾਰਨਵਾਲਿਸ ਹੈ, ਜਿਹੜੀ ਅੱਜ ਦੀ ਸਿਵਲ ਸਰਵਿਸ ਹੈ, ਉਹਨੇ ਉਹਦੀ ਸਥਾਪਨਾ ਕੀਤੀ ਹੈ, ਇਸ ਕਰਕੇ ਉਹਨੂੰ ਫਾਦਰ ਆਫ ਸਿਵਲ ਸਰਵਿਸ ਕਿਹਾ ਜਾਂਦਾ ਹੈ। ਕੁਐਸਚਨ ਆਉਂਦਾ ਹੈ ਕਿੰਨੀ ਵਾਰੀ ਕਿ ਹੂ ਇਜ਼ ਨੋਨ ਐਜ਼ ਦ ਫਾਦਰ ਆਫ ਸਿਵਲ ਸਰਵਿਸਿਜ਼ ਇਨ ਇੰਡੀਆ? ਇਟ ਇਜ਼ ਲਾਰਡ ਕਾਰਨਵਾਲਿਸ। ਇਹਨੇ ਕੀ ਕੀਤਾ ਸੀ? ਜਿਹੜਾ ਸਿਵਲ ਸਰਵਿਸ ਹੈ, ਦੋ ਗਰੁੱਪ ਬਣਾਤੇ, ਕੋਵਿਨੇਟਿਡ ਤੇ ਅਨਕੋਵਿਨੇਟਿਡ। ਕੋਵਿਨੇਟਿਡ ਦਾ ਮਤਲਬ ਹੁੰਦਾ ਜਿਹੜੀ ਅਪਰ ਕਲਾਸ ਸਰਵਿਸ ਹੁੰਦੀ ਹੈ, ਅਫਸਰਾਂ ਵਾਲੀ, ਗਜ਼ਟਡ ਜਿਹਨੂੰ ਕਹਿੰਦੇ ਆ ਅੱਜ ਦੀ ਡੇਟ 'ਚ। ਅਨਕੋਵਿਨੇਟਿਡ ਤੇ ਲੋਅਰ ਕਲਾਸ ਹੁੰਦੀ ਹੈ। ਹੁਣ ਉਸ 'ਚ ਫਰਕ ਕੀ ਸੀਗਾ? ਜਿਹੜੀ ਕੋਵਿਨੇਟਿਡ ਸਰਵਿਸ ਸੀਗੀ ਉਹ ਹਾਇਰ ਸਰਵਿਸ ਸੀਗੀ ਤੇ ਸਿਰਫ ਯੂਰਪ ਦੇ ਬੰਦਿਆਂ ਨੂੰ ਹੀ ਮਿਲ ਸਕਦੀ ਸੀ ਤੇ ਉਹਨਾਂ ਨੂੰ ਹਾਈ ਸੈਲਰੀਜ਼ ਦਿੱਤੀ ਜਾਂਦੀ ਸੀ। ਜਦ ਕਿ ਜਿਹੜੀ ਅਨਕੋਵਿਨੇਟਿਡ ਸੀਗੀ
ਉਹ ਇੰਡੀਅਨਸ ਨੂੰ ਵੀ ਮਿਲ ਜਾਂਦੀ ਸੀ ਤੇ ਛੋਟੀ ਪੋਸਟਾਂ ਹੁੰਦੀ ਸੀਗੀਆਂ ਤੇ ਉਹਨਾਂ ਨੂੰ ਸੈਲਰੀ ਘੱਟ ਮਿਲਦੀ ਸੀ। ਇਹ ਫਰਕ ਸੀਗਾ ਜੀ। ਜਿਹੜਾ 1853 ਚ ਉਹਨਾਂ ਨੇ ਐਕਟ ਪਾਸ ਕੀਤਾ ਸੀ, ਉਹਦੇ ਵਿੱਚ ਪਹਿਲੀ ਵਾਰ ਇੱਕ ਚੀਜ਼ ਉਹਨਾਂ ਨੇ ਪਾਈ ਕਿ ਓਪਨ ਕੰਪੀਟੀਸ਼ਨ ਰੱਖਤਾ, ਵੀ ਹੁਣ ਕੋਈ ਵੀ ਪਾਰਟਿਸਿਪੇਟ ਕਰ ਸਕਦਾ ਹੈ ਪੇਪਰ ਲਈ, ਮੀਨ ਸਿਵਲ ਸਰਵਿਸ ਲਈ। ਉਸ ਤੋਂ ਪਹਿਲਾਂ ਕੀ ਹੁੰਦਾ ਸੀ, ਜਿਹੜੀ ਕੰਪਨੀ ਸੀ ਉਹਦੇ ਡਾਇਰੈਕਟਰ ਜਿਹੜੇ ਸੀਗੇ ਉਹ ਇੱਕ ਨੋਮੀਨੇਸ਼ਨ ਕਰਦੇ ਸੀ ਤੇ ਉਹ ਬੱਚੇ ਪੇਪਰ ਦੇ ਕੇ ਉਹ ਬਣਦੇ ਸੀ। ਮਤਲਬ ਪਹਿਲਾਂ ਇੰਡੀਅਨ ਤਾਂ ਆ ਹੀ ਨਹੀਂ ਸਕਦੇ ਸੀ, ਹੁਣ ਓਪਨ ਹੈ ਵੀ ਜਿਹਦਾ ਮਨ ਕਰਦਾ ਉਹ ਆ ਜਾਓ ਪੇਪਰ ਦੇ ਤੇ ਬਣ ਜਾਓ। ਤੇ ਕਿਹਦੇ ਬੇਸ ਤੇ ਹੋਇਆ ਸੀ, ਇੱਕ ਲਾਰਡ ਮੈਕੌਲੇ ਦੀ ਕਮੇਟੀ ਹੈ, ਉਹਨੇ ਕਿਹਾ ਸੀ ਵੀ ਤੁਸੀਂ ਓਪਨ ਕੰਪੀਟੀਸ਼ਨ ਰੱਖੋ। ਤੇ ਪਹਿਲਾ ਜਿਹੜਾ ਕੰਪੀਟੀਟਿਵ ਐਗਜ਼ਾਮ ਹੈ 1855 ਦੇ ਵਿੱਚ ਉਹ ਹੋਇਆ ਸੀ ਜੀ। ਠੀਕ ਹੈ। ਤੇ 58 ਜਿਹੜਾ ਐਕਟ ਹੈ ਉਸ ਤੋਂ ਬਾਅਦ ਆ ਜਿਹੜੀ ਹਾਇਰ ਸਿਵਲ ਸਰਵਿਸ ਹੈ ਇਹਦਾ ਨਾਮ ਬਦਲ ਕੇ ਪੈ ਗਿਆ ਇੰਡੀਅਨ ਸਿਵਲ ਸਰਵਿਸਿਜ਼, ਜਿਹਨੂੰ ਅੱਜ ਦੀ ਡੇਟ 'ਚ ਆਈਏਐਸ ਕਿਹਾ ਜਾਂਦਾ ਹੈ। ਤੇ ਆਈਏਐਸ ਨੂੰ ਪਹਿਲਾਂ ਆਪਾਂ ਆਈਸੀਐਸ ਕਹਿੰਦੇ ਸੀ ਜੀ। ਤੇ ਆਈਏਐਸ ਕਦੋਂ ਬਣਿਆ, 1947 ਤੋਂ ਬਾਅਦ ਬਣਿਆ। ਤੇ ਕਿਉਂਕਿ ਹੁਣ ਓਪਨ ਕੰਪੀਟੀਸ਼ਨ ਹੋ ਗਿਆ ਸੀ ਤੇ ਬਾਅਦ ਚ ਰਿਕਮੈਂਡੇਸ਼ਨ ਹੈ 1861 ਜਿਹੜਾ ਐਕਟ ਸੀ, ਇਹਨੇ ਕਿਹਾ ਵੀ ਕੁਝ ਚੇਂਜ ਲਿਆਓ ਤੇ ਇੰਡੀਅਨਾਈਜੇਸ਼ਨ ਕਰੋ ਸਿਵਲ ਸਰਵਿਸਿਜ਼ ਦੀ, ਯਾਨੀ ਕਿ ਹਿੰਦੁਸਤਾਨੀਆਂ ਦੀ ਗਿਣਤੀ ਵਧਾਓ। ਕਿਉਂ? ਕਿਉਂਕਿ 1858 ਤੋਂ ਬਾਅਦ ਸਾਨੂੰ ਥੋੜਾ ਥੋੜਾ ਪਤਾ ਹੋਏਗਾ, ਕਿਉਂਕਿ ਇੰਡੀਅਨਸ ਨੇ ਡਿਮਾਂਡ ਕਰਨੇ ਸ਼ੁਰੂ ਕਰਤੇ ਵੀ ਸਾਡਾ ਵੀ ਹਿੱਸਾ ਹੋਵੇ ਪ੍ਰਸ਼ਾਸਨ ਦੇ ਵਿੱਚ, ਸਾਡੇ ਬੰਦੇ ਤਾਂ ਕਿਤੇ ਹੈ ਹੀ ਨਹੀਂ। ਤੇ ਜਿਹੜਾ ਆ ਕੁਐਸਚਨ ਆਉਂਦਾ, ਪਹਿਲਾ ਇੰਡੀਅਨ ਕੌਣ ਸੀ ਜਿਹੜਾ ਸਿਵਲ ਸਰਵਿਸ ਦੇ ਵਿੱਚ ਸਿਲੈਕਟ ਹੋਇਆ ਸੀ? ਸਤਿੰਦਰ ਨਾਥ ਟੈਗੋਰ ਜਿਹੜਾ ਸੀਗਾ, ਉਹ ਪਹਿਲਾ ਇੰਡੀਅਨ ਹੈ ਜਿਹੜਾ ਕਿ ਆਈਸੀਐਸ ਬਣਿਆ ਸੀ। ਫਿਰ ਇੱਕ ਕਮੇਟੀ ਬਣਾਈ ਗਈ ਸੀ, ਐਚੀਸਨ ਕਮੇਟੀ। ਇਹਨੇ ਦੋ ਚੀਜ਼ਾਂ ਰਿਕਮੈਂਡ ਕੀਤੀਆਂ ਕਿ ਪਹਿਲੀ ਗੱਲ ਆ ਜਿਹੜਾ ਕੋਵੀਨੇਟਡ ਤੇ ਅਨਕੋਵੀਨੇਟਡ ਇਹ ਟਾਈਟਲ ਖਤਮ ਕਰ ਦੋ, ਹੁਣ ਹੋਣਾ ਚਾਹੀਦਾ ਇੰਪੀਰੀਅਲ, ਪ੍ਰੋਵਿੰਸ਼ੀਅਲ ਤੇ ਸਬਆਰਡੀਨੇਟ ਸਿਵਲ ਸਰਵਿਸਿਜ਼। ਇਹਦਾ ਕੀ ਮਤਲਬ ਹੈ? ਅੱਜ ਦੀ ਡੇਟ 'ਚ ਇਹਨੂੰ ਕਹਿੰਦੇ ਆ ਸੈਂਟਰ ਸਰਵਿਸ, ਸਟੇਟ ਸਰਵਿਸ ਤੇ ਲੋਅਰ ਜਾਂ ਸਬਆਰਡੀਨੇਟ ਸਰਵਿਸਿਜ਼। ਦੂਸਰੀ ਚੀਜ਼ ਇਹਨੇ ਕਹੀ ਸੀ ਜਿਹੜੀ ਉਮਰ ਹੈ ਪੇਪਰ ਦੇਣ ਦੀ ਉਹ ਘਟਾ ਦਿਓ। ਉਮਰ ਕਿੰਨੀ ਕਰ ਦਿੱਤੀ ਗਈ? 23 ਸਾਲ ਮੈਕਸਿਮਮ ਉਮਰ ਕਰ ਦਿੱਤੀ ਗਈ। ਪਹਿਲਾਂ ਕਿੰਨੀ ਹੁੰਦੀ ਸੀ? ਜਿਵੇਂ ਅੱਜ ਕਿੰਨੀ ਆ ਪੇਪਰ ਦੇਣ ਦੀ? 32 ਸਾਲ ਹੈ ਜੀ। 21 ਤੋਂ 32 ਸਾਲ ਹੈ, 32 ਸਾਲ ਤੱਕ ਬੱਚਾ ਪੇਪਰ ਦੇ ਸਕਦਾ ਹੈ। ਉਦੋਂ ਕਿੰਨੀ ਸੀ? 23 ਸਾਲ। 19 ਤੋਂ ਲੈ ਕੇ 23 ਦੇ ਵਿੱਚ। 23 ਦਾ ਤਾਂ ਜਵਾਕ ਦੇ ਟਾਈਮ 'ਚ ਕਾਲਜ ਹੁੰਦਾ, ਨੂੰ ਕੀ ਪਤਾ ਹੁੰਦਾ ਹੈ? ਜੇ ਕਾਲਜ ਪਾਸ ਵੀ ਹੋ ਜਾਏ ਇਹ ਨਹੀਂ ਪਤਾ ਪੇਪਰ ਦੀ ਤਿਆਰੀ ਕਰਨੀ ਕਿੱਥੋਂ ਹੈ, ਕੀ ਪੜ੍ਹਨਾ ਹੈ, ਕੋਈ ਪੇਪਰ ਹੁੰਦਾ ਕਿ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਤੇ ਇਹਨਾਂ ਨੇ ਤਾਂ ਕੀਤਾ ਸੀ ਤਾਂ ਕਿ ਹਿੰਦੁਸਤਾਨੀ ਨਾ ਆ ਸਕਣ। ਮੇਨ ਮੁੱਦਾ ਇਹ ਸੀ, ਕਿਉਂਕਿ ਬਾਅਦ 'ਚ ਇਹਨਾਂ ਨੇ ਨਾ 1878 ਦੇ ਵਿੱਚ, ਯਾਦ ਹੋ ਕਿ ਲਿਟਨ ਆਪਾਂ ਗੱਲ ਕੀਤੀ ਸੀ ਲਿਟਨ ਦੀ ਪਾਲਿਸੀ ਦੀ, ਉਹਨੇ 19 ਸਾਲ ਕਰਤੀ ਸੀ ਕਿ 19 ਸਾਲ ਮੈਕਸਿਮਮ ਹੈ ਜੀ। ਚਲੋ ਫਿਰ ਇੱਕ ਲੀ ਕਮਿਸ਼ਨ ਆਇਆ, ਇਹ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਇਹਨੇ ਰਿਕਮੈਂਡ ਕੀਤਾ ਸੀ ਕਿ ਹਿੰਦੁਸਤਾਨ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਬਣਾਓ। ਤੇ ਉਸ ਤੋਂ ਬਾਅਦ ਇੱਕ ਪਬਲਿਕ ਸਰਵਿਸ ਕਮਿਸ਼ਨ 1926 ਦੇ ਵਿੱਚ ਬਣਿਆ ਸੀ, ਤੇ ਜਿਹਨੂੰ ਅੱਜ ਦੀ ਡੇਟ 'ਚ ਫਿਰ ਫੈਡਰਲ ਕਮਿਸ਼ਨ ਬਣਿਆ 1935 ਦੇ ਐਕਟ ਤੋਂ ਬਾਅਦ, ਜਿਹਨੂੰ ਅੱਜ ਆਪਾਂ ਕੀ ਕਹਿੰਦੇ ਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਯੂਪੀਐਸਸੀ। ਇਹਦਾ ਮਤਲਬ ਇਸ ਤੋਂ ਬਾਅਦ ਹਿੰਦੁਸਤਾਨ 'ਚ ਪੇਪਰ ਹੋਣਾ ਸ਼ੁਰੂ ਹੋ ਗਿਆ ਹੋਣਾ। ਹੁਣ ਆਪਾਂ ਇੱਕ ਚੀਜ਼ ਕਹਿ ਸਕਦੇ ਹਾਂ ਵੀ ਅੰਗਰੇਜ਼ ਇੱਥੇ ਆਏ, ਚਲੇ ਵੀ ਗਏ, ਕੋਈ ਉਹਦਾ ਇੰਪੈਕਟ ਪਿਆ ਆਪਣੇ ਤੇ? ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਪਏ। ਪਹਿਲਾ ਗੱਲ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਿੰਦੁਸਤਾਨੀਆਂ ਨੂੰ ਨਵੀਂ ਜੌਬ ਅਪਰਚੁਨਿਟੀਜ਼ ਮਿਲੀਆਂ, ਕਿਉਂਕਿ ਸਿਵਲ ਸਰਵਿਸ ਉਹਨਾਂ ਨੇ ਦਿੱਤੀ ਸੀ, ਹੈ ਨਾ। 10ਵੀਂ ਪਾਸ ਕਰੋ ਤੇ ਲੱਗ ਜਾਓ, ਕੋਈ ਨਾ ਕੋਈ ਤਾਂ ਨੌਕਰੀ ਮਿਲ ਹੀ ਜਾਂਦੀ ਸੀ, ਪਹਿਲਾਂ ਕਿੱਥੇ ਕੰਮ ਕੁਮ ਹੁੰਦੇ ਸੀ। ਤੇ ਜਿਹੜੀ ਮਾਡਰਨ ਮਿਡਲ ਕਲਾਸ ਹੈ ਹਿੰਦੁਸਤਾਨ ਦੀ, ਉਹਨਾਂ ਨੇ ਪੜ੍ਹਾਈ ਲਿਖਾਈ ਸੀ, ਤਾਂ ਹੀ ਉਹ ਰਾਈਜ਼ ਹੋਈ, ਤਾਂ ਹੀ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਕਾਸਟ ਸਿਸਟਮ ਹੈਗਾ, ਆ ਚੀਜ਼ ਗਲਤ ਹੈ, ਆ ਨਹੀਂ ਹੋਣਾ ਚਾਹੀਦਾ ਹੈ। ਤੀਸਰਾ ਜਿਹੜਾ ਇਨਫਰਾਸਟ੍ਰਕਚਰ ਹੈ ਸਾਡਾ, ਰੇਲਵੇ ਕਿਹਨੇ ਬਣਾਇਆ? ਅੰਗਰੇਜ਼ਾਂ ਨੇ ਬਣਾਇਆ। ਇਸ ਕਰਕੇ ਜਿਹੜੇ ਓਪੀਨੀਅਨ ਆਉਂਦੇ ਨੇ ਉਹ ਆਉਂਦੇ ਨੇ ਵੀ ਅੰਗਰੇਜ਼ ਵਧੀਆ ਸੀਗੇ, ਉਹਨਾਂ ਨੇ ਇੰਡੀਆ ਨੂੰ ਮਾਡਰਨ ਕਰਤਾ, ਨਹੀਂ ਤਾਂ ਅਸੀਂ ਬੈਕਵਰਡ ਰਹਿ ਜਾਂਦੇ। ਇਹ ਕੁਝ ਇਦਾਂ ਦੇ ਆਉਂਦੇ। ਫਿਰ ਨਈ ਟੈਕਨੋਲੋਜੀ, ਨਏ ਆਈਡੀਆਜ਼, ਇੱਥੇ ਫੈਕਟਰੀ ਲੱਗੀ। ਮਾਡਰਨ ਫੈਕਟਰੀ ਕਿਹਨੇ ਲਵਾਈ? ਬ੍ਰਿਟਿਸ਼ਰਸ ਨੇ ਲਵਾਈ। ਟੈਲੀਗ੍ਰਾਫ ਬ੍ਰਿਟਿਸ਼ਰਸ ਨੇ ਲਵਾਇਆ। 1896 ਦੇ ਵਿੱਚ ਪਹਿਲਾ ਹਾਈਡਲ ਪਾਵਰ ਸਟੇਸ਼ਨ ਲੱਗਿਆ ਸੀ, ਬਿਜਲੀ ਬਣਾਈ ਗਈ ਸੀ ਦਾਰਜਲਿੰਗ ਦੇ ਵਿੱਚ। ਕਿਹਨੇ ਲਵਾਇਆ? ਬ੍ਰਿਟਿਸ਼ਰਸ ਨੇ ਲਵਾਇਆ। ਉਹ ਕਹਿੰਦੇ ਜੇ ਉਹ ਨਾ ਆਉਂਦੇ ਫਿਰ ਤਾਂ ਆਪਾਂ ਪਤਾ ਨਹੀਂ ਕਿੱਥੇ ਰਹਿੰਦੇ। ਇਹ ਕੁਝ ਕਿਹਾ ਜਾਂਦਾ, ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਰੇ ਐਸਪੈਕਟ। ਠੀਕ ਹੈ ਕਿ ਇੰਡੀਆ ਨੂੰ ਬਾਹਰਲੇ ਦੁਸ਼ਮਣਾਂ ਤੋਂ ਬਚਾਇਆ, ਕਿ ਉਸ ਤੋਂ ਬਾਅਦ ਕੋਈ ਵੀ ਅਟੈਕ ਕਿਸੇ ਰਾਜੇ ਨੇ ਨਹੀਂ ਕੀਤਾ ਇੰਡੀਆ ਤੇ। ਚਲੋ ਇਹ ਤਾਂ ਕਹਿਣ ਦੀ ਗੱਲਾਂ, ਪਰ ਕਹਿ ਸਕਦੇ ਆਪਾਂ ਹਾਂ ਬਚਾਇਆ, ਬਿਲਕੁਲ ਠੀਕ ਹੈ ਜੀ। ਤੇ ਨੈਗੇਟਿਵ ਕੀ ਹੈ? ਨੈਗੇਟਿਵ ਜਿੰਨਾ ਮਰਜ਼ੀ ਬੋਲੋ ਕਿ ਹਿੰਦੁਸਤਾਨ ਦੀ ਜਿਹੜੀ ਇੰਡਸਟਰੀ ਸੀ, ਹਿੰਦੁਸਤਾਨ ਜਿਹੜਾ ਟ੍ਰੇਡ ਸੀ, ਜਿਹੜਾ ਦੁਨੀਆ 'ਚ ਮੰਨਿਆ ਹੋਇਆ ਸੀ, ਇਹਨਾਂ ਨੇ ਸਾਰਾ ਤਬਾਹ ਕਰਕੇ ਰੱਖਤਾ। ਇਹਦਾ ਮਤਲਬ ਹਿੰਦੁਸਤਾਨ ਦੀ ਇਕਨੋਮੀ ਨੂੰ ਖਤਮ ਕਰਕੇ ਰੱਖਤਾ।
ਇੰਨਾ ਮਿਸਮੈਨੇਜਮੈਂਟ ਕੀਤਾ ਕਿ ਇੱਥੇ ਅਕਾਲ ਪੈਣੇ ਸ਼ੁਰੂ ਹੋ ਗਈ ਸੀ। ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਮਿਊਨਲਿਜ਼ਮ ਹੈ, ਜਿਹੜੀ ਫੁੱਟ ਪਾਈ ਹੈ, ਉਹ ਅੰਗਰੇਜ਼ਾਂ ਨੇ ਹੀ ਪਾਈ ਹੈ। ਧਰਮ ਦੇ ਨਾਮ ਤੇ, ਜਾਤੀ ਦੇ ਨਾਮ ਤੇ, ਉਹ ਅੰਗਰੇਜ਼ਾਂ ਨੇ ਹੀ ਪਾਈ ਹੈ, ਉਸ ਤੋਂ ਪਹਿਲਾਂ ਕੋਈ ਨਹੀਂ ਸੀਗਾ। ਇੰਡੀਆ ਦੀ ਇਕਨੋਮੀ ਉਹ ਬਰਬਾਦ ਕਰਕੇ ਚਲੇ ਗਏ, ਲੁੱਟ ਕੇ ਲੈ ਗਏ। ਜਿਹੜੀ ਸੋਨੇ ਦੀ ਚਿੜੀ ਸੀਗੀ ਉਹ ਲੁੱਟ ਕੇ ਲੈ ਗਏ ਜੀ। ਠੀਕ ਹੈ, ਤੇ ਆਹ ਕੁਛ ਸੀਗਾ ਜਿਹੜਾ ਮੈਂ ਅੱਜ ਡਿਸਕਸ ਕਰਨਾ ਸੀ ਤੁਹਾਡੇ ਨਾਲ। ਬਾਕੀ ਜਿਹੜਾ ਕੁਝ ਹੋਏਗਾ ਆਈ ਸ਼ੇਅਰ ਵਿਦ ਯੂ ਇਨ ਦਾ PDF ਫਾਰਮੈਟ, ਕਿਉਂਕਿ ਉਹ ਸਮਝਣ ਵਾਲਾ ਘੱਟ ਹੋਏਗਾ। ਜਿਵੇਂ ਯਾਦ ਯੂਦ ਕਰਨ ਵਾਲਾ, ਰੱਟੇ ਮਾਰਨ ਵਾਲਾ, ਸਿਰਫ ਇੱਕ ਪੜਨ ਵਾਲਾ, ਇੱਕ ਵਾਰੀ ਪੜ ਲਿਓ, ਦੋ ਵਾਰੀ ਪੜ ਲਿਓ ਤੇ ਠੀਕ ਹੈ, ਸਮਝ ਆ ਜਾਏਗਾ ਬਸ। ਹੋਰ ਕੁਝ ਨਹੀਂ, ਜਿਵੇਂ ਅਖਬਾਰ ਕਿਹੜੇ ਕਿਹੜੇ ਸੀਗੇ, ਗਵਰਨਰ ਜਨਰਲ ਕਿਹੜੇ ਕਿਹੜੇ ਸੀਗੇ, ਹੈ ਨਾ, ਇਦਾਂ ਦੀ ਜਿਹੜੀ ਚੀਜ਼ਾਂ ਹੋਣਗੀਆਂ ਆਪਾਂ ਉਹ ਡਿਸਕਸ ਕਰ ਲਾਂਗੇ।